ਜਦੋਂ ਹਾਈ ਕੋਰਟ ਨੇ ਲੈਟ ਮੀ ਕੰਪਲੀਟ ਮੈਨੂੰ ਆਪਣਾ ਸਵਾਲ ਪੂਰਾ ਕਰ ਲਓ। ਬਾਕੀ ਮੈਂ ਤੁਹਾਨੂੰ ਦੱਸਣਾ ਚਾਹਣਾ, ਤੁਸੀਂ ਆਰਟੀਕਲ 355 ਦਾ ਹਵਾਲਾ ਦੇ ਕੇ ਇੱਕ ਮਿੰਟ ਤੁਸੀਂ NIA ਨੂੰ ਤਾਕਤਾਂ ਦਿੱਤੀਆਂ, NIA ਅਰੈਸਟ ਕਰ ਸਕਦੀ ਹੈ। ਜੇ ਤੁਹਾਨੂੰ ਪਤਾ ਇੰਨਾ ਤਕੜਾ ਨੈਕਸਸ ਡਿਵੈਲਪ ਹੋ ਰਿਹਾ ਅਕ੍ਰੋਸ ਦਾ ਬਾਰਡਰ ਤੇ ਸੈਂਟਰ ਦੀ ਏਜੰਸੀਆਂ ਕੀ ਕਰ ਰਹੀਆਂ ਸੀ? ਬੀਜੇਪੀ ਸੁੱਤੀ ਪਈ ਸੀਗੀ। ਮੇਰੀ ਗੱਲ ਸੁਣੋ, ਹੁਣ ਤੁਸੀਂ ਚੁੱਪ ਕਰੋ। ਪੜਿਆ ਲਿਖਿਆ ਹੋਣਾ ਚਾਹੀਦਾ ਕੇਜਰੀਵਾਲ। ਸਵਾਲ ਦਾ ਪਹਿਲਾਂ ਮੇਰਾ ਵੀਰ ਜਵਾਬ ਲਓ। ਤੁਸੀਂ ਗੱਲ ਕਰ ਲਈ ਨਾ, ਤੁਹਾਨੂੰ ਇੰਟਰਨਲ ਸਿਕਿਉਰਿਟੀ, ਪਹਿਲਾਂ ਮੈਨੂੰ ਜਵਾਬ ਦੇ ਲੈਣ ਦਿਓ। ਤੁਹਾਨੂੰ ਇੰਟਰਨਲ ਸਿਕਿਉਰਿਟੀ ਤੁਸੀਂ ਹੁਣ ਸਵਾਲ ਰਾਈਜ਼ ਕਰ ਦਿੱਤਾ ਨਾ, ਉਹਦੀ ਜਿਹੜਾ ਤੁਸੀਂ ਆਨਸਰ ਲਓ ਨਾ। ਵੀ ਸਮੇਂ ਤੇ ਕਾਰਵਾਈ ਨਹੀਂ ਹੋਈ, ਇਹ ਸਾਰੇ ਕਹਿ ਰਹੇ ਆ। ਕਾਰਵਾਈ ਨਾ ਹੋਣ ਦਾ ਕਾਰਨ ਕੀ ਸੀਗਾ? ਕਾਰਵਾਈ ਕਰਨ ਤੋਂ ਡਰ ਲੱਗਦਾ ਸੀ? ਕੋਈ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਖਦਸ਼ਾ ਜਾਪਦਾ ਸੀ? ਦੇਖੋ ਨਵਜੋਤ ਜੀ, ਬਹੁਤ ਸੋਹਣਾ ਵੋਟ ਬੈਂਕ ਤਾਂ ਇੱਕ ਮਿੰਟ ਮੈਨੂੰ ਪੁੱਛਿਆ। ਮੈਂ ਡਿਬੇਟ ਦੇ ਸ਼ੁਰੂ ਤੋਂ ਹੁਣ ਤੱਕ ਮਹਿਜ਼ ਚੰਦ ਕੁਝ ਗੱਲਾਂ ਹੀ ਕੀਤੀਆਂ ਨੇ, ਗੱਲਾਂ ਕੀ ਸਵਾਲ ਹੀ ਪਾਏ ਆ ਤੇ ਮੈਂ ਉਹਦੇ ਵਿੱਚ ਬੋਲਿਆ ਨਹੀਂ ਤੇ ਮੈਂ ਨਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮੈਂ ਇੱਕ ਮਿੰਟ ਪੁੱਛ ਲਵਾਂ ਇਹਨਾਂ ਨੂੰ, ਇਹ ਬਾਰ-ਬਾਰ ਮੈਂ ਪੁੱਛ ਲਵਾਂ ਅਲਰਟ ਕਰ ਰਹੀਆਂ ਸੀ। ਮੈਂ ਪੁੱਛਣਾ ਚਾਹੁੰਦਾ 2 ਮਿੰਟ। ਹਾਂਜੀ ਗਵਰਨਮੈਂਟ ਨੇ ਉਸ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ? ਤੁਸੀਂ ਸੁਣਨੇ ਹੋਗੇ, ਮੈਂ ਤੁਹਾਡੀ ਗੱਲ ਸੁਣੀ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਜੀ। ਸੁਣੋ, ਤੁਸੀਂ ਬੜਾ ਮਿਸਗਾਈਡ ਹੋ ਰਹੇ ਨੇ ਜੇ ਬਾਰ-ਬਾਰ ਸਾਡੇ ਨੌਜਵਾਨ। ਤੁਸੀਂ ਡਾਕਟਰ ਸਾਹਿਬ, ਤੁਸੀਂ ਜਿਵੇਂ ਡਿਬੇਟ 'ਚ ਨਹੀਂ ਕਿਸੇ ਨੂੰ ਬੋਲਣ ਦੇ ਰਹੇ, ਉਹਦੀ ਜਾਣ ਕੇ ਉਹਦੀ ਟਾਈਮਿੰਗ ਲੈ ਰਹੇ ਹੋ, ਇਸੇ ਤਰ੍ਹਾਂ ਹੀ ਸੈਂਟਰ ਸਰਕਾਰ ਦੇ ਵਿੱਚ ਤੁਹਾਡੇ ਬੀਜੇਪੀ ਵਾਲੇ ਕਿਸੇ ਵੀ ਆਪੋਜੀਸ਼ਨ ਨੂੰ ਬੋਲਣ ਨਹੀਂ ਦਿੰਦੇ। ਕਾਂਗਰਸ ਨੂੰ ਤੁਸੀਂ ਗਲਤ ਕਹਿ ਰਹੇ ਹੋ, ਆਮ ਆਦਮੀ ਪਾਰਟੀ ਨੂੰ ਤੁਸੀਂ ਗਲਤ ਕਹਿ ਰਹੇ ਹੋ, ਈਵਨ ਕਿ ਐਂਕਰ ਨੂੰ ਤੁਸੀਂ ਗਲਤ ਕਹਿ ਰਹੇ ਹੋ। ਹਲੇ 10 ਮਿੰਟ ਹੋਰ ਡਿਬੇਟ ਅੱਗੇ ਚੱਲ ਗਈ, ਚੈਨਲ ਨੂੰ ਤੁਸੀਂ ਗਲਤ ਕਹੋਗੇ। ਮੈਨੂੰ ਇਹ ਨਹੀਂ ਪਤਾ ਵੀ ਸਹੀ ਕੌਣ ਹੈ ਜੀ, ਸਾਰੇ ਗਲਤ ਨੇ ਜੀ। ਸਾਨੂੰ ਕਦੇ ਵੀ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਗੱਲਾਂ ਦੇ ਉੱਤੇ ਸਾਡਾ ਅਧਿਕਾਰ ਖੇਤਰ ਨਹੀਂ ਬਣਦਾ। ਠੀਕ ਹੈ, ਸਮੇਂ ਦੀ ਕਮਾਲ ਕਰ ਰਹੇ ਹੋ ਮੈਮ। ਕਿਉਂ ਨਹੀਂ ਬਣਦਾ ਅਧਿਕਾਰ ਖੇਤਰ? ਜਿਹੜੀਆਂ ਚੀਜ਼ਾਂ ਅਧਿਕਾਰ ਖੇਤਰ ਦੇ ਵਿੱਚ ਨੇ ਤਾਂ ਹੀ ਹੁੰਦੀਆਂ ਨੇ। ਕੀ ਤੁਸੀਂ ਇੱਥੇ ਰਾਸ਼ਟਰਪਤੀ ਰਾਜ ਲਗਾ ਸਕਦੇ ਹੋ? ਨਹੀਂ, ਮੈਂ ਥੋੜੀ ਲਾ ਸਕਦਾ। ਦੇਸ਼ ਦਾ ਡਾਟਾ ਸੀਗਾ, ਉਹਨਾਂ ਨੂੰ ਦੇਖੋ ਨਾ ਤੁਸੀਂ। ਇੱਥੇ ਤੇ ਤੁਸੀਂ ਮਿਸਗਾਈਡ ਕਰਦੇ ਹੋ ਫਿਰ ਲੋਕਾਂ ਨੂੰ। ਉਹ ਪਿਛਲੀਆਂ ਦੇਸ਼ ਦਾ ਡਾਟਾ ਸੀਗਾ। ਹੱਥ ਜੋੜ ਕੇ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਡਾਟਾ ਕਦੋਂ ਆਉਂਦਾ ਹੈ? ਜਦੋਂ 1 ਸਾਲ ਪੂਰਾ ਹੋ ਜਾਂਦਾ ਹੈ। ਜਦੋਂ 1 ਸਾਲ ਪੂਰਾ ਹੋ ਜਾਂਦਾ ਉਦੋਂ ਡਾਟਾ ਆਉਂਦਾ। ਤੁਸੀਂ ਉਹਨਾਂ ਦੀਆਂ ਡੇਟਸ ਦੇਖੋ। ਉਹ ਪਿਛਲੇ ਕਾਂਗਰਸ ਦੇ ਸਮੇਂ ਦਾ ਡਾਟਾ ਸੀਗਾ ਜਿਹੜਾ ਹੁਣ ਪ੍ਰੈਜ਼ੈਂਟ ਹੋਇਆ। ਇੱਕ ਮਿੰਟ, ਆਪਣੀ ਪੂਰੀ ਪ੍ਰੋਪਰ ਡਿਬੇਟ ਹੋ ਰਹੀ ਹੈ, ਸਮਝ ਨਹੀਂ ਆ ਰਹੀ। ਔਰ ਸਭ ਤੋਂ ਪਹਿਲਾਂ ਸਾਡਾ ਦੇਸ਼, ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਲੋਕ ਇਸ ਜਿਹੜੀ ਅਸੀਂ ਟੈਕਨੋਲੋਜੀ ਦੇ ਉੱਤੇ ਕੰਮ ਕਰਕੇ ਮੈਂ ਤਾਂ ਬੜੇ ਚਿਰ ਦਾ ਸੁਣ ਰਿਹਾ। ਤੁਹਾਨੂੰ ਮੋਦੀ ਤੁਸੀਂ ਸੁਣ ਲਓ, ਤੁਸੀਂ ਸੁਣਦੇ ਨਹੀਂ ਕਿਸੇ ਦੀ ਗੱਲ, ਤੁਸੀਂ ਬੋਲੀ ਜਾਂਦੇ ਹੋ। ਮੈਂ ਬੀਜੇਪੀ ਦੇ ਕਿਸੇ ਸਪੋਕਸਪਰਸਨ ਦੀ ਸਪੀਚ ਸੁਣਨ ਨਹੀਂ ਆਇਆ, ਮੈਂ ਕਿਸੇ ਦੀ ਸਪੀਚ ਸੁਣਨ ਨਹੀਂ ਆਇਆ। ਮੈਂ ਡਿਬੇਟਰ ਨਾਲ ਡਿਬੇਟ ਕਰੋ, ਜੇ ਡਿਬੇਟ ਕਰਨੀ ਹੈ ਤੇ, ਨਹੀਂ ਤਾਂ ਜਾਂ ਮੈਂ ਲੀਵ ਕਰ ਜਾਣਾ ਜਾਂ ਤੁਸੀਂ ਲੀਵ ਕਰ ਦਿਓ। ਤਾਂ ਤੁਸੀਂ ਬੋਲੋ, ਅਸੀਂ ਚੁੱਪ ਹੀ ਕਰ ਜਾਂਦੇ ਹਾਂ, ਤੁਸੀਂ ਬੋਲੀ ਜਾਓ। ਹਰ 10 ਤਾਂ ਮੈਂ ਚਾਹ ਪੀ ਲੈਣਾ। ਪੰਜਾਬ ਦੇ ਨੌਜਵਾਨ ਜਿਹੜੇ ਨੇ ਅੱਗ 'ਚ ਝੁੱਕ ਕੇ ਜਾਂਦੇ ਨੇ, ਮੈਂ ਤਾਂ ਚਾਹ ਪੀ ਰਿਹਾ, ਬੋਲ ਰਿਹਾ। ਸਾਡੇ ਬਾਹਰਲੀਆਂ ਧਰਤੀਆਂ ਦੇ ਉੱਤੇ ਜਿਹੜੇ ਆ ਅੱਜ ਗਗਨ ਜੀ, ਓਕੇ, ਆਪਾਂ ਲੀਵ ਕਰੀਏ। ਗਗਨ ਜੀ, ਆਪਾਂ ਲੀਵ ਕਰੀਏ। ਤੁਹਾਡੇ ਜਿਹੜੇ ਕੋ ਪੈਨਲਿਸਟ ਸੀਗੇ ਉਹ ਛੱਡ ਕੇ ਚਲੇ ਗਏ, ਡਿਬੇਟ ਉਹਨਾਂ ਨੇ ਲੀਵ ਕਰ ਦਿੱਤੀ ਹੈ। ਕੋਈ ਗੱਲ ਨਹੀਂ। ਦੇਖੋ, ਘੱਟੋ ਘੱਟ ਮਿਸਗਾਈਡ ਨਾ ਕਰੋ ਬਸ। ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ ਦੀ ਸਪੋਕਸਮੈਨ ਡਿਬੇਟ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਵਾਲ ਹਰ ਕਿਸੇ ਦੀ ਜ਼ੁਬਾਨ ਤੇ ਹੈ, ਹਰ ਕਿਸੇ ਦੇ ਮੂੰਹ ਦੇ ਉੱਤੇ ਇੱਕੋ ਹੀ ਸਵਾਲ ਹੈ ਕਿ ਅੰਮ੍ਰਿਤਪਾਲ ਸਿੰਘ ਫੜਿਆ ਗਿਆ। ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ 'ਚ ਹੈ ਜਾਂ ਪੁਲਿਸ ਹਿਰਾਸਤ ਤੋਂ ਬਾਅਦ? ਪੁਲਿਸ ਦਾ ਆਫੀਸ਼ੀਅਲ ਸਟੇਟਮੈਂਟ ਹੈ ਕਿ ਅੰਮ੍ਰਿਤਪਾਲ ਸਿੰਘ ਫਰਾਰ ਹੈ, ਭਗੌੜਾ ਹੈ ਔਰ ਬਹੁਤ ਜਗ੍ਹਾ ਤੇ ਉਹਦੀ ਫੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਵੱਖ ਵੱਖਰੀਆਂ ਵੀਡੀਓਜ਼ ਵੀ ਜਿਹੜੀਆਂ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੀਆਂ ਗਈਆਂ ਨੇ, ਚਾਹੇ ਉਹ CCTV ਵੀਡੀਓਜ਼ ਹੋਣ ਜਾਂ ਫਿਰ ਕਿਤੇ ਹੋਰ ਕਿਸੇ ਤਰੀਕੇ ਨਾਲ ਵੀਡੀਓ ਕਿਸੇ ਸੋਰਸ ਦੇ ਨਾਲ ਉਹ ਆਈ ਹੋਵੇ ਤੇ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਪਰ ਤਰ੍ਹਾਂ ਦੇ ਤਰਕ ਹੈ ਸਮਾਜ ਦੇ ਵਿੱਚ, ਕਈ ਤਰ੍ਹਾਂ ਦੇ ਚਰਚੇ ਇਸ ਵੇਲੇ ਜਿਹੜੇ ਛਿੜੇ ਹੋਏ ਆ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਨੂੰ ਲੈ ਕੇ। ਅੰਮ੍ਰਿਤਪਾਲ ਸਿੰਘ ਹੈ ਕਿੱਥੇ ਹੈ? ਕਈ ਤਰ੍ਹਾਂ ਦੇ ਬਿਆਨ ਪਰਿਵਾਰ ਵੱਲੋਂ ਵੀ ਸਾਹਮਣੇ ਆਏ ਆ, ਪੁਲਿਸ ਦੇ ਵੱਲੋਂ ਵੀ ਸਾਹਮਣੇ ਆਏ ਆ। ਮੁਖਤਲਿਫ ਸਿਆਸੀ ਦਲ ਵੀ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਆ। ਅੱਜ ਇਸੇ ਦੇ ਉੱਤੇ ਚਰਚਾ ਕਰਾਂਗੇ ਕਿ ਅੰਮ੍ਰਿਤਪਾਲ ਸਿੰਘ ਆਖਿਰ ਹੈ ਕਿੱਥੇ ਆ। ਪਰ ਉਸ ਤੋਂ ਪਹਿਲਾਂ ਇਹ ਦੇਖਣਾ ਜਾਣਨਾ ਬਹੁਤ ਜ਼ਰੂਰੀ ਹੈ। ਇੱਕ ਵਾਰੀ ਮੈਂ ਤਸਵੀਰ ਤੁਹਾਨੂੰ ਦਿਖਾਣਾ, ਉਹ ਵਾਲੀ ਤਸਵੀਰ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਇੱਕ ਲੇਟੈਸਟ ਤਸਵੀਰ ਆ ਰਹੀ ਹੈ।
ਕੋਈ ਇਸ ਉੱਤੇ ਵੀ ਇਹ ਗੱਲ ਕਹਿ ਰਿਹਾ ਕਿ ਹੋ ਸਕਦਾ ਕਿ ਇਹ ਜਿਹੜੀ ਤਸਵੀਰ ਹੈ ਇਹ ਤਸਵੀਰ ਐਡਿਟ ਕੀਤੀ ਹੋ ਸਕਦੀ ਹੈ, ਅੰਮ੍ਰਿਤਪਾਲ ਸਿੰਘ ਦੀ ਕੋਈ ਪੁਰਾਣੀ ਤਸਵੀਰ ਹੋ ਸਕਦੀ ਹੈ। ਅਜਿਹੇ ਜਿਹੜੇ ਇਸ ਦੇ ਉੱਤੇ ਜਿਹੜੇ ਸੰਸ਼ੇ ਉਹ ਪ੍ਰਗਟਾਏ ਜਾ ਰਹੇ। ਮੈਂ ਇੱਕ ਵਾਰੀ ਟੀਮ ਨੂੰ ਆਪਣੀ ਬੇਨਤੀ ਕਰਾਂਗਾ ਕਿ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਲੇਟੈਸਟ ਜਿਹੜੀ ਇੱਕ ਪਿਕਚਰ ਜਿਹੜੀ ਇਸ ਵੇਲੇ ਕਾਫੀ ਚਰਚਾ ਦਾ ਹਿੱਸਾ ਬਣੀ ਹੋਈ ਹੈ, ਸਵੇਰ ਤੋਂ ਹੀ ਜਿਹੜੀ ਉਹ ਫੋਟੋ ਦੇ ਉੱਤੇ ਚਰਚੇ ਹੋ ਰਹੇ ਆ। ਇਹ ਉਹ ਤਸਵੀਰ ਹੈਗੀ ਹੈ ਜਿਸ ਅੰਦਰ એનર્ਜੀ ਡਰਿੰਕ ਹੱਥ ਦੇ ਵਿੱਚ ਦਿਖਾਈ ਦੇ ਰਿਹਾ ਹੈ ਔਰ ਕੁਝ ਕਹਿ ਰਹੇ ਆ ਕਿ ਇਹ ਹੋ ਨਹੀਂ ਸਕਦਾ ਕਿ ਅਸਲ ਹੈ, ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਔਰ ਜਥੇਦਾਰ ਸਾਹਿਬ ਦੇ ਵੱਲੋਂ ਇਕੱਤਰਤਾ ਸੱਦੀ ਗਈ ਸੀ, ਉਸ ਇਕੱਤਰਤਾ ਦੇ ਵਿੱਚ ਸਾਰੀਆਂ ਜਿਹੜੀਆਂ ਇਕਾਈਆਂ ਨੇ, ਜਿਹੜੇ ਜਥੇਬੰਦੀਆਂ ਨੇ, ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀਗਾ ਕਿ ਸਿਰ ਜੋੜ ਕੇ ਜਿਹੜੀਆਂ ਵਿਚਾਰਾਂ ਕੀਤੀਆਂ ਜਾਣ ਇਸ ਮੈਟਰ ਦੇ ਉੱਤੇ। ਔਰ ਉੱਥੇ ਇਹ ਵੀ ਗੱਲ ਨਿਕਲ ਕੇ ਜਿਹੜੀ ਸਾਹਮਣੇ ਆਈ ਹੈ ਕਿ ਜਿਹੜਾ ਮੀਡੀਆ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਮੀਡੀਆ ਦਾ ਇੱਕ ਹਿੱਸਾ ਜਾਣਬੁੱਝ ਕੇ ਸਿੱਖ ਕਮਿਊਨਿਟੀ ਨੂੰ, ਪੰਜਾਬੀਜ਼ ਨੂੰ, ਪੰਜਾਬ ਨੂੰ ਇਸ ਬਹਾਨੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਖਿਲਾਫ ਵੀ ਕੋਈ ਲੀਗਲ ਐਕਸ਼ਨ ਜਿਹੜਾ ਲੈਣ ਦੀ ਗੱਲ ਆਖੀ ਗਈ ਹੈ। ਹੋਰ ਕੀ ਕੁਝ ਕਿਹਾ ਗਿਆ ਉਹ ਸੁਣਦੇ ਹਾਂ ਧਾਮੀ ਹੋਰਾਂ ਦੀ ਤੇ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਦੀ ਜ਼ੁਬਾਨ ਤੋਂ ਕਹੀ ਹੋਈ ਗੱਲ। ਇੱਕ ਮੈਂ ਅਮਰਪਾਲ ਸਿੰਘ ਨੂੰ ਵੀ ਕਹਾਂਗਾ ਜੀ, ਉਹ ਬਾਹਰ ਹੈ ਤੇ ਉਹਨੂੰ ਫਿਰ ਖੁਦ ਹੀ ਜਿਹੜਾ ਹੈਗਾ ਆਪਣੇ ਆਪ ਨੂੰ ਪੇਸ਼ ਕਰਨਾ ਚਾਹੀਦਾ ਕਿ ਪੁੱਛੋ ਕੀ ਪੁੱਛਦੇ। ਔਰ ਪੁਲਿਸ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਦਬਿਸ਼ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿਤਾ ਦਾ ਕੀ ਕਹਿਣਾ, ਇੱਕ ਵਾਰੀ ਉਹ ਤੇ ਨਜ਼ਰ ਮਾਰਦੇ ਹੋ। ਕੁਛ ਨਹੀਂ ਕਿਹਾ, ਇਹ ਤਾਂ ਸਾਨੂੰ ਕਹਿ ਰਹੇ ਜੀ ਤੁਸੀਂ ਤੁਹਾਨੂੰ ਉਹ ਮਿਲਦੇ ਤੇ ਉਹਨਾਂ ਨੂੰ ਕਹੋ ਸਰੈਂਡਰ ਕਰਨ, ਤੇ ਸਾਨੂੰ ਬਾਹਰੋਂ ਮਾੜੀ ਮੋਟੀ ਜਿਹੀ ਇਨਫੋਰਮੇਸ਼ਨ ਉਹ ਕਹਿੰਦੇ ਕਿ ਉਹਨਾਂ ਨੂੰ ਅਰੈਸਟ ਕੀਤਾ ਹੋਇਆ। ਔਰ ਇਨੀ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਦੌਰੇ ਤੇ ਹੈ, ਲਗਾਤਾਰ ਖਰਾਬ ਹੋਈ ਫਸਲਾਂ ਦਾ ਜਾਇਜ਼ਾ ਲੈ ਰਹੇ ਹੈ, ਜ਼ਿਮੀਂਦਾਰ ਨੂੰ ਧਰਵਾਸ ਦੇ ਰਹੇ ਹੈ ਔਰ ਕਹਿ ਰਹੇ ਹੈ ਕਿ ਮੁਆਵਜ਼ਾ ਜਿਹੜਾ ਦਿੱਤਾ ਜਾਏਗਾ। ਇਸ ਦਰਮਿਆਨ ਭਗਵੰਤ ਮਾਨ ਹੋਰਾਂ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਸੂਬੇ ਦੀ ਅਮਨ ਕਾਨੂੰਨ ਸੰਬੰਧੀ ਸਥਿਤੀ ਮੁਤਲਕ ਜੋ ਬਿਆਨਾਤ ਦਰਜ ਕਰਵਾਏ ਗਏ, ਇੱਕ ਵਾਰੀ ਉਹ ਵੀ ਤੁਹਾਨੂੰ ਸੁਣਵਾਉਂਦੇ ਹਾਂ। ਅਸੀਂ ਪੰਜਾਬ ਦੀ ਜਵਾਨੀ ਨੂੰ ਕਿਸੇ ਧਰਮ ਦੇ ਨਾਂ ਤੇ ਚਲਾਈਆਂ ਹੋਈਆਂ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਦੇਖ ਕੇ ਤਮਾਸ਼ਾ ਨਹੀਂ ਦੇਖਾਂਗੇ। ਸੋ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਮੁਖਤਲਿਫ ਸਿਆਸੀ ਦਲਾਂ ਤੋਂ ਆਏ ਹੋਏ ਬੁਲਾਰਿਆਂ ਦਾ ਰਸਮੀ ਤਾਰੁਫ ਕਰਵਾਉਂਦੇ ਹੋਏ ਇਸਤਕਬਾਲ ਕਰਾਂਗੇ। ਸਾਡੇ ਨਾਲ ਕਾਂਗਰਸ ਤੋਂ ਨਰਿੰਦਰ ਸੰਧੂ ਸਾਹਿਬ ਤਸ਼ਰੀਫ ਲੈ ਕੇ ਆਏ। ਜਨਾਬ, ਤੁਹਾਡਾ ਇਸਤਕਬਾਲ ਹੈ। ਸੁਰਿੰਦਰ ਕੰਵਲ ਬੀਜੇਪੀ ਤੋਂ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ ਤੁਹਾਡਾ ਮੈਮ। ਆਮ ਆਦਮੀ ਪਾਰਟੀ ਤੋਂ ਗਗਨਦੀਪ ਸਿੰਘ ਸਾਡੇ ਇਸ ਚਰਚਾ ਦੇ ਨੇ, ਜੀਓ ਆਇਆਂ ਨੂੰ। ਗਗਨਦੀਪ ਜੀ, ਜਿਹੜਾ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ, ਇਸ ਕਰਕੇ ਕਿ ਮੇਰਾ ਸਵਾਲ ਹੋਵੇ ਜਾਂ ਵਿਰੋਧੀਆਂ ਦਾ ਸਵਾਲ ਹੋਵੇ, ਮੈਂ ਤੁਹਾਡੇ ਤੋਂ ਉਹ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਜਿਹੜਾ ਲੋਕਾਂ ਦੀ ਜ਼ੁਬਾਨ ਦੇ ਉੱਤੇ ਹੈ, ਖੁੰਡਾਂ ਦੇ ਉੱਤੇ ਚਰਚਾ ਹੋ ਰਹੀ ਹੈ, ਲੋਕਾਂ ਦੇ ਵਿੱਚ ਚਰਚਾ ਹੋ ਰਹੀ ਹੈ, ਸੱਥਾਂ ਗਲੀਆਂ ਮੁਹੱਲਿਆਂ ਦੇ ਵਿੱਚ, ਅੰਮ੍ਰਿਤਪਾਲ ਕਿੱਥੇ ਆ? ਨਵਜੋਤ ਜੀ, ਜਿਹੜੀ ਵੀ ਇਹ ਸਿਚੁਏਸ਼ਨ ਪੈਦਾ ਹੋਈ ਹੈ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਨੇ ਇਸ ਸਿਚੁਏਸ਼ਨ ਨੂੰ ਬਹੁਤ ਚੰਗੇ ਢੰਗ ਦੇ ਨਾਲ ਡੀਲ ਕੀਤਾ, ਰਾਈਟ ਟਾਈਮ ਤੇ ਅਸੀਂ ਡੀਲ ਕੀਤਾ ਤੇ ਪ੍ਰੋਐਕਟਿਵਲੀ ਇਹਨੂੰ ਡੀਲ ਕੀਤਾ। ਨਾਓ ਵੈਨ ਇਟ ਕਮਸ ਟੂ ਅੰਮ੍ਰਿਤਪਾਲ ਨੂੰ ਐਬਸਕੌਂਡਰ ਡਿਕਲੇਅਰ ਕਰ ਚੁੱਕੀ ਹੈ ਪੰਜਾਬ ਪੁਲਿਸ। ਹੀ ਇਜ਼ ਐਬਸਕੌਂਡਿੰਗ ਐਂਡ ਸਿਰਫ ਪੰਜਾਬ ਪੁਲਿਸ ਹੀ ਨਹੀਂ ਉਹਦੀ ਸਰਚ ਕਰ ਰਹੀ, ਮੈਂ ਵੀ ਕਹੂੰਗਾ ਤੁਹਾਨੂੰ ਸੈਂਟਰਲ ਏਜੰਸੀਜ਼ ਵੀ ਸਰਚ ਕਰ ਰਹੀਆਂ ਨੇ, ਕਿਉਂਕਿ ਅੰਮ੍ਰਿਤਪਾਲ ਦੇ ਜਿਹੜੇ ਕਨੈਕਸ਼ਨਸ ਨੇ ਉਹ ਪਾਕਿਸਤਾਨ ਦੇ ਨਾਲ ਲਿੰਕਡ ਅਪ ਹੋ ਰਹੇ ਨੇ। ਤੇ ਸੈਂਟਰ ਦੀ ਜਿਹੜੀ ਏਜੰਸੀ ਹੈ, ਸਭ ਤੋਂ ਇੰਪੋਰਟੈਂਟ ਏਜੰਸੀ ਹੈ ਜਿਹੜੀ ਆਤੰਕਵਾਦੀ ਕੇਸਾਂ ਨੂੰ ਡੀਲ ਕਰਦੀ ਹੈ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈਗੀ ਹੈ, ਉਹ ਵੀ ਅੰਮ੍ਰਿਤਪਾਲ ਦੇ ਪਿੱਛੇ ਹੈਗੀ ਆ। So central agencies as well as state agencies, they are looking for Amritpal and he has been declared as absconder. So ਜਲਦ ਤੋਂ ਜਲਦ ਉਹਦੀ ਤਲਾਸ਼ ਕੀਤੀ ਜਾਊਗੀ। ਪਰ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਇਸ ਸਮੇਂ ਦੇ ਵਿੱਚ ਬਹੁਤ ਸਾਰੀ ਮਿਸਇਨਫੋਰਮੇਸ਼ਨ ਤੇ ਡਿਸਇਨਫੋਰਮੇਸ਼ਨ ਵੀ ਫੈਲਾਈ ਜਾ ਰਹੀ ਆ। ਕੁਝ ਫੋਟੋਜ਼ ਨੇ ਜਿਹੜੀਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਐਡਿਟ ਕਰਕੇ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਐਂਡ ਪੰਜਾਬ ਪੁਲਿਸ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ। ਐਂਡ ਪੰਜਾਬ ਪੁਲਿਸ ਇਜ਼ ਮੇਨਟੇਨਿੰਗ ਅ ਗੁੱਡ ਸਿਚੁਏਸ਼ਨ ਇਨ ਪੰਜਾਬ। ਬਹੁਤ ਟ੍ਰੈਂਕੁਇਲਿਟੀ ਹੈਗੀ ਆ, ਬਹੁਤ ਪੀਸਫੁਲ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ। ਮੈਂ ਕਹੂੰਗਾ ਪੰਜਾਬ ਤਰੱਕੀ ਦੀ ਰਾਹ ਤੇ ਚੱਲ ਰਿਹਾ। ਜਿਹਨਾਂ ਲੋਕਾਂ ਨੇ ਸਾਜ਼ਿਸ਼ਾਂ ਰਚੀਆਂ ਸੀਗੀਆਂ ਕਿ ਧਰਮ ਦਾ ਸਹਾਰਾ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿਚੁਏਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਸਾਰੀਆਂ ਤਾਕਤਾਂ ਜਿਹੜੀਆਂ ਨੇ ਨਾਕਾਮਯਾਬ ਹੋਈਆਂ ਨੇ ਐਂਡ ਪੰਜਾਬ ਪੀਸ ਤੇ ਪ੍ਰੋਸਪੈਰਿਟੀ ਵੱਲ ਮੂਵ ਕਰ ਰਿਹਾ। ਬਿਲਕੁਲ, ਪੰਜਾਬ ਦੀ ਬਦਨਾਮੀ ਨਾ ਹੋਵੇ, ਪੰਜਾਬੀਜ਼ ਦੀ ਨਾ ਹੋਵੇ,
ਕੋਈ ਸਵਾਲ ਵੱਡੇ ਨਾ ਪੈਣ ਆਉਣ ਵਾਲੇ ਸਮਿਆਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਹੋਰਨਾਂ ਸੂਬਿਆਂ ਦੇ ਵਿੱਚ। ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਸੰਤ ਸਾਹਿਬ, ਗੱਲ ਇਹ ਹੈ ਕਿ ਜਿਹੜਾ ਸਵਾਲ ਮੈਂ ਗਗਨਦੀਪ ਜੀ ਤੋਂ ਪੁੱਛਿਆ ਹੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੀ ਲੋਕਾਂ ਦੇ ਵਿੱਚ, ਸਾਰਿਆਂ ਦੇ ਵਿੱਚ ਨਹੀਂ, ਕੁਝ ਲੋਕਾਂ ਦੇ ਵਿੱਚ, ਖਾਸ ਕਰਕੇ ਕੁਝ ਲੋਕਾਂ ਦੇ ਵਿੱਚ ਜਿਹੜੀ ਚਰਚਾ ਛਿੜੀ ਹੋਈ ਹੈ, ਅੰਮ੍ਰਿਤਪਾਲ ਸਿੰਘ ਪ੍ਰਤੀ ਉਹ ਸੰਵੇਦਨਾ ਵੀ ਰੱਖਦੇ ਆ, ਹਮਦਰਦੀ ਵੀ ਪ੍ਰਗਟਾਉਂਦੇ ਆ, ਔਰ ਕੁਝ ਸੰਸ਼ੇ ਵੀ ਉਹਨਾਂ ਦੇ ਮਨ ਦੇ ਵਿੱਚ ਹੈ ਕਿ ਸ਼ਾਇਦ ਅੰਮ੍ਰਿਤਪਾਲ ਸਿੰਘ ਭਗੌੜਾ ਜਾਂ ਜਿਹੜਾ ਹੈ ਉਹ ਫਰਾਰ ਨਹੀਂ ਹੈ। ਮੇਰਾ ਸਪਸ਼ਟ ਜਿਹਾ ਸਵਾਲ ਹੈ, ਇਸ ਉੱਤੇ ਕੀ ਕਹੋਗੇ? ਜੋ ਜੀ ਦੇਖੋ, ਭਾਵੇਂ ਅੰਮ੍ਰਿਤਪਾਲ ਹੋਵੇ ਤੇ ਭਾਵੇਂ ਕੋਈ ਹੋਰ ਬੰਦਾ ਹੋਵੇ ਪੰਜਾਬ ਦਾ, ਦੇਖੋ ਆਪਾਂ ਕਾੜਾ ਦੌਰ ਬੜਾ ਵੇਖਿਆ, ਉਹਦੇ ਵਿੱਚ ਵੀ ਬੜੇ ਨੌਜਵਾਨ ਭਟਕੇ ਇਹਨਾਂ ਚੀਜ਼ਾਂ ਵੱਲ ਚਲੇ ਗਏ, ਪਰ ਉਹ ਕਿਸੇ ਨਾ ਕਿਸੇ ਮਾਂ ਦੇ ਪੁੱਤ। ਅੱਜ ਵੀ ਦੇਖੋ ਗਗਨਦੀਪ ਜੀ ਨੇ ਕਿਹਾ ਸੀ ਬੜੇ ਤਰੀਕੇ ਨਾਲ ਹੈਂਡਲ ਕਰ ਲਿਆ, ਚਲੋ ਮੈਂ ਮੰਨ ਲਿਆ ਵੀ ਤੁਸੀਂ ਹੈਂਡਲ ਹੁਣ ਤੇ ਕਰ ਲਿਆ, ਪਰ ਤੁਸੀਂ ਪਹਿਲੋਂ ਕਿੱਥੇ ਸੀ? ਦੇਖੋ ਨਾ, ਇਹ ਇੱਕੋਦਮ ਤੇ ਹੋ ਨਹੀਂ ਗਿਆ। ਅੱਜ ਤੁਹਾਨੂੰ ਉਹਨਾਂ ਦੇ ਘਰੋਂ ਕਰੰਸੀ ਵੀ ਲੱਭ ਪੈਂਦੀ ਆ, ਅੱਜ ਉਹਨਾਂ ਦੇ ਘਰੋਂ ਤੁਹਾਨੂੰ ਕੋਈ ਪੈਡ ਜੇ ਵੀ ਲੱਭ ਪੈਂਦੇ ਆ, ਅੱਜ ਤੁਹਾਨੂੰ 158 ਖਾਤੇ ਦਾ ਪਤਾ ਲੱਗ ਜਾਂਦਾ ਤੇ 5 ਕਰੋੜ ਦੀ ਫੰਡਿੰਗ ਦਾ ਪਤਾ ਲੱਗ ਜਾਂਦਾ, ਅੱਜ ਤੁਹਾਨੂੰ ਇਹ ਪਤਾ ਲੱਗ ਜਾਂਦਾ ਉੱਥੇ ਸ਼ੂਟਿੰਗ ਰੇਂਜ ਆ, ਉੱਥੇ ਤੁਹਾਨੂੰ ਕਈ ਕੁਝ ਹੋਰ ਚੀਜ਼ਾਂ ਮਾਲੂਮ ਨੇ। ਇਹ ਇੱਕਦਮ ਥੋੜੀ ਹੋ ਗਈ, ਇੱਕ ਦਿਨ ਥੋੜੀ ਹੋ ਗਿਆ। ਦੇਖੋ ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ, ਪਰ ਮੈਂ ਕਹਿ ਰਿਹਾ ਵੀ ਸੱਚਾਈ ਨੂੰ ਤੇ ਮੰਨੋ ਨਾ। ਤੁਸੀਂ ਪਹਿਲੋਂ ਕਿਉਂ ਨਹੀਂ ਗੱਲ ਕੀਤੀ? ਇੰਨਾ ਕੰਮ ਵਿਗੜਨ ਕਿਉਂ ਦਿੱਤਾ? ਇਸ ਗਗਨ ਜੀ ਆਪਣਾ ਜੀ, ਇਸ ਵਿਗੜਨ ਦੇ ਨਾਲ ਹਾਲਾਤ ਨਾਲ ਹੁੰਦਾ ਕੀ ਆ, ਤੁਹਾਨੂੰ ਮੈਂ ਅਸਲ ਦੱਸਦਾ। ਮੈਂ ਲੋਕਾਂ 'ਚ ਵਿਚਰਦਾ, ਬਹੁਤ ਲੋਕਾਂ 'ਚ ਮੈਂ ਵਿਚਰਦਾ ਰਹਿਣਾ, ਮੈਂ ਲੋਕਾਂ ਦੇ ਨਾਲ ਜਾਂਦਾ। ਕਈ ਬਿਜ਼ਨਸਮੈਨ ਮੇਰੇ ਨਾਲ ਰਹਿੰਦੇ ਨੇ, ਕੱਪੜੇ ਵਾਲੇ ਵਪਾਰੀ ਨੇ, ਉਹ ਡਰੇ ਨੇ ਵਿਚਾਰੇ। ਦੇਖੋ ਆਹ ਮਾਹੌਲ ਸਿਰਜ ਗਿਆ, ਜਿਹੜਾ ਸਿਰਜਿਆ ਗਿਆ, ਇਹ ਅਸੀਂ ਕਿਤੇ ਜਦੋਂ ਅਰਲੀ 90s ਸੀ ਉਦੋਂ ਵੇਖਿਆ ਸੀ, ਜਦੋਂ ਅਸੀਂ ਜਵਾਨ ਹੁੰਦੇ ਸੀ ਉਦੋਂ ਮਾਹੌਲ ਸੀ। ਉਸ ਤੋਂ ਬਾਅਦ ਪ੍ਰਮਾਤਮਾ ਨੇ ਸ਼ਾਂਤੀ ਲਿਆਂਦੀ ਤੇ ਪੰਜਾਬ 'ਚ ਖੁਸ਼ਹਾਲੀ ਦੇ ਖੇੜੇ ਆ ਗਏ। ਅੱਜ ਲੋਕਾਂ ਨੂੰ ਸਹਿਮ ਆ, ਉਹ ਡਰ ਆ ਵੀ ਇਹ ਕਿਤੇ ਮਾਹੌਲ ਦੁਬਾਰਾ ਨਾ ਆ ਜਾਏ। ਅੱਜ ਵੇਖੋ ਇਹ ਕਹਿਣ ਤੇ ਡਏ ਸੀ ਇਹ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾ ਲਾਂਗੇ, ਤੇ 5-7 ਸਿੰਘ ਸਾਡੇ ਹੋਰ ਫੜ ਕੇ ਤੇ ਇਹਨਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਦਿੱਤੀ। ਇਹ ਦੇਖੋ ਮੈਨੂੰ ਡਰ ਆ ਵੀ ਕਿਤੇ ਇਹ ਕੰਮ ਵਿਗੜ ਨਾ ਜਾਏ। ਪੰਜਾਬ ਸਰਕਾਰ ਕਰ ਰਹੀ ਹੈ, ਵਧੀਆ ਗੱਲ ਆ, ਪਰ ਇਹਨੂੰ ਪਹਿਲੋਂ ਨੱਥ ਪਾਉਣੀ ਚਾਹੀਦੀ ਆ। ਹੁਣ ਜੋ ਤੁਸੀਂ ਪਏ ਜੇ ਸਾਰੇ ਬੰਨਿਓ ਇਕੱਠਾ ਹੋ ਕੇ ਘੇਰਾ ਪਏ ਹੋ, ਪਰ ਫਿਰ ਤੁਸੀਂ ਨਾਕਾਮ ਹੋ। ਚਾਹੇ ਸੈਂਟਰ ਸਰਕਾਰ ਹੈ, ਚਾਹੇ ਤੁਸੀਂ ਜੇ, ਬਿਲਕੁਲ ਨਾਕਾਮ ਆ। ਤੁਸੀਂ ਜੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਤਾਂ ਉਹਨਾਂ ਨੂੰ ਘਰੋਂ ਹੀ ਗ੍ਰਿਫਤਾਰ ਕਰ ਸਕਦੇ ਸੀ। ਮੈਂ ਕਈ ਡਿਬੇਟਾਂ 'ਚ ਕਹਿ ਚੁੱਕਾ ਵੀ ਇਹ ਇੰਨਾ ਤਾਮਝਾਮ, ਇੰਨਾ ਡਰਾਮਾ ਕਰਦੀ ਕੀ ਲੋੜ ਸੀ? ਉਹਨਾਂ ਦੇ ਪਿੱਛੇ ਭੱਜਣ ਦੀ ਕੀ ਲੋੜ ਸੀ? ਜਦੋਂ ਇੱਕ ਬੰਦਾ ਘਰ ਆ, ਘਰੋਂ ਜਾ ਕੇ ਅਰੈਸਟ ਕਰ ਲਓ। ਨਾ ਇੰਨਾ ਕੰਮ ਹੁੰਦਾ, ਨਾ ਗੱਲਬਾਤ। ਅੱਜ ਸਾਥੀ ਉਹਨਾਂ ਦੇ ਫੜੇ ਜਾਣ ਡੇ ਨੇ, ਕਈ ਕੁਛ ਨਿਕਲਦੇ ਆਣ ਡਿਆ, ਪਰ ਇਹ ਪਹਿਲੋਂ ਸਾਰੀਆਂ ਚੀਜ਼ਾਂ ਪੁਲਿਸ ਨੂੰ ਵੀ ਪਤਾ ਸੀ, ਪੁਲਿਸ ਨੂੰ, ਇੰਟੈਲੀਜੈਂਸ ਨੂੰ। ਸੰਤ ਸਾਹਿਬ, ਕਈ ਛੱਡ ਵੀ ਦਿੱਤੇ ਗਏ ਆ, ਕਈਆਂ ਨੂੰ ਰਿਲੀਜ਼ ਵੀ ਕਰਤਾ। ਬਹੁਤ ਵਧੀਆ ਗੱਲ ਹੈ ਨਵਜੋਤ ਜੀ। ਮੈਂ ਹਰ ਡਿਬੇਟ 'ਚ ਇੱਕ ਪੋਜ਼ਿਟਿਵ ਮੈਸੇਜ ਇਹ ਵੀ ਦਿੰਦਾ ਬਈ ਸਾਰੀਆਂ ਸੈਂਟਰ ਸਰਕਾਰਾਂ ਨੂੰ, ਸਾਰੀ ਪੰਜਾਬ ਸਰਕਾਰਾਂ ਨੂੰ ਤੇ ਪੰਜਾਬ ਪੁਲਿਸ ਨੂੰ ਇਹ ਰਿਕੁਐਸਟ ਆ, ਦੇਖੋ ਜਿੰਨੇ ਕੋਈ ਗਲਤੀ ਕੀਤੀ ਹੈ, ਕੋਈ ਹੈ ਨਹੀਂ ABCD, ਉਹਨੂੰ ਜ਼ਰੂਰ ਫੜੋ, ਉਹਨੂੰ ਜ਼ਰੂਰ ਤੁਸੀਂ ਸਜ਼ਾ ਦਿਓ, ਪਰ ਇਹ ਨਾ ਹੋਵੇ ਕਿਤੇ ਆਟੇ ਦੇ ਨਾਲ ਹੁਣ ਵੀ ਪਿਸ ਜਾਵੇ। ਇਹ ਨਾ ਹੋਵੇ ਕਿਤੇ ਸਾਡੇ ਨੌਜਵਾਨ ਪਿਸ ਜਾਣ। ਜਿਹੜਾ ਕੋਈ ਛੋਟਾ ਪ੍ਰਧਾਨ ਮੰਤਰੀ ਉਹ ਵਿਚਾਰਾ ਵੀਡੀਓ ਬਣਾ ਕੇ ਤੇ ਕਰਦਾ ਸੀ, ਉਹਨੂੰ NSA ਲਾ ਕੇ ਸੁੱਟਦਾ। ਠੀਕ ਆ, ਪੁੱਠਾ ਸਿੱਧਾ ਬੋਲਦਾ ਸੀ ਉਹ, ਪਰ ਉਹ ਕੀ ਉਹਦੇ NSA ਲਾ ਕੇ ਉਹਨੂੰ ਸੁੱਟਣ ਦੀ ਲੋੜ ਸੀ? ਉਹਦੇ ਘਰ ਛੋਟਾ ਬੱਚਾ, ਉਹਦੇ ਡੰਗਰ ਵਿਖਾਉਂਦੇ ਨੇ ਵੀਡੀਓ, ਅਸੀਂ ਤੇ ਘਰ ਮਿਲੇ ਨਹੀਂ, ਪਰ ਕੀ ਮਤਲਬ ਇਹੋ ਜਿਹੇ ਬੱਚਿਆਂ ਦੇ NSA ਲਾਉਣ ਦਾ ਕੀ ਤੁੱਕ ਹੋਇਆ? ਮੈਨੂੰ ਸਮਝ ਨਹੀਂ ਆਉਂਦੀ। ਸਰਕਾਰ ਫੜੇ, ਜ਼ਰੂਰ ਫੜੇ, ਪਰ ਮੈਨੂੰ ਫੇਰ ਰਿਕੁਐਸਟ ਆ ਵੀ ਇਨਵੈਸਟੀਗੇਸ਼ਨ ਕਰਕੇ ਤੇ ਛੱਡ ਦੇਵੇ। ਪੰਜਾਬ ਦੇ ਲੋਕ ਬੜੇ ਭੋਲੇ ਭਾਲੇ ਨੇ, ਐਵੇਂ ਕਈਆਂ ਲੋਕਾਂ ਦੇ ਬੰਦਿਆਂ ਦਾ ਮਗਰ ਤੁਰ ਕੇ ਇਹ ਨਾ ਹੋਵੇ ਵੀ ਇਹ ਮੁੜ ਚਲੇ ਤੇ ਜਾਣ, ਮੁੜ ਕੇ ਵਾਪਸੀ ਦਾ ਰਾਹ ਨਾ ਲੈ ਜੇ। ਜਦੋਂ ਵਾਪਸੀ ਦਾ ਨਾਂ ਨਹੀਂ ਲੈ ਜਾਂਦਾ ਫਿਰ ਉਹ ਕੰਮ ਖਰਾਬ ਹੁੰਦਾ। ਉਹ ਪੰਜਾਬ ਵਾਸਤੇ ਘਰ, ਉਹ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਬੱਚਾ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ BJP ਦਾ ਹੋਵੇ, ਅਕਾਲੀ ਦਲ ਦਾ ਹੋਵੇ ਜਾਂ ਅੰਮ੍ਰਿਤਪਾਲ ਦੇ ਨਾਲ, ਉਹ ਹੈ ਸਾਡਾ ਪੰਜਾਬ ਦਾ ਬੱਚਾ। ਆਪਾਂ ਮਾਹੌਲ ਨਾ ਵਿਗੜਨ ਦਈਏ, ਪੰਜਾਬ ਨੂੰ ਸ਼ਾਂਤੀ ਵੱਲ ਲਿਆਉਣਾ ਸਾਡਾ ਸਾਰਿਆਂ ਦਾ ਫਰਜ਼ ਆ। ਔਰ ਠੀਕ ਆ, ਜੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਲੱਗੇ ਨੇ, ਚੰਗੀ ਗੱਲ ਆ, ਪਰ ਗਾਂ ਤੋਂ ਕੰਟਰੋਲ ਕਰਨ ਕੋਈ ਵੀ ਜਿਹੜਾ ਕੰਮ ਹੁੰਦਾ ਉਹਨੂੰ ਪਹਿਲੋਂ ਹੀ ਸਿਰੇ ਨੱਪਣ। ਚਲੋ ਮੈਂ ਕਮਲ ਜੀ ਨੂੰ ਵੀ ਇਸ ਚਰਚਾ ਦਾ ਉਹਨਾਂ ਨੂੰ ਕਹੂੰਗਾ ਕਿ ਆਪਣੀ ਉਹ ਰਾਏ ਰੱਖਣ। ਡਾਕਟਰ ਸੁਰਿੰਦਰ ਕੰਵਲ ਜੀ, ਜਾਣਨਾ ਚਾਹੁੰਦੇ ਆ ਕਿ ਜਿਵੇਂ ਸੰਧੂ ਸਾਹਿਬ ਨੇ ਗੱਲ ਕਹੀ ਹੈ ਕਿ ਠੀਕ ਹੈ ਕਾਰਵਾਈ ਕੀਤੀ ਗਈ ਹੈ, ਪਰ ਸਮੇਂ ਤੇ ਹੋਣੀ ਚਾਹੀਦੀ ਸੀ, ਤੁਸੀਂ ਵੀ ਮੰਨਦੇ ਹੋ ਕਿ ਦੇਰੀ ਹੋਈ ਹੈ ਇਸ ਦੇ ਅੰਦਰ? ਨਵਜੋਤ ਜੀ ਸ਼ੁਕਰੀਆ। ਕਹਿੰਦੇ ਨੇ ਨਾ ਕਿ ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ। ਅੱਜ ਉਹੀ ਚੀਜ਼ ਫੇਰ ਹੋ ਚੁੱਕੀ ਆ, ਔਰ ਪਤਾ ਨਹੀਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਪੰਜਾਬ ਦੇ ਪਿੰਡੇ ਤੋਂ ਸੰਤਾਪ ਜਿਹੜਾ ਵਾ, ਹਰ ਦਹਾਕੇ ਦੇ ਬਾਅਦ ਜਿਹੜਾ ਵਾ, ਇਹਨੂੰ ਅੱਗ ਦੇ ਵਿੱਚ ਝੋਂਕਣਾ। ਔਰ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜੀਆਂ ਮੰਨ ਲਓ ਇਸ ਵਾਰੀ ਹੁਣ ਏਦਾਂ ਹੁੰਦਾ ਹੈ, ਜਦੋਂ ਅੰਮ੍ਰਿਤਪਾਲ ਆਉਂਦੇ ਨੇ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ,
ਅੱਜ ਅਗਰ ਭਗਵੰਤ ਮਾਨ ਔਰ ਆਪ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਸਕਸੈਸਫੁਲ ਜਿਹੜਾ ਵਾ ਉਹ ਇਹਨਾਂ ਨੂੰ ਨੱਥ ਪਾ ਲਈ ਆ, ਪਰ ਕੀ ਇਹ ਗੱਲ ਸਹੀ ਆ ਜਾਂ ਇਹ ਗੱਲ ਕਹਿਣੀ ਉਹਨਾਂ ਦੀ ਅੱਜ ਜਾਇਜ਼ ਆ? ਜੇਕਰ ਅਸੀਂ ਕੇਜਰੀਵਾਲ ਨੂੰ ਦੇਖੀਏ ਤਾਂ ਉਹਨਾਂ ਦੇ ਜਿਹੜੇ ਇੱਕ ਦੋਸਤ ਸੀਗੇ ਮਿਸਟਰ ਕੁਮਾਰ ਵਿਸ਼ਵਾਸ, ਜਦੋਂ ਇੱਕ ਗੱਲ ਸਾਹਮਣੇ ਆਉਂਦੀ ਆ ਕਿ ਕੁਮਾਰ ਵਿਸ਼ਵਾਸ ਪਹਿਲੇ ਦਿਨ ਤੋਂ ਹੀ ਉਹ ਚੀਕ ਕੇ ਇੱਕ ਗੱਲ ਕਰਦੇ ਪਏ ਨੇ ਕਿ ਇਹ ਸਾਰਾ ਕੁਝ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਵਾ, ਪੰਜਾਬ ਦੇ ਵਿੱਚ ਹੋਣ ਜਾ ਰਿਹਾ ਫਰਮ ਦਾ ਫਸਟ ਡੇ ਜਦੋਂ ਕੇਜਰੀਵਾਲ ਦੀ ਗਵਰਨਮੈਂਟ ਪੰਜਾਬ ਦੇ ਵਿੱਚ ਬਣਦੀ ਆ। ਤਾਂ ਉਦੋਂ ਤੋਂ ਹੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ? ਜਦੋਂ ਖਾਲਸਾ ਮਾਰਚ ਨਿਕਲਦੇ ਨੇ, ਜਦੋਂ ਕਿੰਨਾ ਸਾਰਾ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹਾ ਹੋ ਰਿਹਾ ਵਾ, ਜਦੋਂ ਅਲੱਗ-ਅਲੱਗ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਪੋਸਟਰ ਲੱਗਦੇ ਸੀਗੇ। ਦੇਖੋ, ਇੱਕ ਤਾਂ ਇਹ ਗੱਲ ਹੈਗੀ ਆ ਕਿ ਬਾਰ-ਬਾਰ ਜਿਹੜੀ ਇਹ ਗੱਲ ਕਿਹੜੇ ਮਨਸੂਬਿਆਂ ਦੇ ਤਹਿਤ ਪੰਜਾਬ ਦੀ ਧਰਤੀ ਦੇ ਉੱਤੇ ਰੱਖੀ ਜਾਂਦੀ ਆ ਕਿ ਬਾਰ-ਬਾਰ ਇਹਨਾਂ ਦੀ ਨੌਜਵਾਨੀ ਦਾ ਘਾਣ ਕਰਨ ਦੀ ਜਿਹੜੀ ਆ ਉਹ ਗੱਲ ਸਾਹਮਣੇ ਆਉਂਦੀ ਆ। ਕਿਉਂਕਿ ਇਸ ਸਮੇਂ ਵੀ ਇਹ ਹੁੰਦਾ ਹੈ ਕਿ ਪਹਿਲਾਂ ਟਾਈਮ ਦਿੱਤਾ ਜਾਂਦਾ ਵਾ ਨਾ, ਤੇ ਜਦੋਂ ਅੰਮ੍ਰਿਤਪਾਲ ਆਉਂਦਾ ਵਾ ਉਸ ਸਮੇਂ ਇੰਨਾ ਰਿਲੈਕਸ ਟਾਈਮ ਕਿਉਂ ਦਿੱਤਾ ਗਿਆ ਕਿ ਪੰਜਾਬ ਨੂੰ ਅੱਜ ਇੰਨੀ ਅੱਗ ਵੱਡੀ ਦੇ ਵਿੱਚ ਝੋਕ ਦਿੱਤਾ ਗਿਆ, ਜਿਸ ਦੇ ਨਾਲ ਜਿਹੜਾ ਪੰਜਾਬੀਆਂ ਦਾ ਉਹ ਪੂਰੇ ਵਿਸ਼ਵ ਦੇ ਵਿੱਚ ਤੁਸੀਂ ਦੇਖੋ ਜਿਹੜੀ ਘਟਨਾ ਇੰਗਲੈਂਡ ਦੇ ਵਿੱਚ ਵਾਪਰਦੀ ਆ, ਉਹ ਉੱਥੇ ਜਾ ਕੇ ਝੰਡਾ ਉਤਾਰ ਦਿੰਦੇ ਨੇ ਅੰਬੈਸੀ ਦੇ ਵਿੱਚੋਂ, ਤੇ ਕਿੰਨਾ ਸਾਰਾ ਕੁਝ ਦੇਖੋ। ਇਹ ਗੱਲਾਂ ਕਹਿੰਦੇ ਨੇ ਕਿ ਕਈ ਵਾਰੀ ਅਸੀਂ ਹੱਥਾਂ ਨਾਲ ਗੰਢਾਂ ਦੇ ਦਿੰਨੇ ਆ, ਲੇਕਿਨ ਸਾਨੂੰ ਬਾਅਦ ਦੇ ਵਿੱਚ ਉਹ ਮੂੰਹਾਂ ਨਾਲ ਖੋਲਣੀਆਂ ਪੈਂਦੀਆਂ ਨੇ। ਉਹ ਹਾਲਾਤ ਜਿਹੜੇ ਨੇ ਉਹ ਇਸ ਟਾਈਮ ਪੰਜਾਬ ਦੇ ਨਹੀਂ, ਪੰਜਾਬ ਦੇ ਵਿੱਚ ਵਸਦੇ ਉਹ ਪਗੜੀਧਾਰੀ ਲੋਕ ਸਿੱਖਾਂ ਦੇ ਜਿਹੜੇ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕ੍ਰੀਏਟ ਕਰਨ ਦੇ ਲਈ ਖੁੱਲੀ ਛੁੱਟੀ ਕਿਉਂ ਦਿੱਤੀ? ਦੇਖੋ, ਨੌਜਵਾਨ ਵਰਗ ਜਦੋਂ ਆਪਣੀ ਸ਼ਿੱਦਤ ਦੇ ਨਾਲ ਅੱਗੇ ਤੁਰਦਾ ਵਾ, ਉਬਾਲਾ ਖਾਂਦਾ ਹੈ ਖੂਨ, ਔਰ ਨਵੀਂ ਗੱਲ ਜਿਹੜੀ ਆ ਉਹ ਆਉਂਦੀ ਆ। ਦੇਖੋ, ਜਦੋਂ ਸਭ ਤੋਂ ਪਹਿਲਾਂ 1940 ਦੇ ਵਿੱਚ ਖਾਲਿਸਤਾਨ ਦੀ ਮੰਗ ਉੱਠਦੀ ਆ ਤੇ ਉਸ ਮੰਗ ਦੇ ਵਿੱਚ ਜਿਹੜਾ ਵਾ ਉਹ ਮੁਸਲਿਮ ਲੀਗ ਦੇ ਵਿਰੁੱਧ ਜਦੋਂ ਲਾਹੌਰ ਐਲਾਨਨਾਮਾ ਹੁੰਦਾ ਵਾ, ਤੇ ਉਦੋਂ ਡਾਕਟਰ ਵੀਰ ਸਿੰਘ ਭੱਟੀ ਜਿਹੜੇ ਨੇ ਉਹ ਇੱਕ ਖਾਲਿਸਤਾਨ ਦੇ ਨਾਮ ਦੀ ਗੱਲ ਲੈ ਕੇ ਆਉਂਦੇ ਨੇ। ਪਰ ਉਦੋਂ ਸੀਗਾ ਕਿ ਆਜ਼ਾਦੀ ਤੋਂ ਪਹਿਲਾਂ ਦੀ ਇਹ ਗੱਲ ਸੀਗੀ, ਤੇ ਉਸ ਤੋਂ ਇੱਕ ਬਰੀਕ ਗੱਲ ਸੋਚਣ ਵਾਲੀ ਹੈ ਕਿ ਮੁਸਲਿਮ ਲੀਗ ਦਾ ਜਿਹੜਾ ਸੀਗਾ ਉਹ ਲਾਹੌਰ ਐਲਾਨਨਾਮਾ ਹੁੰਦਾ ਹੈ, ਤਦ ਉਦੋਂ ਗੱਲ ਉੱਠੀ ਸੀ। ਉਸ ਤੋਂ ਬਾਅਦ 1966 ਦੇ ਵਿੱਚ ਪੁਨਰ ਗਠਨ ਹੁੰਦਾ, ਭਾਸ਼ਾ ਦੇ ਆਧਾਰ ਤੇ ਗੱਲ ਹੁੰਦੀ ਆ। ਉਸ ਤੋਂ ਬਾਅਦ ਫਿਰ ਇੱਕ ਵਾਰੀ 1970 ਦੇ ਵਿੱਚ ਗੱਲ ਉੱਠਦੀ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਜੀ ਹੋਰਾਂ ਦੇ ਵੱਲੋਂ। ਫਿਰ ਉਸ ਤੋਂ ਬਾਅਦ 1978 ਵਾਪਦਾ, 1984 ਵੀ ਵਾਪਰ ਜਾਂਦਾ ਵਾ ਇਸ ਧਰਤੀ ਦੇ ਉੱਤੇ। 1995 ਦੇ ਵਿੱਚ ਜਦੋਂ ਆਪਣੇ ਮੈਂਬਰ ਪਾਰਲੀਮੈਂਟ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਜੋ ਨੇ ਸਿਮਰਨਜੀਤ ਸਿੰਘ ਮਾਨ, ਜੋ ਇਸ ਸਮੇਂ ਵੀ MP ਨੇ ਸੰਗਰੂਰ ਤੋਂ, ਅੱਜ ਵੀ ਉਹ ਭਾਰਤ ਦੇ ਲੋਕਤੰਤਰ ਦੀ ਜਦੋਂ ਸਹੁੰ ਖਾਂਦੇ ਨੇ, ਜਦੋਂ ਸਾਨੂੰ ਪਤਾ ਵਾ ਕਿ ਹਾਲਾਤ ਸਾਜ਼ਗਾਰ ਨੇ ਪੰਜਾਬ ਦੇ ਵਿੱਚ, ਅਸੀਂ ਭਾਰਤ ਦਾ ਇੱਕ ਅੰਗ ਹੋਣ ਦੇ ਨਾਤੇ ਅਸੀਂ ਬਹੁਤ ਸੋਹਣੀ ਜ਼ਿੰਦਗੀ, ਆਪਣੇ ਹੱਕਾਂ ਹਕੂਕਾਂ ਦੇ ਲਈ ਸਾਰਾ ਕੁਝ ਫ੍ਰੀ ਆ, ਫਿਰ ਅਸੀਂ ਨੌਜਵਾਨ ਵਰਗ ਨੂੰ ਉਕਸਾ ਕੇ ਅਕਸਰ ਨੂੰ ਕਿਹੜੀ ਗੱਲ ਜਿਹੜੀ ਆ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਰਵਾਉਣਾ ਚਾਹੁੰਦੇ। ਸਾਨੂੰ ਉਹਨਾਂ ਤਾਕਤਾਂ ਨੂੰ ਸਮਝਣ ਦੀ ਲੋੜ ਆ। ਕਮਲ ਜੀ, ਮੈਂ ਤੁਹਾਡੇ ਪਾਏ ਹੋਏ ਜਿਹੜੇ ਸਵਾਲ ਆ ਮੈਂ ਜ਼ਰੂਰ ਗਗਨ ਜੀ ਤੋਂ ਲੈਣੇ ਚਾਹੂੰਗਾ ਜਵਾਬ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ। ਜਿਵੇਂ ਗਗਨ ਜੀ ਹੋਰਾਂ ਨੇ ਕਿਹਾ ਕਿ ਹੁਣ ਤਾਂ ਜੁਆਇੰਟ ਆਪਰੇਸ਼ਨ ਚੱਲ ਰਹੇ ਆ, ਜਦੋਂ ਹਾਈ ਕੋਰਟ ਨੇ ਲੈਟ ਮੀ ਕੰਪਲੀਟ ਮੈਨੂੰ ਆਪਣਾ ਸਵਾਲ ਪੂਰਾ ਕਰ ਲਾ ਤੂੰ। ਗੱਲ ਇਹ ਆ ਕਿ ਹਾਈ ਕੋਰਟ ਨੇ ਵੀ ਤਾੜਨਾ ਕੀਤੀ ਸੀਗੀ ਵੀ ਸੈਂਟਰਲ ਫੋਰਸਿਸ ਵੀ ਤੁਹਾਡੇ ਕੋਲ ਹੋਣ, ਪੰਜਾਬ ਪੁਲਿਸ ਦੀ ਆਪਣੀ ਨਫਰੀ ਕਾਫੀ ਆ, ਉਹ ਸਭ ਦੇ ਦਰਮਿਆਨ ਵੀ ਅੰਮ੍ਰਿਤਪਾਲ ਕਾਬੂ ਨਾ ਆਉਣਾ, ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ। ਦੇਖੋ ਮਿਸਟਰ ਧਾਲੀਵਾਲ ਜੀ, ਅੱਜ ਮਜਬੂਰ ਹੋ ਕੇ ਕਿਉਂਕਿ ਪੰਜਾਬ ਦੇ ਅਮਨ ਕਾਨੂੰਨ ਤੇ ਪੰਜਾਬ ਦੀ ਸ਼ਾਂਤੀ ਬਹੁਤ ਜ਼ਰੂਰੀ ਆ, ਜਿਹੜੀ ਕਿ ਸਮਾਂ ਰਹਿੰਦੇ ਆ ਪੰਜਾਬ ਗਵਰਨਮੈਂਟ ਨੂੰ ਦੇਖਣ ਦੀ ਲੋੜ ਸੀ। ਅੱਜ ਆਪਾਂ ਕੁਝ ਇਹੋ ਜਿਹੇ ਖਤਰਨਾਕ ਮਨਸੂਬਿਆਂ ਦੇ ਤਹਿਤ ਪੰਜਾਬ ਦੇ ਆਵਾਮ ਨੂੰ ਅਸੀਂ ਅੱਗ 'ਚ ਤਾਂ ਨਹੀਂ ਨਾ ਝੋਕ ਸਕਦੇ। ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣ ਦੇ ਲਈ ਪੰਜਾਬ ਦੇ ਜਦੋਂ BSF ਨੂੰ 50 ਕਿਲੋਮੀਟਰ ਦਾ ਦਾਇਰਾ ਦਿੱਤਾ ਗਿਆ ਸੀ, ਉਹ ਇਸੇ ਕਰਕੇ ਦਿੱਤਾ ਗਿਆ ਸੀ ਨਾ, ਕੋਈ ਇਦਾਂ ਦੀਆਂ ਮੁਲਕ ਵਿਰੋਧੀ ਗਤੀਵਿਧੀਆਂ ਨਾ ਹੋਣ, ਸਰਹੱਦਾਂ ਦੇ ਉੱਤੇ ਉਹਨਾਂ ਨਜ਼ਰ ਵੀ ਰੱਖਣੀ ਸੀਗੀ। ਜੇ ਉਹ ਕੁਝ ਨਹੀਂ ਸੀ ਕਰ ਸਕਦੇ, ਇਤਲਾਹ ਤਾਂ ਘੱਟੋ ਘੱਟ ਕੀਤੀ ਜਾ ਸਕਦੀ ਸੀ ਨਾ। ਦੇਖੋ, ਜਿਹੜੇ ਅੰਮ੍ਰਿਤਪਾਲ ਦਾ ਉਸ 50 ਮੀਟਰ ਦੇ ਦਾਇਰੇ ਦੇ ਨਾਲ ਕੋਈ ਸਬੰਧ ਨਹੀਂ ਸੀਗਾ। ਅੰਮ੍ਰਿਤਪਾਲ ਅਗਰ ਜੋਸ਼ ਦੇ ਵਿੱਚ ਆਇਆ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਮਾਂ ਰਹਿੰਦਿਆਂ ਉਸ ਉੱਤੇ ਪਕੜ ਕਰਨ ਦੀ ਲੋੜ ਸੀ। ਅਗਰ ਪਤਾ ਲੱਗ ਰਿਹਾ ਸੀਗਾ, ਜਿਵੇਂ ਨਰਿੰਦਰ ਜੀ ਨੇ ਹੁਣ ਕਿਹਾ ਕਿ ਹੁਣ ਕਿੰਨਾ ਕੁਝ ਆ ਗਿਆ,
ਕਿ ਪਤਾ ਲੱਗਣ ਲੱਗ ਗਿਆ ਕਿ ਆਨੰਦਪੁਰ ਖਾਲਸਾ ਜਿਹੜੀ ਫੋਰਸ ਵੀ ਬਣਦੀ ਪਈ ਸੀ। ਤੁਹਾਡਾ ਇਹ ਵੀ ਕਹਿਣ ਪਤਾ ਤੋਂ ਲੱਗ ਗਿਆ ਭਾਵ ਕਿ ਇਹ ਸਭ ਸਾਰੇ ਸਮਾਂ ਸੀਨ ਲਈ ਭਗਵੰਤ ਮਾਨ ਇਕੱਲੇ ਜ਼ਿੰਮੇਵਾਰ ਹੈ, ਤੁਸੀਂ ਇਹ ਗੱਲ ਕਹਿ ਰਹੇ ਹੋ, ਹਨਾ ਗਗਨ ਜੀ? ਜਵਾਬ ਦਿਓ। ਜਦੋਂ ਉਹ ਹੋਮ ਮਿਨਿਸਟਰ ਨੇ, ਦੇਖੋ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵੀ ਕਿੰਨਾ ਚਿਰ ਦਾ ਰੌਲਾ ਪੈ ਰਿਹਾ ਵਾ ਪੰਜਾਬ ਦੇ ਵਿੱਚ, ਅੱਜ ਦੀ ਗੱਲ ਨਹੀਂ ਆ। ਨਹੀਂ ਕਮਲ ਜੀ ਜਵਾਬ ਲੈ ਲਓ, ਤੁਸੀਂ ਸਵਾਲ ਪਾਤਾ, ਤੁਸੀਂ ਇਲਜ਼ਾਮ ਲਾਤਾ, ਪਰ ਗਗਨ ਜੀ ਇੱਕ ਮਿੰਟ, ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਵਾ, ਜਿੱਦਣ ਨੰਗਲ ਅੰਬੀਆਂ ਦਾ ਕਤਲ ਹੁੰਦਾ ਵਾ, ਉਦੋਂ ਦੇ ਇਹ ਸੁੱਤੇ ਹੋਏ ਸੀਗੇ। ਆਖਿਰ ਕਿਹੜੀ ਇਹੋ ਜਿਹੀ ਵਜ੍ਹਾ ਨੇ ਕਿ ਇਹ ਕਾਨੂੰਨ ਨੂੰ ਜਿਹੜਾ ਸੀਗਾ ਉਹ ਚਿੱਕੇ ਤੇ ਟੰਗ ਕੇ ਆਪ ਹਰ ਵਾਰੀ ਉਹ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਸਹੀ ਹੈ, ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਸਹੀ ਆ। ਕਿਸ ਤਰ੍ਹਾਂ ਸਹੀ ਆ? ਘੱਟੋ ਘੱਟ ਤੁਸੀਂ ਬਰੀਕੀ ਦੇ ਨਾਲ ਦੇਖੋ ਨਾ। ਜਵਾਬ ਲੈ ਲਓ। ਆਰਟੀਕਲ ਨੰਬਰ 355 ਸਾਡੇ ਸੰਵਿਧਾਨ ਦਾ ਕੀ ਕਹਿੰਦਾ ਹੈ ਕਿ ਜਦੋਂ ਵੀ ਇੰਟਰਨਲ ਸਿਕਿਉਰਿਟੀ ਦੀ ਪ੍ਰੋਬਲਮ ਹੋਊਗੀ ਉਹਦੇ ਵਿੱਚ ਕੇਂਦਰ ਦੀ ਸਰਕਾਰ ਵੀ ਜ਼ਿੰਮੇਦਾਰ ਹੈਗੀ ਹੈ। ਐਂਡ ਜੇ ਤੁਸੀਂ ਪੰਜਾਬ ਨੂੰ ਦੇਖਦੇ ਹੋ, ਪੰਜਾਬ ਇੱਕ ਇਸ ਤਰ੍ਹਾਂ ਦੀ ਸਟੇਟ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਸ਼ੇਅਰ ਕਰਦੀ ਹੈ, ਤੇ ਅੰਮ੍ਰਿਤਪਾਲ ਨੂੰ ਤੁਸੀਂ ਕਹਿ ਰਹੇ ਹੋ ਉਹਨੂੰ ਪਾਕਿਸਤਾਨ ਤੋਂ ਸ਼ਹਿ ਮਿਲ ਰਹੀ ਹੈ, ਉਹਨੂੰ ਪਾਕਿਸਤਾਨ ਤੋਂ ਸਪੋਰਟ ਮਿਲ ਰਹੀ ਹੈ, ਕਿ NIA ਦੀ ਕੋਈ ਰਿਸਪੌਂਸਿਬਿਲਿਟੀ ਨਹੀਂ, ਕਿ ਸੈਂਟਰ ਦੀ ਏਜੰਸੀਜ਼ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ, ਡਿਫੈਂਸ ਮਿਨਿਸਟਰੀ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ, ਹੋਮ ਮਿਨਿਸਟਰੀ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ, ਤੁਸੀਂ ਤਾਂ ਪੂਰਾ ਪੱਲਾ ਝਾੜ ਗਏ। ਐ ਨਾ ਕਰੋ। ਬਾਕੀ ਮੈਂ ਤੁਹਾਨੂੰ ਦੱਸਣਾ ਚਾਹਣਾ, ਤੁਸੀਂ ਆਰਟੀਕਲ 355 ਦਾ ਹਵਾਲਾ ਦੇ ਕੇ ਇੱਕ ਮਿੰਟ ਤੁਸੀਂ NIA ਨੂੰ ਤਾਕਤਾਂ ਦਿੱਤੀਆਂ, NIA ਅਰੈਸਟ ਕਰ ਸਕਦੀ ਹੈ। ਜੇ ਤੁਹਾਨੂੰ ਪਤਾ ਇੰਨਾ ਤਕੜਾ ਨੈਕਸਸ ਡਿਵੈਲਪ ਹੋ ਰਿਹਾ ਅਕ੍ਰੋਸ ਦਾ ਬਾਰਡਰ, ਤੇ ਸੈਂਟਰ ਦੀ ਏਜੰਸੀਆਂ ਕੀ ਕਰ ਰਹੀਆਂ ਸੀ? ਬੀਜੇਪੀ ਸੁੱਤੀ ਪਈ ਸੀਗੀ, ਬੀਜੇਪੀ ਨੇ ਕਿਉਂ ਨਹੀਂ ਐਕਸ਼ਨ ਲਿਆ? ਜੇ ਬੀਜੇਪੀ ਨਾਗਾਲੈਂਡ 'ਚ, ਮਿਜ਼ੋਰਮ 'ਚ, ਮੇਘਾਲਿਆ 'ਚ ਐਕਸ਼ਨ ਲੈ ਸਕਦੀ ਹੈ ਤੇ ਪੰਜਾਬ 'ਚ ਕਿਉਂ ਨਹੀਂ ਲਿਆ ਐਕਸ਼ਨ? ਤੁਸੀਂ ਦੱਸੋ, ਬੀਜੇਪੀ ਦੀ ਰਿਸਪੌਂਸਿਬਿਲਿਟੀ ਕਿਉਂ ਨਹੀਂ ਪਿਨ ਪੁਆਇੰਟ ਹੋ ਰਹੀ? ਬੀਜੇਪੀ ਨੇ ਕਿਉਂ ਨਹੀਂ, IB ਦੀ ਏਜੰਸੀਜ਼ ਨੇ ਔਰ ਹੋਰ ਏਜੰਸੀਜ਼ ਨੇ ਕਿਉਂ ਨਹੀਂ ਇਸ ਚੀਜ਼ ਨੂੰ ਹਾਈਲਾਈਟ ਕੀਤਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਖਰਾਬ ਹੋ ਰਹੀ ਹੈ? ਤੁਸੀਂ ਇਲਜ਼ਾਮ ਲਾਅ ਐਂਡ ਜਿਹੜਾ ਅੰਮ੍ਰਿਤਪਾਲ ਦੀ ਸਿਚੁਏਸ਼ਨ, ਦਿਸ ਇਜ਼ ਨਾਟ ਅ ਲਾਅ ਐਂਡ ਆਰਡਰ ਪ੍ਰੋਬਲਮ, ਦਿਸ ਇਜ਼ ਨਾਟ ਅ ਲਾਅ ਐਂਡ ਆਰਡਰ ਪ੍ਰੋਬਲਮ, ਦਿਸ ਇਜ਼ ਅ ਪ੍ਰੋਬਲਮ ਕਨੈਕਟਡ ਵਿਦ ਟੈਰਰਿਜ਼ਮ ਵਿਦ ਰਿਸਪੈਕਟ ਟੂ ਕ੍ਰਾਸ ਬਾਰਡਰ ਦੇ ਨਾਲ ਜੁੜਿਆ ਹੋਇਆ ਆਤੰਕਵਾਦੀ ਸਿਸਟਮ ਹੈ ਇਹ ਵਾਲਾ। ਇਹਦੇ ਵਿੱਚ ਦੇਸ਼ ਦੇ ਅਗੇਂਸਟ ਜਾ ਰਿਹਾ ਉਹ ਬੰਦਾ, ਤੇ ਜਿਹੜੀਆਂ ਵੀ ਡਿਟੈਂਸ਼ਨ ਕਰ ਰਹੇ ਆ, ਸਾਰਾ ਕੁਝ ਕਰ ਰਹੇ ਆ, ਪ੍ਰੋਟੈਕਸ਼ਨ ਵਾਸਤੇ ਕਰ ਰਹੇ ਆ। ਸੈਂਟਰ ਦੀ ਏਜੰਸੀਜ਼ ਕਿੱਥੇ ਸੀਗੀਆਂ? ਤੁਸੀਂ ਸਾਰਾ ਇਲਜ਼ਾਮ ਸਾਡੇ ਤੇ ਲਾ ਦੇਣ। ਏਜੰਸੀਜ਼ ਦੀ ਤੁਹਾਨੂੰ ਗੱਲ ਕਰਦੀ ਆ, ਜਿਸ ਦਿਨ ਨੰਗਲ ਅੰਬੀਆਂ ਦਾ ਕਤਲ ਹੁੰਦਾ ਹੈ, ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ, ਉਦੋਂ ਤੋਂ ਹੀ ਸੈਂਟਰ ਦੀਆਂ ਏਜੰਸੀਜ਼ ਜਿਹੜੀਆਂ ਨੇ ਉਹ ਪੰਜਾਬ ਦੀ ਗਵਰਨਮੈਂਟ ਨੂੰ ਵਾਰਨਿੰਗ ਦੇ ਰਹੀਆਂ ਸੀ। ਦੂਸਰੀ ਹੁਣ ਤੁਸੀਂ ਚੁੱਪ ਕਰੋ, ਹੁਣ ਆਪਣੇ ਸਵਾਲ ਦਾ ਜਵਾਬ ਦਿਓ। ਤੁਸੀਂ ਹੁਣ ਆਪਣੇ ਸਵਾਲ ਦਾ ਪਹਿਲਾਂ ਮੇਰਾ ਵੀਰ ਜਵਾਬ ਲਓ। ਤੁਸੀਂ ਗੱਲ ਕਰ ਲਈ ਨਾ, ਤੁਹਾਨੂੰ ਇੰਟਰਨਲ ਸਿਕਿਉਰਿਟੀ, ਪਹਿਲਾਂ ਮੈਨੂੰ ਜਵਾਬ ਦੇ ਲੈਣ ਦਿਓ। ਤੁਹਾਨੂੰ ਇੰਟਰਨਲ ਸਿਕਿਉਰਿਟੀ ਤੁਸੀਂ ਹੁਣ ਸਵਾਲ ਰਾਈਜ਼ ਕਰ ਦਿੱਤਾ ਨਾ, ਉਹਦੀ ਜਿਹੜਾ ਤੁਸੀਂ ਆਨਸਰ ਲਓ ਨਾ। ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਕਿ ਲਾਅ ਐਂਡ ਆਰਡਰ ਕੀ ਹੁੰਦਾ ਤੇ ਇੰਟਰਨਲ ਸਿਕਿਉਰਿਟੀ ਦੀ ਪ੍ਰੋਬਲਮ ਕੀ ਹੁੰਦੀ ਆ। ਨਾ ਤੁਸੀਂ ਮੈਨੂੰ ਆਰਟੀਕਲ 355 ਦੱਸੋ। ਤੁਸੀਂ ਆਪਦੀ ਬੀਜੇਪੀ ਵਾਸਤੇ ਤੁਸੀਂ ਚੁੱਪ ਕਰ ਗਏ ਹੋ। ਲਾਅ ਐਂਡ ਆਰਡਰ ਆਰਟੀਕਲ 355 ਕੀ ਕਹਿੰਦਾ ਦੱਸੋ ਮੈਨੂੰ। ਤੁਹਾਡੇ ਕੋਲ ਪੈਰਾਮਿਲਟਰੀ ਫੋਰਸਿਸ ਗਿੱਧਾ ਪਾਉਣ ਵਾਸਤੇ ਰੱਖੀਆਂ ਵੀਆਂ, ਦੱਸੋ ਮੈਨੂੰ। Shame on you, like when you are saying ਕਿ paramilitary forces ਗਿੱਧਾ ਪਾਉਣ ਲਈ ਰੱਖੀਆਂ ਹੋਈਆਂ ਨੇ। ਦੇਖੋ, ਅਗਰ ਤੁਸੀਂ ਪੰਜਾਬ ਪੁਲਿਸ ਤੇ ਤੁਸੀਂ ਸਵਾਲ ਕਰ ਰਹੇ ਹੋ, ਜਿਹੜੀ ਭਾਸ਼ਾ ਦੀ ਮਰਿਆਦਾ ਹੈ ਉਹ ਤੁਹਾਨੂੰ ਸਮਝ ਹੋਣੀ ਚਾਹੀਦੀ ਆ। ਤੁਸੀਂ BSF, ਤੁਸੀਂ ਬਾਰਡਰ ਸਿਕਿਉਰਿਟੀ ਫੋਰਸਿਸ ਨੂੰ ਸਵਾਲ ਚੱਕ ਰਹੇ ਹੋ। ਸਾਰੀ ਡਿਬੇਟ ਦੇ ਵਿੱਚ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਸਵਾਲ ਚੱਕਿਆ। ਇਜ਼ ਇਟ ਰਾਈਟ? ਤੁਸੀਂ ਪੰਜਾਬ ਪੁਲਿਸ ਨੂੰ ਕੁਐਸਚਨ ਕਰ ਰਹੇ ਹੋ ਕਿ ਪੰਜਾਬ ਪੁਲਿਸ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ। ਤੁਸੀਂ ਸਾਡੀਆਂ ਫੋਰਸਿਸ ਦੇ ਉੱਤੇ ਸਵਾਲ ਉਠਾ ਰਹੇ ਹੋ ਕਿ ਸਾਡੀਆਂ ਫੋਰਸਿਸ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ, ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਕੰਮ ਨਹੀਂ ਕਰ ਰਹੀਆਂ। ਕੀ ਤੁਸੀਂ ਹੁਣ ਆਪਣੇ ਸਵਾਲ ਖਤਮ ਕਰੋਗੇ? ਰਿਸਪੌਂਸਿਬਿਲਿਟੀ ਹੈ ਨਹੀਂ ਤੁਹਾਡੀ, ਮੈਨੂੰ ਦੱਸੋ। ਠੀਕ ਹੈ, ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਹੈ, ਸਿਕਿਉਰਿਟੀ ਦੇ ਮੁਤਲਕ ਸੈਂਟਰ ਗਵਰਨਮੈਂਟ ਨੇ ਉਸ ਚੀਜ਼ ਨੂੰ ਅਨਾਉਂਸ ਕੀਤਾ ਸੀ ਕਿ ਇੱਥੇ ਥ੍ਰੈਟ ਪਰਸੈਪਸ਼ਨ ਹੈ। ਦੇਖੋ, ਪਹਿਲੇ ਫਰਮ ਦਾ ਫਸਟ ਡੇ ਸੈਂਟਰ ਗਵਰਨਮੈਂਟ ਜਿਹੜੀਆਂ ਏਜੰਸੀਜ਼ ਨੇ ਉਹ ਅਲਰਟ ਕਰ ਰਹੀਆਂ ਨੇ ਪੰਜਾਬ ਗਵਰਨਮੈਂਟ ਨੂੰ। ਦੂਸਰੀ ਗੱਲ, ਪੰਜਾਬ ਗਵਰਨਮੈਂਟ ਦੇ ਖੁਦ ਦੇ ਅਧਿਕਾਰ ਖੇਤਰ ਨੇ ਕਿ ਉਹ ਕਿਸੇ ਵੀ ਸੂਬੇ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ, ਅਗਰ ਉੱਥੇ ਹੋਮ ਮਿਨਿਸਟਰ ਨੇ ਤੇ ਉਹਨਾਂ ਦੇ ਅਧਿਕਾਰ ਖੇਤਰ ਹੇਠ ਆਉਂਦੀ ਆ। ਦੂਸਰੀ ਗੱਲ, ਜਿਹੜੀ ਤੁਸੀਂ 355 ਆਰਟੀਕਲ ਦੀ ਗੱਲ ਕਰਦੇ ਪਏ ਹੋ, ਤੇ ਤੁਸੀਂ ਇੱਕ ਗੱਲ ਕਿੰਨੀ ਮਤਲਬ ਮੈਂ ਇਹਨੂੰ ਕਹੂੰਗੀ ਕਿ ਭਾਸ਼ਾ ਦੀ ਮਰਿਆਦਾ ਪੋਲੀਟੀਸ਼ੀਅਨ ਦੇ ਹੋਣੀ ਚਾਹੀਦੀ ਆ। ਤੁਸੀਂ ਕਹਿੰਦੇ ਹੋ ਬਾਰਡਰ ਸਿਕਿਉਰਿਟੀ ਫੋਰਸਿਸ ਗਿੱਧਾ ਪਾਉਣ ਨੂੰ ਰੱਖੀਆਂ ਨੇ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਗੱਲ ਨੂੰ ਕਰਦੇ ਆ, ਬਾਰਡਰ ਸਿਕਿਉਰਿਟੀ ਫੋਰਸਿਸ ਸਾਡੇ ਸਰਹੱਦਾਂ ਦੇ ਉੱਤੇ ਗਿੱਧਾ ਨਹੀਂ ਪਾ ਰਹੀਆਂ। ਮੈਂ ਖੁਦ ਪਾਸੇ ਜਾ ਕੇ ਦੇਖੋ, ਬਾਰਡਰ ਸਿਕਿਉਰਿਟੀ ਫੋਰਸਿਸ ਦੀ ਵਜ੍ਹਾ ਕਰਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਬੈਠੇ ਹੋਏ ਹੋ। ਲੇਕਿਨ ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਹੋ ਕਿ ਬਾਰਡਰ ਸਿਕਿਉਰਿਟੀ ਫੋਰਸਿਸ ਗਿੱਧਾ ਪਾਉਣ ਨੂੰ ਰੱਖੀਆਂ ਨੇ? ਮੈਡਮ, ਨੋ, ਮੇਰੀ ਗੱਲ ਸੁਣੋ। ਦੇਖੋ,
told. What is the concept of ਮਰਿਆਦਾ ਨੂੰ accountability? ਕੰਟਰੋਲ ਕਰੋ। No. ਤੁਸੀਂ ਵੀ ਮਰਿਆਦਾ ਜੋ ਵੀ ਅੱਜ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਲਾ ਰਹੇ ਹੋ। ਤੁਸੀਂ ਬਿਲਕੁਲ ਪੰਜਾਬ ਪੁਲਿਸ ਦੇ ਉੱਤੇ ਇਲਜ਼ਾਮ ਲਾ ਰਹੇ ਹੋ। ਤੁਸੀਂ ਪੰਜਾਬ ਵਿਸ਼ਵ ਅੱਜ ਜਾਣ ਗਿਆ ਹੈ ਕਿ ਤੁਹਾਡੀ ਵਜ੍ਹਾ ਦੇ ਕਰਕੇ ਤੁਸੀਂ ਜਿੰਨੀ ਰਿਲੈਕਸੇਸ਼ਨ ਪੰਜਾਬ ਦੇ ਵਿੱਚ ਦੇ ਰੱਖੀ ਸੀ ਨਾ, ਉਹਦੀ ਵਜ੍ਹਾ ਕਰਕੇ ਅੱਜ ਪੰਜਾਬ ਨੂੰ ਤੁਸੀਂ ਪੂਰੇ ਸੂਬਿਆਂ ਦੇ ਵਿੱਚ ਬਦਨਾਮ ਕਰਕੇ ਰੱਖਦਾ। ਅੱਜ ਤੁਸੀਂ ਬਾਰਡਰ ਸਿਕਿਉਰਿਟੀ ਫੋਰਸਿਸ ਨੂੰ ਕਹਿ ਰਹੇ ਹੋ, ਦੇਖੋ ਕਿੰਨੀ ਹਾਸੋਹੀਣੀ ਗੱਲ, ਕਿੰਨੀ ਸ਼ਰਮ ਦੀ ਗੱਲ। ਮੈਡਮ ਆਪ ਤੁਸੀਂ ਪੰਜਾਬ ਪੁਲਿਸ ਦੇ ਉੱਤੇ ਐਕਸ਼ਨ ਤੁਸੀਂ ਚੁੱਕੀ ਜਾ ਰਹੇ ਹੋ। ਤੁਸੀਂ ਕਹਿ ਰਹੇ ਪੰਜਾਬ ਪੁਲਿਸ ਕੰਮ ਨਹੀਂ ਕਰ ਰਹੀ, ਤੁਸੀਂ ਕਹਿ ਰਹੇ ਪੰਜਾਬ ਪੁਲਿਸ ਨੇ ਵਿਗਾੜਤੀ ਸਿਚੁਏਸ਼ਨ ਸਾਰੀ। ਸੰਧੂ ਸਾਹਿਬ, ਇਹ ਜਿਹੜੀ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਦੀ ਗੱਲਬਾਤ ਤੁਸੀਂ ਸਾਰੀ ਸੁਣੀ ਹੈ, ਉਹ ਇੱਕ ਦੂਸਰੇ ਦੇ ਉੱਤੇ ਪੱਲਾ ਝਾੜ ਦੇਣਾ ਤੇ ਜਿਸ ਦੌਰ 'ਚੋਂ ਪੰਜਾਬ ਲੰਘ ਰਿਹਾ ਤੇ ਉਹਦੇ ਨਾਲ ਇਹ ਸਾਰਾ ਮਸਲਾ ਹੱਲ ਹੋ ਜਾਊਗਾ? ਨਹੀਂ ਗਗਨ ਜੀ, ਮੈਨੂੰ ਵੈਸੇ ਇਹਨਾਂ ਦੋਨਾਂ ਤੋਂ ਇਹ ਉਮੀਦ ਨਹੀਂ ਸੀ। ਦੇਖੋ ਗੱਲ ਇਹ ਆ ਵੀ ਇਹ ਦੋਵੇਂ ਪਾਰਟੀਆਂ ਦੇ ਬੁਲਾਰੇ, ਭਾਵੇਂ ਬੀਜੇਪੀ ਵਾਲੇ ਨੇ ਤੇ ਭਾਵੇਂ ਆਮ ਆਦਮੀ ਦੇ ਨੇ। ਦੇਖੋ ਬੀਜੇਪੀ ਵਾਲੇ ਇੰਡੀਆ ਦੇ ਵਿੱਚ ਰਾਜ ਕਰਨਾ ਚਾਹੁੰਦੇ ਆ ਬਾਈ ਹੁੱਕ ਔਰ ਬਾਈ ਕਰੁੱਕ। ਤੁਸੀਂ ਵੇਖਿਆ ਮਤਲਬ ਲੋਕਤੰਤਰ ਦਾ ਗਲਾ ਹੀ ਘੁੱਟਿਆ ਜਾ ਰਿਹਾ। ਤੁਸੀਂ ਦੇਖਿਆ ਵੀ ਰਾਹੁਲ ਗਾਂਧੀ ਜੀ ਦੀ ਸਦੱਸਿਅਤਾ ਹੀ ਸਮਾਪਤ ਕਰਨ ਨੂੰ ਪਈ। ਮਤਲਬ ਤੁਸੀਂ ਇਸ ਤੋਂ ਵੱਧ ਕੀ ਜਾਓਗੇ? ਲੋਕਤੰਤਰ ਦਾ ਘਾਣ ਹੋ ਗਿਆ। ਸਾਰੇ ਜਿਹੜੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ, ਤੇ ਆਮ ਆਦਮੀ ਪਾਰਟੀ ਵਾਲੇ ਵਿੱਚ ਕਨਵੀਨਰ ਇਕੱਠੇ ਹੋ ਕੇ ਕਹਤੇ ਵੀ ਇਹ ਨਹੀਂ, ਬਾਦਲ ਸਾਹਿਬ ਨੇ ਕਹਤਾ ਵੀ ਨਹੀਂ, ਇਹ ਨਹੀਂ ਚਾਹੀਦਾ ਲੋਕਤੰਤਰ ਦੇ ਹੱਥ। ਜਿੰਨਾ ਚਿਰ ਵਿਪਕਸ਼ ਨਹੀਂ ਹੋਊਗਾ ਉਹਨਾਂ ਚਿਰ ਪਕਸ਼ ਦਾ ਕੀ ਫਾਇਦਾ? ਇੰਡੀਆ ਵਾਲੇ ਇਹ ਚਾਹੁੰਦੇ, ਬੀਜੇਪੀ ਵਾਲੇ ਹਰੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ। ਇਹ ਵੀ ਜਿਵੇਂ ਉਹ ਈਡੀ ਨਾਲ ਡਰਾਉਂਦੇ ਨੇ, ਇਹ ਵਿਜੀਲੈਂਸ ਨਾਲ ਡਰਾ ਕੇ ਬੰਦੇ ਨੂੰ ਡਰਾਈ ਜਾਂਦੇ ਨੇ, ਜਾਂ ਕਹਿੰਦੇ ਨੇ ਜੀ ਤੁਸੀਂ ਇਹਨਾਂ ਅੰਦਰ ਸ਼ਾਮਲ ਹੋ ਜਾਓ, ਜੇ ਨਹੀਂ ਸ਼ਾਮਲ ਹੋਣਾ ਤੇ ਬੀਜੇਪੀ ਵਾਲਾ ਹਾਲ ਆ, ਨਹੀਂ ਤੇ ਫਿਰ ਤਿਆਰ ਰਹੋ ਵਿਜੀਲੈਂਸ ਤੇ। ਕੀ ਕਰੋਗੇ ਤੁਸੀਂ? ਵਿਜੀਲੈਂਸ ਦੇ ਪਰਚੇ ਪਾਈ ਜਾਂਦੇ ਜੀ, ਤਾਈ ਜਾਓ। ਕੋਈ 6 ਮਹੀਨੇ ਬਾਅਦ ਆ ਰਿਹਾ, ਕੋਈ 7 ਮਹੀਨੇ ਬਾਅਦ ਬਾਹਰ ਆਈ ਜਾ ਰਿਹਾ। ਦੱਸੋ ਨਾ, ਆਸ਼ੂ ਜੀ ਵੀ ਬਾਹਰ ਆ ਗਏ, ਸਾਡਾ ਦਿਨੇਸ਼ ਵਸੀ ਉਹ ਵੀ ਬਾਹਰ ਆ ਗਏ। ਮਤਲਬ ਤੁਸੀਂ ਲੋਕਾਂ ਨੂੰ ਡਰਾਓਗੇ, ਤੁਸੀਂ ਸੁਸ਼ਾਸਨ ਦਿਓ। ਮਾਨ ਸਾਹਿਬ ਆਂਦੇ ਨੇ ਪ੍ਰੋਗਰੈਸਿਵ ਰਾਜਨੀਤੀ ਕਰੋ ਨਾ। ਤੁਸੀਂ ਲੋਕਾਂ ਨੂੰ ਸਕੂਲ ਆਫ ਐਮੀਨੈਂਸ ਦੇ ਦਿੱਤੇ। ਮੈਂ ਤੁਹਾਨੂੰ ਖੁੱਲ ਕੇ ਦੱਸਦਾ, ਸਕੂਲ ਆਫ ਐਮੀਨੈਂਸ ਤੁਸੀਂ ਜਾ ਕੇ ਵੇਖੋ ਤੇ ਸਹੀ। ਉਹਨਾਂ ਨੂੰ ਪ੍ਰਿੰਸੀਪਲ ਨੂੰ ਮੈਂ ਗੱਲ ਕੀਤੀ, ਉਹਨਾਂ ਨੇ ਪ੍ਰਿੰਸੀਪਲ ਨੂੰ ਜਾ ਕੇ ਧੱਕੇ ਨਾਲ ਜ਼ਬਰਦਸਤੀ ਕਹਿ ਰਹੇ ਆ ਵੀ ਇੰਨੇ ਤਾਂ ਅਸੀਂ ਜਿਹੜੇ ਬੱਚੇ ਉਹ ਦਾਖਲ ਕਰਨੇ ਆ, ਜਿੱਥੋਂ ਮਰਜ਼ੀ ਲਿਆਓ। ਜਿਹੜੇ ਛੱਡ ਗਏ ਨੇ ਉਹਨਾਂ ਨੂੰ ਵੀ ਲਿਆਓ, ਭਾਵੇਂ 4 ਸਾਲ ਪੁਰਾਣੇ ਬੱਚੇ ਉਹਨਾਂ ਨੂੰ ਵੀ ਲਿਆਓ, ਜਿੱਥੋਂ ਮਰਜ਼ੀ ਲਿਆਓ। ਸਾਨੂੰ ਨਹੀਂ ਪਤਾ ਲਿਆ ਕੇ ਕੀ ਨਹੀਂ ਸੰਧੂ ਸਾਹਿਬ, ਜੇ ਕਵਲ ਜੀ ਨੇ ਸਵਾਲ ਪੰਜਾਬ ਪੁਲਿਸ ਦੇ ਉੱਤੇ ਚੁੱਕਿਆ ਤਾਂ ਗਗਨ ਜੀ ਨੇ ਸੈਂਟਰਲ ਏਜੰਸੀਆਂ ਦੇ ਉੱਤੇ ਸਵਾਲ ਖੜਾ ਕੀਤਾ ਵੀ ਕੀ ਉਹ ਸੌਂ ਰਹੀਆਂ ਸੀ, ਉਹ ਕਿੱਥੇ ਸੀ, ਹਨਾ? ਤੇ ਗੱਲ ਇਹ ਹੈ ਵੀ ਅਸੀਂ ਤਾਂ ਇਸ ਨੂੰ ਇੱਕ ਮੁਲਕ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਦੀ ਗੱਲ ਕਰਦੇ ਹਾਂ। ਫਿਰ ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਸਵਾਲ ਉੱਠ ਰਹੇ ਆ, ਮੈਂ ਤਾਂ ਉਸ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਵੀ ਕੀ ਉਹ ਗੱਲਾਂ ਜਿਹੜੀਆਂ ਲੋਕਾਂ ਦੇ ਸੰਸੇ ਆ, ਲੋਕਾਂ ਦੀਆਂ ਜਿਹੜੇ ਖਦਸ਼ੇ ਆ, ਕੀ ਉਹ ਸਹੀ ਹੈ ਵਾਕਈ? ਜੋ ਜੀ ਤੁਹਾਨੂੰ ਮੈਂ ਰਿਐਲਿਟੀ ਚੈੱਕ ਦੱਸਾਂ, ਮਤਲਬ ਕਿਸੇ ਦੀ ਨਹੀਂ ਗੱਲ, ਮੇਰੀ ਖੁਦ ਦੀ ਗੱਲ ਹੈ ਔਰ ਦੂਰ ਦੀ ਨਹੀਂ ਗੱਲ। ਪਰਸੋਂ ਦੀ ਮੈਂ 2-3 ਦਿਨ ਪਹਿਲਾਂ ਕੋਈ ਕੰਮ ਸੀ ਮੈਨੂੰ, ਤੇ ਮੈਂ ਡਲਹੌਜ਼ੀ ਗਿਆ, ਅੰਮ੍ਰਿਤਸਰ ਤੋਂ ਮੈਂ ਡਲਹੌਜ਼ੀ ਗਿਆ, ਤੇ ਅੰਮ੍ਰਿਤਸਰ ਤੋਂ ਡਲਹੌਜ਼ੀ ਤੋਂ ਮੈਂ ਵਾਪਸ ਆਇਆ। ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾ ਕੇ ਕਹਿੰਦਾ, ਅੰਮ੍ਰਿਤਸਰ ਤੋਂ ਲੈ ਕੇ ਡਲਹੌਜ਼ੀ ਜਾਣ ਤੋਂ ਲੈ ਕੇ ਮੈਨੂੰ ਵਾਪਸ ਆਉਣ ਤੱਕ ਕਿਸੇ ਨਾਕੇ ਤੇ ਨਹੀਂ ਰੋਕਿਆ ਗਿਆ, ਕਿਸੇ ਨੇ ਨਹੀਂ ਪੁੱਛਿਆ। ਹਾਲਾਂਕਿ ਠੀਕ, ਅਸੀਂ ਤੇ ਸਪੋਕਸਪਰਸਨ ਇੱਥੇ ਫੈਮਿਲੀ ਨਾਲ ਗਏ ਸੀ। ਮਤਲਬ ਇਸ ਤਰ੍ਹਾਂ ਹੀ ਲੋਕ ਵੀ ਨਿਕਲ ਸਕਦੇ ਨੇ। ਤੁਸੀਂ ਕਹਿ ਰਹੇ ਹੋ ਵੀ ਪੰਜਾਬ ਤੋਂ ਲੈ ਕੇ ਨੇਪਾਲ ਤੱਕ ਤਾਂ ਹਾਈ ਅਲਰਟ ਆ। ਗਗਨ ਜੀ, ਕਿਹੜਾ ਹਾਈ ਅਲਰਟ? ਕਿਸੇ ਨੇ ਨਹੀਂ ਰੋਕਿਆ ਸਾਨੂੰ ਜ਼ਿਲ੍ਹਿਆਂ ਦੀ ਬਾਰਡਰ ਤੇ ਨਹੀਂ ਰੋਕਿਆ ਗਿਆ, ਸਾਨੂੰ ਸਟੇਟ ਦੇ ਬਾਰਡਰ ਤੇ ਨਹੀਂ ਰੋਕਿਆ ਗਿਆ। ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿੱਥੇ ਚੱਲੇ ਜੇ, ਕਿੱਥੇ ਆਉਂਦੇ ਜੇ। ਆਪਣੀ ਪਿੱਠ ਥਪਥਪਾਓ ਨਾ। ਮੈਂ ਪੰਜਾਬ ਦਾ ਹਿਤੈਸ਼ੀ ਹਾਂ, ਮੈਂ ਵੈਰੀ ਨਹੀਂਗਾ, ਮੈਂ ਵਿਰੋਧੀ ਨਹੀਂਗਾ। ਮੈਂ ਤੁਹਾਡੇ ਨੂੰ ਇੱਕ ਦੂਜੇ ਤੋਂ ਦੂਸ਼ਣਬਾਜ਼ੀ ਨਹੀਂ ਲਾਉਣੀ। ਮੈਂ ਪ੍ਰੋਗਰੈਸਿਵ ਡਿਬੇਟ ਕਰਦਾ। ਪੰਜਾਬ ਦੀ ਜਿੱਥੇ ਗੱਲ ਆਏਗੀ ਮੈਂ ਸਿਰ ਝੁਕਾ ਕੇ ਗੱਲ ਕਰੂੰਗਾ। ਤੁਸੀਂ ਇਸ ਤਰ੍ਹਾਂ ਨਾ ਕਹੋ, ਜੇ ਪ੍ਰੋਗਰੈਸਿਵ ਗੱਲ ਕਰਨੀ ਹੈ ਤਾਂ ਪ੍ਰੋਗਰੈਸਿਵ ਗੱਲ ਕਰੋ, ਇੱਕ ਦੂਜੇ ਦੀ ਦੂਸ਼ਣਬਾਜ਼ੀ ਨਹੀਂ ਲਾਈਦੀ। ਪਰ ਮੈਂ ਸੱਚੀ ਗੱਲ ਕਰ ਰਿਹਾ। ਤੁਸੀਂ ਸਕੂਲ ਚਲੋ ਮੈਂ ਤੁਹਾਡੇ ਗਗਨ ਜੀ ਕੁਝ ਕਹਿਣਾ ਚਾਹੁੰਦੇ, ਤੁਹਾਡੀ ਗੱਲ ਦਾ ਜਵਾਬ ਲਵਾਂਗਾ, ਪਰ ਇੱਕ ਸਵਾਲ ਤੁਹਾਡੇ ਤੋਂ ਸੰਧੂ ਸਾਹਿਬ। ਗੱਲ ਇਹ ਆ ਕਿ ਇਹ ਸਾਰੀ ਜਿਹੜੀ ਗੱਲਬਾਤ ਨਿਕਲ ਕੇ ਆਈ ਹੈ ਕਿ ਪੰਜਾਬ ਵਾਲੇ ਜ਼ਿੰਮੇਦਾਰ ਆ ਜਾਂ ਕੇਂਦਰ ਵਾਲੇ ਜ਼ਿੰਮੇਦਾਰ ਆ, ਵੀ ਸਮੇਂ ਤੇ ਕਾਰਵਾਈ ਨਹੀਂ ਹੋਈ, ਇਹ ਸਾਰੇ ਕਹਿ ਰਹੇ ਆ। ਕਾਰਵਾਈ ਨਾ ਹੋਣ ਦਾ ਕਾਰਨ ਕੀ ਸੀਗਾ? ਕਾਰਵਾਈ ਕਰਨ ਤੋਂ ਡਰ ਲੱਗਦਾ ਸੀ? ਕੋਈ ਵੋਟ ਬੈਂਕ ਨੂੰ ਖੋਰਾ ਲੱਗਣ ਦਾ ਖਦਸ਼ਾ ਜਾਪਦਾ ਸੀ? ਦੇਖੋ ਨਵਜੋਤ ਜੀ, ਬਹੁਤ ਵੋਟ ਬੈਂਕ ਤਾਂ ਇੱਕ ਮਿੰਟ ਮੈਨੂੰ ਪੁੱਛ ਰਿਹਾ। ਦੇਖੋ ਗੱਲ ਇਹ ਹੈ ਧਾਰੀਵਾਲ ਜੀ, ਸਾਰੀ ਰਾਜਨੀਤੀ ਚ ਕੋਈ ਵੀ ਸ਼ੱਕ ਨਹੀਂ। ਮੈਂ ਫਿਰ ਕਹੂੰਗਾ, ਇਹ ਰਾਜਨੀਤੀ ਕੋਰੀ ਰਾਜਨੀਤੀ ਆ। ਔਰ ਇਹ ਚ ਪਿਸਦਾ ਕੌਣ ਆ? ਇਹ ਚ ਪੰਜਾਬ ਪਿਸਦਾ। ਮੈਂ ਪੰਜਾਬ ਆ, ਮੈਂ ਪੰਜਾਬ ਬੋਲਦਾ ਨਾ, ਮੈਂ ਕਾਂਗਰਸ ਸਪੋਕਸਮੈਨ, ਪਰ ਮੈਂ ਪੰਜਾਬ ਹੈ। ਮੈਂ ਨੌਜਵਾਨੀ ਵੀ ਹੰਡਾਈ ਆ। ਮੈਂ ਅੱਜ 55 ਸਾਲ ਦਾ ਹੋ ਗਿਆ। ਮੈਂ ਸਾਰਾ ਕਾਲਾ ਦੌਰ ਵੀ ਵੇਖਿਆ, ਚੰਗੇ ਵੀ ਵੇਖੇ, ਮਾੜੇ ਵੀ ਵੇਖੇ। ਮੈਂ ਪੁੱਛਣਾ ਚਾਹੁੰਦਾ ਨਾ
ਵੀ ਕੀ ਇਹ ਰਾਜਨੀਤੀ ਕਦੋਂ ਤੱਕ ਚੱਲੂਗੀ, ਕਦੋਂ ਤੱਕ ਸਾਡੇ ਬੱਚੇ ਬਾਹਰ ਜਾਈ ਜਾਣਗੇ, ਕਦੋਂ ਤੱਕ ਪੰਜਾਬ ਨੂੰ ਨਜ਼ਰਾਂ ਲੱਗਦੀ ਰਹਿਣਗੀਆਂ। ਅੱਜ ਕਮਲ ਭੈਣ ਜੀ ਨੇ ਦੱਸ ਤੇ ਦਿੱਤਾ ਬੜੇ ਵਿਸਤਾਰ ਨਾਲ ਵੀ 10-10 ਸਾਲ 'ਚ ਕੀ ਹੋਇਆ, ਪਰ ਜਿਹੜੀਆਂ ਸੈਂਟਰ ਸਰਕਾਰਾਂ ਅੱਜ ਕੀ ਗਲਾ ਘੁੱਟ ਰਹੀਆਂ, ਲੋਕਤੰਤਰ ਦਾ ਤੁਹਾਡਾ ਲਿੰਕ ਟੁੱਟ ਗਿਆ ਸੀ, ਉਹਦੇ ਬਾਰੇ ਵੀ ਮਾੜਾ ਚਾਨਣਾ ਤੇ ਪਾ ਦਿਓ ਨਾ। ਇਸ ਤਰ੍ਹਾਂ ਨਹੀਂ ਹੁੰਦਾ, ਰਾਜਨੀਤੀ ਹੁੰਦੀ ਹੈ ਵਿਪਕਸ਼ ਜਿੰਨਾ ਚਿਰ ਨਹੀਂ ਹੋਣਾ ਚਿਰ ਪਕਸ਼ ਨਹੀਂ ਹੋ ਸਕਦਾ। ਤੁਸੀਂ ਟੁੱਟ ਗਿਆ ਸੀ ਲਿੰਕ, ਤੁਸੀਂ ਮੈਨੂੰ ਦੱਸ ਤੇ ਦਿਓ ਨਾ। ਲੋਕਤੰਤਰ ਦਾ ਘਾਣ ਕਿੱਥੋਂ? ਇਹ ਲੋਕਤੰਤਰ ਹੈ, ਗਣਤੰਤਰ ਹੈ? ਨਹੀਂ, ਆਪਾਂ ਨੂੰ ਬਣਾਉਣਾ ਪਊਗਾ। ਮੈਂ ਇੰਡੀਆ ਦਾ ਵਸਨੀਕ ਆ, ਪੰਜਾਬ ਦਾ ਵਸਨੀਕ ਆ, ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦਾ, ਪਰ ਜਿਸ ਤਰ੍ਹਾਂ ਦੀ ਬੀਜੇਪੀ ਕਾਰਵਾਈ ਅੱਜ ਕਰਨੀਆਂ ਸ਼ੁਰੂ ਕਰਤੀਆਂ, ਇਹਦੇ ਨਾਲ ਤੇ ਰਿਲੀਫ ਪੈ ਜਾਊਗੀ। ਇਹਨੂੰ ਕੱਲ ਨੂੰ ਆਮ ਆਦਮੀ ਪਾਰਟੀ ਵੀ ਕਰੂਗੀ, ਕੱਲ ਨੂੰ ਹੋ ਸਕਦਾ ਕਾਂਗਰਸ ਸਰਕਾਰ ਅਗਾ ਵੀ ਕਿਤੇ ਕਰੇ, ਫਿਰ ਕੀ ਕਰੋਗੇ? ਇਹ ਰਾਜਨੀਤੀ ਦਾ ਮਿਆਰ ਨਹੀਂਗਾ। ਰਾਜਨੀਤੀ ਦਾ ਮਿਆਰ ਇੱਕ ਵੱਖਰਾ ਹੈ। ਅੱਜ ਆਪਾਂ ਡਿਬੇਟ ਕਰ ਰਹੇ ਹਾਂ, ਨਵਜੋਤ ਦੀ ਧਾਰੀਵਾਲ ਦੀ ਡਿਬੇਟ ਕਰਕੇ ਮਜ਼ਾ ਆਉਂਦਾ, ਕਿਉਂ? ਪੰਜਾਬ ਦੀ ਗੱਲ ਕਰਦੇ ਨੇ, ਮਤਲਬ ਉਹ ਲੱਚਰ ਪੱਧਰ ਦੀ ਡਿਬੇਟ ਨਹੀਂ ਹੁੰਦੀ। ਇਸੇ ਕਰਕੇ ਪੋਜ਼ਿਟਿਵ ਗੱਲ ਕਰੋ, ਪੋਜ਼ਿਟਿਵ ਸਾਡੇ ਨੇਤਾਵਾਂ ਨੂੰ ਵੀ ਗੱਲ ਕਰਨੀ ਚਾਹੀਦੀ ਆ, ਨਾਲ ਦੇ ਨਾਲ ਸਾਡੇ ਲੋਕਾਂ ਨੂੰ ਵੀ ਸੋਚ ਵੀ ਪੋਜ਼ਿਟਿਵ ਰੱਖਣੀ ਚਾਹੀਦੀ ਆ, ਔਰ ਗੱਲ ਪੋਜ਼ਿਟਿਵ ਰੱਖਣੀ ਚਾਹੀਦੀ ਆ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਗਗਨ ਜੀ ਤੋਂ ਮੈਂ ਜਵਾਬ ਲੈ ਲੈਣਾ। ਨਵਜੋਤ ਜੀ, ਕੇਂਦਰ ਦੀ ਸਰਕਾਰ ਕੋਲੇ ਬਹੁਤ ਜ਼ਿਆਦਾ ਕਾਨੂੰਨ ਨੇ। ਨੈਸ਼ਨਲ ਸਿਕਿਉਰਿਟੀ ਐਕਟ ਹੈਗਾ ਇਹਨਾਂ ਕੋਲੇ, ਫਿਰ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਹੈ, ਇੰਦਰਾ ਗਾਂਧੀ ਲੈ ਕੇ ਆਈ ਸੀ, ਮੀਸਾ ਦਾ ਕਾਨੂੰਨ ਲੈ ਕੇ ਆਈ ਸੀ ਇੰਦਰਾ ਗਾਂਧੀ। ਇਹਨਾਂ ਕੋਲੇ ਬਹੁਤ ਸਾਰੇ ਕਾਨੂੰਨ ਨੇ ਜਿਹਦੇ ਅੰਡਰ ਇਹ ਐਨਆਈਏ ਨੂੰ ਵੀ ਇਹਨਾਂ ਨੇ ਬੜੀਆਂ ਤਾਕਤਾਂ ਦਿੱਤੀਆਂ। ਜੇ ਇਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਦੇ ਵਿੱਚ ਡਿਵੈਲਪ ਹੋ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਏਜੰਟ ਪੈਦਾ ਹੋ ਰਿਹਾ ਹੈ, ਇਹਨੂੰ ਡਿਟੇਨ ਕਰ ਸਕਦੇ ਨੇ। ਇਹਨਾਂ ਕੋਲੇ ਬੜੀਆਂ ਡਿਟੈਂਸ਼ਨ ਦੀਆਂ ਤਾਕਤਾਂ ਨੇ। ਅੱਜ ਬੀਜੇਪੀ ਬੋਲ ਰਹੀ ਹੈ ਇੱਥੇ ਆ ਕੇ ਕਿ ਟੋਟਲ ਐਂਡ ਟੋਟਲ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਗਿਣਾ ਰਹੇ ਨੇ। ਮੈਂ ਨਹੀਂ ਕਹਿੰਦਾ, ਮੁਨਕਰ ਨਹੀਂ ਹੁੰਦਾ ਮੈਂ ਇਸ ਗੱਲ ਤੋਂ ਕਿ ਆਮ ਆਦਮੀ ਪਾਰਟੀ ਦੀ ਰਿਸਪੌਂਸਿਬਿਲਿਟੀ ਨਹੀਂ ਲਾਅ ਐਂਡ ਆਰਡਰ ਦੀ, ਡੈਫੀਨੇਟਲੀ ਹੈਗੀ ਹੈ, ਬਟ ਸਾਡਾ ਸੰਵਿਧਾਨਿਕ ਢਾਂਚਾ ਅਸੀਂ ਇਸ ਤਰੀਕੇ ਨਾਲ ਬਣਾਇਆ ਪਿਆ ਕਿ ਜਿਹੜੀ ਜ਼ਿੰਮੇਵਾਰੀ ਉਹ ਕੇਂਦਰ ਦੀ ਵੀ ਹੈ, ਕਿਉਂਕਿ ਕੇਂਦਰ ਕੋਲੇ ਬਹੁਤ ਤਾਕਤਾਂ ਨੇ। ਤੁਸੀਂ ਨਾਗਾਲੈਂਡ ਦੀ ਪ੍ਰੋਬਲਮ ਨੂੰ ਦੇਖੋ, ਨਾਗਾਲੈਂਡ ਦੇਖ ਲਓ, ਮੇਘਾਲਿਆ ਦੇਖ ਲਓ, ਮਿਜ਼ੋਰਮ ਦੇਖ ਲਓ, ਨਾਰਥ ਈਸਟਰਨ ਸਟੇਟਸ ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ, ਜਾਂ ਤੁਸੀਂ ਜੰਮੂ ਕਸ਼ਮੀਰ ਦੀ ਦੇਖ ਲਓ, ਉਹਦੇ ਵਿੱਚ ਕੇਂਦਰ ਆਪਦੀਆਂ ਤਾਕਤਾਂ ਦਾ ਇਜਮਾਇਜ਼ ਕਰਕੇ, ਯੂਜ਼ ਕਰਕੇ ਇਸ ਤਰ੍ਹਾਂ ਦੇ ਏਜੰਟਸ ਨੂੰ ਬੇਸਿਕਲੀ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਮੈਨੂੰ ਲੱਗਦਾ ਕੇਂਦਰ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਜਿਹੜੀ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਨਹੀਂ ਨਿਭਾਈ, ਕਿਉਂਕਿ ਸਟੇਟ ਪੁਲਿਸ ਕੋਲੇ ਇੱਕ ਹੱਦ ਤੱਕ ਜਾਣਕਾਰੀ ਹੋ ਸਕਦੀ ਹੈ। ਜਿਹੜੀ ਕੇਂਦਰ ਹੈ, ਕੇਂਦਰ ਕੋਲੇ ਦੋ ਏਜੰਸੀਆਂ ਨੇ ਬੜੀਆਂ ਇੰਪੋਰਟੈਂਟ, ਇੱਕ ਤਾਂ ਰॉ ਹੈ, ਇੱਕ ਆਈਬੀ ਹੈ। ਆਈਬੀ ਜਿਹੜੀ ਇੰਟਰਨਲ ਇੰਟੈਲੀਜੈਂਸ ਦਾ ਡੇਟਾ ਕਲੈਕਟ ਕਰਦੀ ਹੈ, ਰॉ ਜਿਹੜਾ ਬਾਹਰੋਂ ਡੇਟਾ ਕਲੈਕਟ ਕਰਦੀ ਹੈ। ਪਾਕਿਸਤਾਨ ਚੋਂ ਕਿਵੇਂ ਸਪੋਰਟ ਆ ਰਹੀ ਹੈ ਅੰਮ੍ਰਿਤਪਾਲ ਹੁਣਾਂ ਨੂੰ, ਉਹ ਦੱਸਣਾ ਕੇਂਦਰ ਦੀ ਰਿਸਪੌਂਸਿਬਿਲਿਟੀ ਹੈ। ਕੇਂਦਰ ਕੋਲੇ ਪਹਿਲਾਂ ਜਾਣਕਾਰੀ ਆਊਗੀ, ਇਨਫੋਰਮੇਸ਼ਨ ਆਊਗੀ, ਤੇ ਉਸ ਇਨਫੋਰਮੇਸ਼ਨ ਦੇ ਬੇਸਿਸ ਦੇ ਉੱਤੇ ਜੇ ਲੱਗਦਾ ਕਿ ਨੈਕਸਸ ਡਿਵੈਲਪ ਹੋ ਗਿਆ ਹੈ ਤੇ ਆਲਰੇਡੀ ਐਨਆਈਏ ਕੋਲੇ ਤਾਕਤ ਹੈਗੀ ਅਰੈਸਟ ਕਰਨ ਦੀ। 2019 ਦੇ ਵਿੱਚ ਅਸੀਂ ਇੰਪਾਵਰ ਕਰ ਦਿੱਤਾ ਐਨਆਈਏ ਨੂੰ। ਆਪਾਂ ਪਹਿਲਾਂ, ਸਾਡਾ ਹਿੰਦੁਸਤਾਨ ਦਾ ਸੰਵਿਧਾਨ ਅਸੀਂ ਇਸ ਤਰੀਕੇ ਨਾਲ ਬਣਾਇਆ ਸੀਗਾ, ਜਿਹੜੀ ਪੁਲਿਸ ਹੈ ਉਹ ਸਟੇਟਸ ਕੋਲੇ ਸੀਗੀ ਪੁਲਿਸ, ਬਟ 2019 ਦੇ ਵਿੱਚ ਅਸੀਂ ਐਨਆਈਏ ਨੂੰ ਤਾਕਤ ਦੇ ਕੇ ਅਸੀਂ ਸੈਂਟਰ ਦੇ ਵਿੱਚ ਵੀ ਇੱਕ ਏਜੰਸੀ ਇਸ ਤਰ੍ਹਾਂ ਦੀ ਪੈਦਾ ਕਰਤੀ ਹੈ ਜਿਹਦੇ ਕੋਲੇ ਪੁਲਿਸ ਦੀਆਂ ਸਾਰੀਆਂ ਤਾਕਤਾਂ ਨੇ। ਤੇ ਰਿਸਪੌਂਸਿਬਿਲਿਟੀ ਜਦੋਂ ਇਸ ਤਰ੍ਹਾਂ ਦੇ ਨੈਕਸਸ ਕ੍ਰਾਸ ਬਾਰਡਰ ਡਿਵੈਲਪ ਹੁੰਦੇ ਨੇ ਉਹ ਸੈਂਟਰ ਦੀ ਜ਼ਿਆਦਾ ਬਣਦੀ ਹੈ। ਤੁਸੀਂ ਨਾਰਥ ਈਸਟ ਦੇ ਵਿੱਚ ਨਾਗਾਲੈਂਡ ਦੇ ਐਗਜ਼ਾਮਪਲ ਦੇਖੋ, ਨਾਗਾਲਿੰਡ ਦੀ ਐਗਜ਼ਾਮਪਲ ਹੈ, ਉਹ ਨਾਗਾਲਿੰਡ ਬਣਾਉਣਾ ਚਾਹੁੰਦੇ ਨੇ, ਵੱਡੀ ਸਟੇਟ ਬਣਾਉਣਾ ਚਾਹੁੰਦੇ ਨੇ, ਅੱਡ ਦੇਸ਼ ਬਣਾਉਣਾ ਚਾਹੁੰਦੇ ਨੇ। ਹਮੇਸ਼ਾ ਸੈਂਟਰ ਨੇ ਉੱਥੇ ਐਕਟ ਕੀਤਾ, ਉੱਥੋਂ ਕਦੇ ਵੀ ਨਾਗਾਲੈਂਡ ਦੀ ਗਵਰਨਮੈਂਟ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾਂਦਾ, ਕਿਉਂਕਿ ਨੈਕਸਸ ਆਲਰੇਡੀ ਕ੍ਰਾਸ ਬਾਰਡਰ ਡਿਵੈਲਪ ਹੋ ਗਿਆ। ਜਿਹੜਾ ਇੰਟਰਨਲ ਸਿਕਿਉਰਿਟੀ ਦੀ ਪ੍ਰੋਬਲਮ ਹੈ, ਮਲਟੀਪਲ ਪ੍ਰੋਬਲਮ ਹੋ ਗਈ ਹੈ, ਤੇ ਜਿਹੜੀ ਮੂਸੇਵਾਲੇ ਵਾਲੀ ਪ੍ਰੋਬਲਮ ਹੈਗੀ ਆ ਉਹ ਇੱਕ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ। ਇਹ ਵਾਲੀ ਪ੍ਰੋਬਲਮ ਇੱਕ ਅੱਡ ਤਰ੍ਹਾਂ ਦੀ ਪ੍ਰੋਬਲਮ ਹੈ। ਇਸ ਪ੍ਰੋਬਲਮ ਨੂੰ ਨਜਿੱਠਣ ਵਾਸਤੇ ਕੇਂਦਰ ਦੀ ਏਜੰਸੀ ਨੂੰ ਅੱਗੇ ਆਉਣਾ ਪੈਣਾ, ਪ੍ਰੋਐਕਟਿਵ ਤਰੀਕੇ ਨਾਲ ਇਹਨਾਂ ਨੂੰ ਕੰਮ ਕਰਨਾ ਪੈਣਾ। ਇਹਨਾਂ ਨੇ ਕਿਉਂ ਨਹੀਂ ਕੀਤਾ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਇਹਨਾਂ ਨੇ ਕਿਉਂ ਨਹੀਂ ਐਕਸ਼ਨ ਲਏ। ਉਹਦਾ ਕਾਰਨ ਇਹ ਹੈ ਬਿਕੋਜ਼ ਦੇ ਵਾਂਟ ਦ ਸਿਚੁਏਸ਼ਨ ਟੂ ਬੋਇਲ, ਕਿਉਂਕਿ ਇਹ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਨੇ। ਇਹ ਹਮੇਸ਼ਾ ਰਿਲੀਜਨ ਦੇ ਬੇਸਿਸ ਦੇ ਉੱਤੇ ਰਾਜਨੀਤੀ ਕਰਦੇ ਨੇ। ਇਹਨਾਂ ਨੇ ਪੂਰੀ ਦੇ ਵਿੱਚ ਇੱਕ ਮਿੰਟ ਪੋਲਰਾਈਜੇਸ਼ਨ ਕਰਕੇ ਜਿਹੜੀ ਵੀ ਸਟੇਟ ਦੇ ਵਿੱਚ ਹੋਇਆ ਇਹਨਾਂ ਨੇ ਫੜ ਪਾਏ ਨੇ। ਜਿਹੜੇ ਕਾਨੂੰਨ ਦੇ ਅਧਿਕਾਰ ਦੀ ਗੱਲ ਆ ਉਹ ਰਾਜ ਦੀਆਂ ਸਰਕਾਰਾਂ ਦੇ ਅੰਡਰ ਹੁੰਦੇ ਨੇ। ਤੁਸੀਂ ਗਗਨ ਇੱਥੇ ਲੋਕਾਂ ਨੂੰ ਮਿਸਗਾਈਡ ਕਰ ਰਹੇ ਹੋ। ਲੋਕ ਹੁਣ ਤੁਹਾਡੀਆਂ ਇਹਨਾਂ ਗੱਲਾਂ ਤੇ ਮਿਸਗਾਈਡ ਨਹੀਂ ਹੋਣਗੇ। ਦੇਖੋ, ਜਿਹੜੇ ਇੱਕ ਰਾਜ ਦੇ ਅਧਿਕਾਰ ਹੁੰਦੇ ਨੇ ਨਾ, ਉਹ ਰਾਜ ਦੀਆਂ ਸਰਕਾਰਾਂ ਨੇ ਹੀ ਪਹਿਲਾਂ ਵਰਤਨੇ ਹੁੰਦੇ ਨੇ। ਸੈਂਟਰ ਆ ਕੇ ਰਾਜਾਂ ਦੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਇੰਟਰਫੇਅਰ ਨਹੀਂ ਕਰਦੀਆਂ। ਔਰ ਜਦੋਂ ਤੁਸੀਂ ਇਹ ਜਿਹੜੀ ਹੁਣ ਗੱਲ ਕਰਦੇ ਪਏ ਨੇ, ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਮੰਨਦੇ ਕਿ ਤੁਹਾਡੇ ਕੋਲੋਂ ਪੰਜਾਬ ਨਹੀਂ ਸੰਭਾਲਿਆ ਜਾ ਰਿਹਾ ਸੀਗਾ?
ਜਿਸ ਵਜ੍ਹਾ ਦੇ ਕਰਕੇ ਇਹ ਵਾਲੀ ਸਥਿਤੀ ਪੈਦਾ ਹੋ ਗਈ। ਔਰ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਬਾਰਡਰ ਸਿਕਿਉਰਿਟੀ ਫੋਰਸਿਸ ਜਿਹੜੀਆਂ ਨੇ ਉਹ ਇੰਡੀਆ ਨੇ ਗਿੱਧਾ ਪਾਉਣ ਨੂੰ ਰੱਖੀਆਂ ਨੇ, ਇਸ ਗੱਲ ਦਾ ਤੁਹਾਨੂੰ ਜਵਾਬ ਦੇਣਾ ਬਾਰਡਰ ਸਿਕਿਉਰਿਟੀ ਫੋਰਸਿਸ ਦੀ ਵਜ੍ਹਾ ਕਰਕੇ ਤੁਸੀਂ ਘਰਾਂ ਦੇ ਵਿੱਚ ਆਰਾਮ ਦੇ ਨਾਲ ਬੈਠੇ ਹੋ। ਬਾਰਡਰ ਸਿਕਿਉਰਿਟੀ ਫੋਰਸਿਸ ਇੰਡੀਆ ਨੇ ਗਿੱਧਾ ਪਾਉਣ ਨੂੰ ਨਹੀਂ ਰੱਖੀਆਂ। ਬਾਰਡਰ ਸਿਕਿਉਰਿਟੀ ਫੋਰਸਿਸ ਦੀ ਇੱਜ਼ਤ ਕਰਨੀ ਸਿੱਖੋ। ਬਾਰਡਰ ਸਿਕਿਉਰਿਟੀ ਫੋਰਸਿਸ ਦੀ ਵਜ੍ਹਾ ਕਰਕੇ ਤੁਸੀਂ ਘਰਾਂ ਦੇ ਵਿੱਚ ਸੁਰੱਖਿਅਤ ਹੋ। ਬਾਰਡਰ ਸਿਕਿਉਰਿਟੀ ਫੋਰਸਿਸ ਤੁਹਾਡੇ ਗਿੱਧੇ ਵਾਸਤੇ ਨਹੀਂ ਪਈਆਂ ਹੋਈਆਂ, ਨਾਲੇ ਗਿੱਧਾ ਸਾਡਾ ਪੰਜਾਬ ਦੀ ਇੱਕ ਵਿਰਾਸਤੀ ਧਰੋਹਰ ਆ। ਤੁਸੀਂ ਬਿਲਕੁਲ ਗਲਤ ਕਰ ਰਹੇ ਹੋ, ਕਿਉਂਕਿ ਤੁਹਾਨੂੰ ਤੁਹਾਡੀ ਭਾਸ਼ਾ ਦੀ ਮਰਿਆਦਾ ਦਾ ਹੀ ਨਹੀਂ ਪਤਾ ਕਿ ਤੁਸੀਂ ਕਿਹੜੇ ਬੰਦੇ ਦੇ ਲਈ ਕਿਹੜੀ ਭਾਸ਼ਾ ਦੀ ਮਰਿਆਦਾ ਵਰਤਣੀ ਹੈ। ਤੁਸੀਂ ਉਹਨਾਂ ਲੋਕਾਂ ਦੀ ਵਜ੍ਹਾ ਦੇ ਕਰਕੇ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਜਿਹੜੇ ਬੱਚੇ ਨੇ ਨਾ ਛੋਟੇ ਬੱਚੇ ਉਹ ਆਪਣਾ ਮੈਂਟਰ ਮੰਨਦੇ ਨੇ BSF ਨੂੰ, ਬਾਰਡਰ ਸਿਕਿਉਰਿਟੀ ਫੋਰਸਿਸ ਨੂੰ। ਮੈਡਮ ਮੈਂ ਆਪ ਰਿਹਾ ਤੁਸੀਂ ਭੁੱਲ ਗਏ। ਮੈਂ ਤੁਹਾਨੂੰ ਦੱਸੂਗਾ ਮੈਂ ਪੈਰਾਮਿਲਟਰੀ ਰਿਹਾ, ਮੈਂ ਰਿਹਾ ਉਸਤੇ ਬੈਠੇ ਸੀ ਨਾ। ਤੁਸੀਂ ਮੈਨੂੰ ਦੱਸੋ ਤੁਸੀਂ ਪੰਜਾਬ ਪੁਲਿਸ ਨੂੰ ਕਹੀ ਜਾਂਦੇ, ਪੰਜਾਬ ਪੁਲਿਸ ਨੇ ਸਿਚੁਏਸ਼ਨ ਖਰਾਬ ਕਰ ਦਿੱਤੀ ਸੀ। ਦੇਖੋ ਜੇ ਲਾ ਐਂਡ ਆਰਡਰ ਦੀ ਸਥਿਤੀ ਦੇ ਵਿੱਚ ਜੇਕਰ ਪੰਜਾਬ ਪੁਲਿਸ ਨੂੰ ਸਹੀ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਮਿਲਦੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਨਸ਼ੇ ਦੀ ਸਥਿਤੀ, ਲਾ ਐਂਡ ਆਰਡਰ ਦੀ ਸਥਿਤੀ, ਜਿੰਨੇ ਨੌਜਵਾਨ ਬੱਚੇ ਸਾਡੇ ਮਰ ਚੁੱਕੇ ਨੇ, ਤੁਸੀਂ ਹੁਣ ਦੇਖੋ ਇਹ ਸਥਿਤੀ ਪੈਦਾ ਹੋਈ। ਗਵਰਨਮੈਂਟ ਨੇ ਇਤਨਾ ਲੇਟ ਐਕਸ਼ਨ ਲਿਆ। ਔਰ ਦੂਸਰੀ ਗੱਲ, ਜੇਕਰ ਅੰਮ੍ਰਿਤਪਾਲ ਆਇਆ ਸੀਗੇ ਔਰ ਜੇਕਰ ਉਹ ਪੰਜਾਬ ਦੇ ਵਿੱਚ ਆਉਂਦੇ ਨੇ, ਸਹੀ ਸਮੇਂ ਤੇ ਉਹਦੀ ਟ੍ਰੈਕਿੰਗ ਕੀਤੀ ਜਾਂਦੀ, ਟ੍ਰੇਸ ਕੀਤਾ ਜਾਂਦਾ ਉਸ ਨੂੰ। ਦੇਖੋ ਏਦਾਂ ਨਹੀਂ ਕੁਝ ਵੀ ਹੁੰਦਾ, ਜਦੋਂ ਜਿਹੜੇ ਪੰਜਾਬ ਦੇ ਅਧਿਕਾਰ ਖੇਤਰ ਜਿਹੜੇ ਨੇ, ਰਾਜ ਦਾ ਅਧਿਕਾਰ ਖੇਤਰ ਆ, ਉਹ ਪੰਜਾਬ ਦੇ ਵਿੱਚ ਜੇਕਰ ਮੁੱਖ ਮੰਤਰੀ ਬਣੇ ਨਾ, ਹਰ ਰਾਜਾਂ ਦੇ ਵਿੱਚ ਮੁੱਖ ਮੰਤਰੀ ਬਣੇ ਨੇ। ਅੱਜ ਤੁਸੀਂ ਸੰਸਦੀ ਬਾਡੀ ਦੀ ਗੱਲ ਕਰਦੇ ਹੋ, ਜਦੋਂ ਰਾਜਪਾਲ ਸਾਹਿਬ ਆਪਣੇ ਸੰਸਦੀ ਅਧਿਕਾਰਾਂ ਦੀ ਗੱਲ ਕਰਦੇ ਨੇ, ਉਦੋਂ ਤੁਸੀਂ ਕਹਿੰਦੇ ਆ ਹੂ ਇਜ਼ ਰਾਜਪਾਲ, ਉਦੋਂ ਤੁਸੀਂ ਕਹਿੰਦੇ ਆ ਹੂ ਇਜ਼ ਰਾਜਪਾਲ। ਅੱਜ ਤੁਸੀਂ ਸੰਸਦੀ ਅਧਿਕਾਰਾਂ ਦੀ ਗੱਲ ਕਰਦੇ ਹੋ, ਅੱਜ ਤੁਸੀਂ ਕਹਿੰਦੇ ਹੋ ਸੰਸਦ ਦੇ ਅਕੋਰਡਿੰਗ। ਤੁਸੀਂ ਦਿੱਲੀ 'ਚ ਵੀ ਇਹੋ ਕੁਝ ਕੀਤਾ ਸੀ ਕਿ ਸੈਂਟਰ ਗਵਰਨਮੈਂਟ ਕੰਮ ਨਹੀਂ ਕਰਨ ਦਿੰਦੀ। ਇੱਥੇ ਵੀ ਤੁਸੀਂ ਪੰਜਾਬ 'ਚ ਵੀ ਉਹ ਕੁਝ ਕਰ ਰਹੇ ਹੋ। ਸੈਂਟਰ ਗਵਰਨਮੈਂਟ ਦੀਆਂ ਗਲਤੀਆਂ ਮੇਰੇ ਵੀਰ, ਸੈਂਟਰ ਗਵਰਨਮੈਂਟ ਨੇ ਟਾਈਮ ਸਿਰ ਆ ਕੇ ਪੰਜਾਬ ਨੂੰ ਬਲਦੀ 'ਚੋਂ ਕੱਢਿਆ ਵਾ। ਜਿਹੜੇ ਬੱਚੇ ਅੱਜ ਜਿਹੜੇ ਨੇ, ਜੇਕਰ ਉਹ ਅਰੈਸਟ ਵੀ ਹੋ ਰਹੇ ਨੇ ਤਾਂ ਬਾਏ ਦਾ ਹੈਲਪ ਆਫ ਸੈਂਟਰ ਗਵਰਨਮੈਂਟ ਜਿਹੜੇ ਨੇ ਉਹ ਰਿਲੀਜ਼ ਵੀ ਕੀਤੇ ਜਾ ਰਹੇ ਨੇ। ਔਰ ਪਰ ਤੁਸੀਂ ਤੇ ਸੁੱਤੇ ਰਹਿ ਗਏ ਨਾ, ਤੁਸੀਂ ਤਾਂ ਸੁੱਤੇ ਰਹਿ ਗਏ। ਇੱਕ ਲਾਈਨ ਬੋਲੀ ਆਪਣੀ ਜ਼ਿੰਮੇਵਾਰੀ ਲਿਆ, ਸਮੇਂ ਸਿਰ ਤੁਸੀਂ ਜਾਗੇ ਨਹੀਂ। ਤੁਸੀਂ ਇੱਕ ਲਾਈਨ ਬੋਲੀ ਆਪਦੇ ਬਾਰੇ, ਤੁਸੀਂ ਜਾਗੇ ਨਹੀਂ। ਪਰ ਇੱਕ ਗੱਲ ਆਮ ਆਦਮੀ ਪਾਰਟੀ ਦੀ ਗੱਲ ਸਮਝ ਲੱਗ ਚੁੱਕੀ ਆ ਕਿ ਤੁਹਾਡੀਆਂ ਨਜ਼ਰਾਂ ਦੇ ਵਿੱਚ BSF ਦਾ ਕਿੰਨਾ ਸਤਿਕਾਰ ਹੈ, ਤੁਹਾਡੀਆਂ ਨਜ਼ਰਾਂ ਦੇ ਵਿੱਚ ਰਾਜਪਾਲ ਦਾ ਕਿੰਨਾ ਸਤਿਕਾਰ ਹੈ, ਤੁਹਾਡੀਆਂ ਨਜ਼ਰਾਂ ਦੇ ਵਿੱਚ ਪੰਜਾਬ ਦੇ ਲੋਕਤੰਤਰ ਦਾ ਔਰ ਭਾਰਤ ਦੇ ਲੋਕਤੰਤਰ ਦਾ ਕਿੰਨਾ ਸਤਿਕਾਰ ਹੈ, ਤੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਕਿੰਨਾ ਕੁ ਸਤਿਕਾਰ ਹੈ। ਇਹ ਲੋਕ ਦੇਖ ਰਹੇ ਨੇ ਔਰ ਲੋਕ ਸਮਝਦੇ ਪਏ ਨੇ। ਜੇਕਰ ਤੁਸੀਂ ਕਿਸੇ ਲਾ ਐਂਡ ਆਰਡਰ ਦੀ ਸਥਿਤੀ ਦੇ ਅੰਦਰ ਨਹੀਂ ਰਹਿਣਾ ਚਾਹੁੰਦੇ, ਕਦੀ ਤੁਸੀਂ ਕਹਿੰਦੇ ਜੇ ਕਿ ਹੂ ਇਜ਼ ਰਾਜਪਾਲ, ਕਦੀ ਤੁਸੀਂ ਕਹਿੰਦੇ ਜੇ ਬਾਰਡਰ ਸਿਕਿਉਰਿਟੀ ਫੋਰਸਿਸ ਗਿੱਧਾ ਪਾਉਣ ਨੂੰ ਰੱਖੀਆਂ ਨੇ, ਬਟ ਰਬਿਸ਼ ਲੈਂਗੁਏਜ ਯੂ ਆਰ ਯੂਜ਼ਿੰਗ ਔਨ ਦਿਸ ਪਲੇਟਫਾਰਮ ਕਿ ਅਸੀਂ ਸਾਰਾ ਕੁਝ ਕੀ ਕਰਦੇ ਪਏ, ਬਿਲਕੁਲ ਖਤਮ ਕਰ ਦਿਓ। ਦਿਸ ਇਜ਼ ਆਲ ਰਬਿਸ਼। ਇਹੋ ਜਿਹੇ ਪਰਸਨ ਦੇ ਨਾਲ ਗੱਲ ਕਰਨੀ ਵੀ ਮੈਨੂੰ ਲੱਗਦਾ ਹੈ ਕਿ ਤੁਹਾਡੀ ਹੇਠੀ ਆ, ਜਿਹੜੇ ਆਪਣੇ ਦੇਸ਼ ਦੀਆਂ ਬਾਰਡਰ ਸਿਕਿਉਰਿਟੀ ਫੋਰਸਿਸ ਮੈਡਮ ਮੈਂ ਆਪਣੇ ਫੋਰਸਿਸ ਦੇ ਟਾਕਿੰਗ ਅਬਾਊਟ ਅਕਾਊਂਟੇਬਿਲਿਟੀ। ਬਾਰਡਰ ਸਿਕਿਉਰਿਟੀ ਫੋਰਸਿਸ ਮਾਈ ਡੀਅਰ ਬਾਰਡਰ ਸਿਕਿਉਰਿਟੀ ਫੋਰਸਿਸ ਆਵਰ ਆਨਰ, ਬਾਰਡਰ ਸਿਕਿਉਰਿਟੀ ਫੋਰਸਿਸ ਆਰ ਦਾ ਆਨਰ ਆਫ ਇੰਡੀਆ। ਔਰ ਤੁਸੀਂ ਉਹਨਾਂ ਨੂੰ ਗਿੱਧਾ ਪਾਉਣ ਲਈ ਕਹਿ ਰਹੇ ਹੋ, ਸੋ ਇਟਸ ਅ ਵੈਰੀ ਸ਼ੇਮਫੁਲ ਥਿੰਗ। ਧਾਲੀਵਾਲ ਜੀ, ਇਟਸ ਅ ਵੈਰੀ ਸ਼ੇਮਫੁਲ ਥਿੰਗ। ਮੈਂ ਜਿਹੜੇ ਲੋਕ ਭਾਸ਼ਾ ਦੀ ਮਰਿਆਦਾ ਆਪਣੇ ਰਿਸਪੈਕਟਫੁਲ ਲੋਕਾਂ ਦੇ ਲਈ ਨਹੀਂ ਰੱਖਦੇ, ਆਪਣੇ ਦੇਸ਼ ਦੇ ਲਈ ਇਸ ਤਰ੍ਹਾਂ ਦੀ ਮਰਿਆਦਾ ਉਹ ਨਹੀਂ ਰੱਖਦੇ ਹੈਗੇ, ਜਿਹਦੇ ਚ ਉਹਨਾਂ ਨੂੰ ਜਿਨ੍ਹਾਂ ਦੀਆਂ ਵਜ੍ਹਾਵਾਂ ਦੇ ਕਰਕੇ ਅਸੀਂ ਲੋਕ ਘਰਾਂ ਦੇ ਵਿੱਚ ਸ਼ਾਂਤੀ ਦੀ ਨੀਂਦ ਸੌਂਦੇ ਆ। ਚਲੋ ਮੈਂ ਡਿਬੇਟ ਦੇ ਸ਼ੁਰੂ ਤੋਂ ਹੁਣ ਤੱਕ ਮਹਿਜ਼ ਚੰਦ ਕੁਝ ਗੱਲਾਂ ਹੀ ਕੀਤੀਆਂ ਨੇ, ਗੱਲਾਂ ਕੀ ਸਵਾਲ ਹੀ ਪਾਏ ਆ ਤੇ ਮੈਂ ਉਹਦੇ ਵਿੱਚ ਬੋਲਿਆ ਨਹੀਂ ਤੇ ਨਾ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਔਰ ਮੈਂ ਇੱਕ ਗੱਲ ਕਹੂੰਗਾ ਕਿ ਠੀਕ ਹੈ, ਜੇ ਕਿਸੇ ਨੂੰ ਵੀ ਕੋਈ ਗੱਲ ਲੱਗੀ ਪਰ ਅਸੀਂ ਪਿਕ ਐਂਡ ਚੂਜ਼ ਵਾਲੇ ਫਾਰਮੂਲੇ ਦੇ ਉੱਤੇ ਨਾ ਚੱਲੀਏ। ਠੀਕ ਹੈ, ਕਿਸੇ ਦੀ ਸ਼ਾਨ ਦੇ ਖਿਲਾਫ and the action will be taken against this ਕਿ ਬਾਰਡਰ ਸਿਕਿਉਰਿਟੀ ਫੋਰਸਿਸ ਜਿਹੜੀਆਂ ਨੇ ਉਹ ਭਾਰਤ ਨੇ ਗਿੱਧਾ ਪਾਉਣ ਵਾਸਤੇ ਨਹੀਂ ਰੱਖੀਆਂ ਹੋਈਆਂ। ਬਿਲਕੁਲ, ਬਾਰਡਰ ਸਿਕਿਉਰਿਟੀ ਫੋਰਸਿਸ ਭਾਰਤ ਨੇ ਗਿੱਧਾ ਪਾਉਣ ਵਾਸਤੇ ਨਹੀਂ ਰੱਖੀਆਂ ਹੋਈਆਂ। ਮੈਡਮ ਮੈਂ ਕਿਹਾ ਅਕਾਊਂਟੇਬਿਲਿਟੀ ਹੈ, ਇਸ ਦਾ ਮਤਲਬ ਕੀ ਹੈ? ਇਹਦਾ ਮਤਲਬ ਰਿਸਪੌਂਸਿਬਿਲਿਟੀ ਐਂਡ ਅਕਾਊਂਟੇਬਿਲਿਟੀ ਹੈ। ਮੈਂ ਤਾਂ ਇਸ ਤੋਂ ਅੱਗੇ ਚੱਲੂੰਗੀ ਨਹੀਂ,
ਕਿ ਤੁਸੀਂ ਬਾਰਡਰ ਸਿਕਿਉਰਿਟੀ ਫੋਰਸਿਸ ਨੂੰ ਗਿੱਧਾ ਪਾਉਣ ਦੇ ਵਾਸਤੇ ਰੱਖਿਆ ਹੋਇਆ ਵਾ, ਹਨਾ? ਤੁਸੀਂ ਪੰਜਾਬ ਪੁਲਿਸ ਨੇ ਹੋਮ ਮਿਨਿਸਟਰੀ ਦੇ ਆਰਡਰ ਤੇ ਐਕਸ਼ਨ ਕਰਨਾ ਹੈ। ਕਮਲ ਜੀ ਇੱਕ ਸਵਾਲ ਸੰਧੂ ਸਾਹਿਬ ਨੇ ਤੁਹਾਨੂੰ ਪਾਇਆ ਸੀਗਾ, ਇੱਕ ਸਵਾਲ ਸੰਧੂ ਸਾਹਿਬ ਨੇ ਤੁਹਾਨੂੰ ਪਾਇਆ ਸੀਗਾ, ਉਹ ਸਵਾਲ ਹੈ ਕਿ ਜਿਸ ਰਾਜ ਦੇ ਵਿੱਚ ਜਿਸ ਮੁਲਕ ਦੇ ਵਿੱਚ ਵਿਰੋਧੀ ਧਿਰ ਨਹੀਂ ਹੋਏਗੀ ਉੱਥੇ ਉਸ ਨੂੰ ਅਸੀਂ ਡੈਮੋਕ੍ਰੈਟਿਕ ਕਲਚਰ ਨਹੀਂ ਕਹਿ ਸਕਦੇ, ਉਹਦਾ ਕੀ ਕਹੋਗੇ ਉਹਦੇ ਬਾਰੇ? Yes, this is the main point. This is the very good question. ਜਦੋਂ ਵਿਰੋਧੀ ਧਿਰਾਂ ਪਰਿਵਾਰਵਾਦ ਨੂੰ ਸਮਰਪਿਤ ਨੇ, ਜਦੋਂ ਵਿਰੋਧੀ ਧਿਰਾਂ ਜਿਹੜੀਆਂ ਆਪਣੇ ਬੱਚਿਆਂ ਨੂੰ, ਜਦੋਂ ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਦੇਸ਼ ਸਾਡੇ ਲਈ ਕੁਛ ਨਹੀਂ ਆ, ਸਾਡਾ ਪਰਿਵਾਰ ਸਾਡੇ ਲਈ ਸਭ ਕੁਛ ਆ, ਉੱਥੇ ਬੀਜੇਪੀ ਕਹਿੰਦੀ ਆ ਕਿ ਸਭ ਤੋਂ ਪਹਿਲਾਂ ਮੇਰਾ ਦੇਸ਼, ਉਸ ਤੋਂ ਪਹਿਲਾਂ ਮੇਰੇ, ਉਸ ਤੋਂ ਬਾਅਦ ਮੇਰੇ ਲੋਕ ਤੇ ਉਸ ਤੋਂ ਬਾਅਦ ਸਾਡੀ ਪਾਰਟੀ ਦੇ ਸਾਡੇ ਲੋਕ, ਹੈਨਾ? ਤਾਂ ਤੁਸੀਂ ਇਹ ਦੇਖੋ ਕਿ ਇਹ ਵਿਰੋਧੀ ਖਤਮ ਹੋਣ ਦਾ ਪੰਜਾਬ ਹਿੱਸਾ ਨਹੀਂ ਭਾਰਤ ਦਾ, ਦੇਸ਼ ਦਾ? ਦੇਖੋ ਪੰਜਾਬ ਦੇ ਵਿੱਚ ਵਿਰੋਧੀ ਪੰਜਾਬ ਹਿੱਸਾ ਨਹੀਂ। ਇੱਕ ਮਿੰਟ ਧਾਰੀਵਾਲ ਜੀ, ਜਦੋਂ ਅਸੀਂ ਪੰਜਾਬ ਦੇ ਵਿੱਚ, ਇੱਕ ਮਿੰਟ ਨਰਿੰਦਰ ਜੀ, ਜਦੋਂ ਅਸੀਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਗੱਲ ਕਰਦੇ ਹਾਂ ਨਾ, ਤੇ ਅਕਾਲੀ ਦਲ ਤੁਸੀਂ ਦੇਖੋ ਕਿਹੜੀ ਗੱਲ ਦੀ ਭੇਟ ਚੜਿਆ, ਪਰਿਵਾਰਵਾਦ ਦੀ ਭੇਟ ਚੜਿਆ ਨਾ। ਪਰਿਵਾਰਵਾਦ ਮੈਂ ਤਾਂ ਹੋਰ ਗੱਲ ਕਰ ਰਿਹਾ, ਮੈਂ ਤਾਂ ਇਹ ਗੱਲ ਕਰ ਰਿਹਾ, ਜਦੋਂ ਤੁਸੀਂ ਗੱਲ ਕਰ ਰਹੇ ਹੋ ਨਾ ਬੀਜੇਪੀ ਦੇਸ਼ ਦੀ ਗੱਲ ਕਰਦੀ ਹੈ, ਤੇ ਦੇਸ਼ ਦੀ ਗੱਲ ਦੇ ਵਿੱਚ ਮੈਂ ਇਹ ਗੱਲ ਕਹਿ ਰਿਹਾ, ਦੇਸ਼ 'ਚ ਪੰਜਾਬ ਵੀ ਤਾਂ ਆਉਂਦਾ ਨਾ, ਤੇ ਫਿਰ ਪੰਜਾਬ ਦੀ ਵੀ ਗੱਲ ਹੋਏਗੀ, ਤੇ ਅਸੀਂ ਇਕੱਲੀ ਜ਼ਿੰਮੇਵਾਰੀ ਇੱਕ ਸਰਕਾਰ ਦੇ ਉੱਤੇ, ਸਟੇਟ ਗਵਰਨਮੈਂਟ ਦੇ ਉੱਤੇ ਕਿਵੇਂ ਪਾ ਸਕਦੇ ਹਾਂ? ਦੇਖੋ ਬਹੁਤ ਸਾਰੀ ਜਿਹੜੀਆਂ ਕੇਂਦਰੀ ਏਜੰਸੀਜ਼ ਨੇ ਉਹ ਨੇਸ਼ਨ ਲਈ ਕੰਮ ਕਰਦੀਆਂ ਨੇ, ਉਹ ਕਿਸੇ ਪਾਰਟੀ ਜਾਂ ਗਵਰਨਮੈਂਟ ਲਈ ਕੰਮ ਨਹੀਂ ਕਰਦੀਆਂ। ਮੈਮ ਇੱਕ ਗੱਲ ਬਿਲਕੁਲ ਕਲੀਅਰ ਆ, ਪੰਜਾਬ ਬਣਦੀ ਆ, ਪੰਜਾਬ ਦਾ ਆਪਣਾ ਗ੍ਰਹਿ ਮੰਤਰੀ ਬਣਦਾ ਹੈ, ਪੰਜਾਬ ਦੀ ਆਪਣੀ ਪੁਲਿਸ ਹੈ, ਪੰਜਾਬ ਦੇ ਆਪਣੇ ਅਧਿਕਾਰ ਖੇਤਰ ਨੇ, ਔਰ ਪੰਜਾਬ ਦੇ ਅਧਿਕਾਰ ਖੇਤਰ ਦੇ ਲਈ ਸਰਕਾਰ ਕਰਕੇ ਸਰਕਾਰ ਨੇ ਸਾਰਿਆਂ ਦੇ ਬਣਦੇ ਆ, ਇਕੱਲੇ ਪੰਜਾਬ ਦੇ ਥੋੜੀ ਬਣਦੇ ਆ, ਹਰਿਆਣੇ ਦੇ ਵੀ ਬਣਦੇ ਆ, ਗੁਜਰਾਤ ਦੇ ਵੀ ਬਣਦੇ ਆ, ਸਾਰਿਆਂ ਦੀ ਗੱਲ ਕਰ ਰਹੀ ਹਾਂ। ਕੁਐਸਚਨ ਪੁੱਛ ਰਿਹਾ ਦੇਖੋ, ਸੈਂਟਰ ਨੇ ਤਾਂ ਉਦੋਂ ਦਖਲਅੰਦਾਜ਼ੀ ਦੇਣੀ ਆ ਨਾ ਜਦੋਂ ਜਿਹੜੀਆਂ ਸਟੇਟ ਗਵਰਨਮੈਂਟਸ ਜਿਹੜੀਆਂ ਨੇ ਰਿਪੋਰਟ ਕਰਨਗੀਆਂ ਕਿ ਸਾਡੇ ਹੱਥ ਖੜੇ ਨੇ। ਈਡੀ ਰੇਟਸ ਦੇ ਵਿੱਚ ਇੱਕ ਮਿੰਟ ਸੌਰੀ, ਮੈਂ ਆਪਣੀ ਜਾਣਕਾਰੀ ਦਾ ਵਾਅਦਾ ਕਰਨਾ ਚਾਹੁੰਦਾ, ਜਦੋਂ ਈਡੀ ਦੀ ਰੇਟਸ ਹੁੰਦੀਆਂ ਨੇ, ਸੀਬੀਆਈ ਦੀ ਰੇਟਸ ਹੁੰਦੀਆਂ ਨੇ, ਐਨਆਈਏ ਦੀ ਰੇਟਸ ਹੁੰਦੀਆਂ ਨੇ, ਕੀ ਉਹ ਸਟੇਟ ਗਵਰਨਮੈਂਟ ਜਦੋਂ ਰਿਪੋਰਟ ਕਰਦੇ ਨੇ ਉਦੋਂ ਹੀ ਹੁੰਦੀਆਂ ਨੇ? ਉਸ ਤੋਂ ਬਿਨਾਂ ਨਹੀਂ ਹੁੰਦੀਆਂ? ਈਡੀ ਕੋਲੇ ਵੀ ਤਾਕਤ ਹੈ, ਐਨਆਈਏ ਕੋਲੇ ਵੀ ਤਾਕਤ ਹੈ। ਹਾਲਾਤ ਦੇ ਵਿੱਚ ਮੈਮ ਕਹਿ ਰਹੇ ਨੇ, ਕਹਿੰਦੇ ਜਦੋਂ ਰਿਪੋਰਟ ਹੁੰਦੀ ਹੈ ਉਦੋਂ ਹੀ ਕਰਨਗੇ। ਹਾਲਾਤ ਦੇ ਵਿੱਚ ਮਾਈ ਡੀਅਰ, ਉਹ ਦੇਖੋ ਤੁਸੀਂ ਸੈਂਟਰ ਇੱਕਦਮ ਕਿਸ ਤਰ੍ਹਾਂ, ਦੇਖੋ ਜਿੰਨੀ ਦੇਰ ਤੱਕ ਰਿਪੋਰਟ ਨਹੀਂ ਹੋਏਗਾ ਕਿਸੇ ਵੀ ਰਾਜ ਤੋਂ ਕੋਈ ਵੀ ਡਾਟਾ, ਇਹਦਾ ਮਤਲਬ ਇਹ ਹੈ ਵੀ ਉਦੋਂ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ, ਸਾਨੂੰ ਕਿਸੇ ਪਾਸੇ ਤਾਂ ਖੜਨਾ ਪਊਗਾ ਨਾ, ਵੀ ਉਦੋਂ ਤੱਕ ਬਿਫੋਰ ਅਜਨਾਲਾ ਇੰਸੀਡੈਂਟ ਪੰਜਾਬ ਦੇ ਵਿੱਚ ਸਾਰਾ ਕੁਝ ਸਹੀ ਸੀਗਾ। ਨਾਲ ਸੈਂਟਰ ਗਵਰਨਮੈਂਟ ਅਲਰਟ ਕਰਦੀ ਰਹੀ, ਇਸ ਗੱਲ ਨੂੰ ਤੁਸੀਂ ਕਿਉਂ ਨਹੀਂ ਮੰਨ ਰਹੇ ਕਿ ਸੈਂਟਰ ਗਵਰਨਮੈਂਟ ਨਾਲ ਦੀ ਨਾਲ ਥ੍ਰੈਟਸ ਨੂੰ ਅਲਰਟ ਕਰਦੀ ਰਹੀ ਆ? ਤੁਸੀਂ ਦੇਖੋ ਜਿੰਨੇ ਵੀ ਪਿੱਛੇ ਵੱਡੇ ਹਾਦਸੇ ਹੋਏ, ਮੈਂ ਉੱਥੇ ਸਵਾਲ ਕਰ ਰਿਹਾ, ਜੇ ਉਹ ਵਾਰ ਅਲਰਟ ਕਰਦੇ ਰਹੇ ਤੇ ਗਵਰਨਮੈਂਟ ਉਹਦੇ ਉੱਤੇ ਕੋਈ ਰਿਸਪੌਂਡ ਨਹੀਂ ਸੀ ਕਰ ਰਹੀ, ਕੋਈ ਕੰਮ ਨਹੀਂ ਸੀ ਕਰ ਰਹੀ, ਤੇ ਰਾਜਪਾਲ ਕੋਲੇ, ਰਾਸ਼ਟਰਪਤੀ ਕੋਲੇ ਕਿ ਸਰਕਾਰ ਭੰਗ ਕਰਨ ਦਾ ਵੀ ਤਾਂ ਉਹਨਾਂ ਕੋਲੇ ਅਧਿਕਾਰ ਹੈ। ਦੇਖੋ ਹੁਣ ਇਹ ਗੱਲ ਤੁਸੀਂ ਕਹਿ ਰਹੇ ਹੋ ਮਿਸਟਰ ਧਾਲੀਵਾਲ, ਫੇਲੀਅਰ ਕਿਹਦਾ ਹੋਇਆ ਇੱਥੇ? ਫੇਲੀਅਰ ਸੀਗਾ ਸਟੇਟ ਗਵਰਨਮੈਂਟ ਦਾ। ਨਹੀਂ, ਮੈਂ ਕੁਝ ਨਹੀਂ ਕਹਿ ਰਿਹਾ, ਆਈ ਐਮ ਜਸਟ ਆਸਕਿੰਗ, ਮੈਂ ਸਿਰਫ ਸਵਾਲ ਪੁੱਛ ਰਿਹਾ, ਮੈਂ ਕੁਝ ਨਹੀਂ ਕਹਿ ਰਿਹਾ ਹੈਗਾ। ਦੇਖੋ ਤੁਸੀਂ ਹੁਣ ਇਹ ਗੱਲ ਪੁੱਛ ਲਵਾਂ ਨਾ, ਇਹ ਬਾਰ-ਬਾਰ ਸੈਂਟਰ ਗਵਰਨਮੈਂਟ ਅਲਰਟ ਕਰ ਰਹੀਆਂ ਸੀ, ਮੈਂ ਪੁੱਛਣਾ ਚਾਹੁੰਦਾ ਦੋ ਮਿੰਟ। ਪੰਜਾਬ ਗਵਰਨਮੈਂਟ ਨੇ ਉਸ ਗੱਲ ਨੂੰ ਸੀਰੀਅਸਲੀ ਕਿਉਂ ਨਹੀਂ ਲਿਆ? ਡਾਕਟਰ ਸੁਰਿੰਦਰ ਕੰਵਲ ਜੀ, ਤੁਸੀਂ ਮੈਨੂੰ ਕਿਹਾ ਵੀ ਪਰਿਵਾਰਵਾਦ ਆ ਕਾਂਗਰਸ ਦੇ ਵਿੱਚ, ਤੇ ਬੀਜੇਪੀ ਬਹੁਤ ਤੁਸੀਂ ਪਾਕ ਸਾਹਿਬ ਦੱਸੀ, ਮੈਨੂੰ ਇਹ ਦੱਸੋ ਨਾ ਵੀ ਕਿਹੜਾ ਅਮਰਤ ਤੁਹਾਡੇ ਕੋਲ ਹੈ ਵੀ ਜਿਹੜਾ ਬੀਜੇਪੀ ਦੇ ਵਿੱਚ ਚਲੇ ਜਾਂਦਾ ਬਿਲਕੁਲ ਪਾਕ ਸਾਫ ਹੋ ਜਾਂਦਾ? ਨੰਬਰ 1। ਨੰਬਰ 2, ਤੁਸੀਂ ਅੱਜ ਪਰਿਵਾਰਵਾਦ ਦੀ ਨਹੀਂ, ਸੁਣੋ ਭੈਣ ਜੀ ਪਲੀਜ਼, ਸੁਣੋ ਪਲੀਜ਼, ਤੁਸੀਂ ਸੁਣੋ ਪਲੀਜ਼, ਮੈਂ ਤੁਹਾਡੀ ਰਿਸਪੈਕਟ ਕਰਦਾ, ਸੁਣੋ। ਨੰਬਰ 2, ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ ਨਾ, ਮੈਨੂੰ ਦੱਸੋ ਨਾ ਬੀਜੇਪੀ ਨੇ ਕੀਤਾ ਕੀ ਇੰਡੀਆ ਵਾਸਤੇ, ਕਿਹੜੀ ਸ਼ਹਾਦਤਾਂ ਦਿੱਤੀਆਂ? ਤੁਸੀਂ ਕਾਂਗਰਸ ਦੇ ਪਰਿਵਾਰਵਾਦ ਦੀ ਗੱਲ ਕਰਦੇ ਜੇ ਨਾ, ਦੋ ਸ਼ਹਾਦਤਾਂ ਦਿੱਤੀਆਂ, ਇੱਕ ਨਹੀਂ, ਤੁਹਾਡੇ ਕਿਹੜੇ ਬੰਦੇ ਨੇ ਸ਼ਹਾਦਤ ਦਿੱਤੀ? ਅੱਜ 100 ਗਨਮੈਨ ਲੈ ਕੇ ਤੁਸੀਂ ਸਾਰੇ ਕੱਢੇ ਜੇ, ਤੇ ਤੁਹਾਡੇ ਲਾਗੇ ਚਿੜੀ ਨਹੀਂ ਭੜਕ ਸਕਦੀ। ਤੁਸੀਂ ਗੱਲਾਂ ਕਰਦੇ ਜੇ ਬੀਜੇਪੀ ਦੇ, ਕਾਂਗਰਸ ਦੀਆਂ, ਕਾਂਗਰਸ ਦਾ ਤੁਸੀਂ ਗਲਾ ਘੁੱਟਣ ਦੇ ਆਏ ਜੇ। ਬੇਸਿਕਲੀ ਕਾਂਗਰਸ ਨਹੀਂ, ਤੁਸੀਂ ਚਾਹੁੰਦੇ ਹੋ ਵਿਪਕਸ਼ੀ ਖਤਮ ਹੋ ਜਾਏ, ਸਾਰੇ ਦੇਸ਼ ਵਿਪਕਸ਼ ਕਰਨ ਦੀ ਤੁਸੀਂ ਕੋਸ਼ਿਸ਼ ਕਰਨ ਦੇ ਜੇ, ਸਟੇਟਾਂ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ, ਪਰ ਇਹ ਮੁਮਕਿਨ ਨਹੀਂਗਾ। ਤੁਸੀਂ ਜਿੰਨਾ ਦਬਾਓਗੇ ਉਹਨੇ ਲੋਕੀ ਉੱਠ ਕੇ ਆਣਗੇ, ਜਿੰਨਾ ਤੁਸੀਂ ਲੋਕਾਂ ਨੂੰ ਅੰਦਰ ਕਰੋਗੇ, ਜਿੰਨਾ ਤੁਸੀਂ ਲੋਕਾਂ ਦੀ ਰੇਡਾਂ ਕਰੋਗੇ, ਜਿੰਨਾ ਤੁਸੀਂ ਲੋਕਾਂ ਨੂੰ ਤੰਗ ਕਰਨੋਗੇ,
ਉਹਨਾਂ ਲੋਕ ਤੁਹਾਡੇ ਵਿਰੁੱਧ ਹੋਣਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਵਿਪਕਸ਼ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਤੱਕ ਨਹੀਂ ਸੁਣੋ। ਤੁਸੀਂ ਸੁਣਨੀ ਹੋਗੀ, ਮੈਂ ਤੁਹਾਡੀ ਗੱਲ ਸੁਣੀ, ਮੇਰੀ ਗੱਲ ਸੁਣੋ ਜੀ। ਸੁਣੋ, ਤੁਸੀਂ ਬੜਾ ਮਿਸਗਾਈਡ ਹੋ ਰਹੇ ਨੇ ਜੇ ਬਾਰ-ਬਾਰ ਸਾਡੇ ਨੌਜਵਾਨਾਂ ਤੁਸੀਂ ਜ਼ਬਰਦਸਤੀ ਕਰ ਰਹੇ ਹੋ। ਇਹੀ ਤਾਂ ਬੱਚੇ ਸਾਡੇ ਮਿਸਗਾਈਡ ਹੋ ਰਹੇ ਨੇ। ਨਹੀਂ ਤੁਸੀਂ ਸੁਣਦੇ ਨਹੀਂ, ਤੁਸੀਂ ਜ਼ਬਰਦਸਤੀ ਜਿਸ ਤਰ੍ਹਾਂ ਤੁਸੀਂ ਡਿਬੇਟ ਦੀ ਨਹੀਂ ਬੋਲਦੇ। no I'm sorry to say ਡਾਕਟਰ ਸਾਹਿਬ, ਤੁਸੀਂ ਜਿਵੇਂ ਡਿਬੇਟ 'ਚ ਨਹੀਂ ਕਿਸੇ ਨੂੰ ਬੋਲਣ ਦੇ ਰਹੇ, ਉਹਦੀ ਜਾਣ ਕੇ ਉਹਦੀ ਟਾਈਮਿੰਗ ਲੈ ਰਹੇ ਹੋ। ਇਸੇ ਤਰ੍ਹਾਂ ਹੀ ਸੈਂਟਰ ਸਰਕਾਰ ਦੇ ਵਿੱਚ ਤੁਹਾਡੇ ਬੀਜੇਪੀ ਵਾਲੇ ਕਿਸੇ ਵੀ ਆਪੋਜੀਸ਼ਨ ਨੂੰ ਬੋਲਣ ਨਹੀਂ ਦਿੰਦੇ। ਉੱਤੇ ਕੈਮਰਾ ਮਿਊਟ ਕਰ ਦਿੰਦੇ ਨੇ, ਉਹਦੀ ਰਿਕਾਰਡਿੰਗ ਉਡਾ ਦਿੰਦੇ ਨੇ, ਉਹਦੇ ਉੱਤੇ ਕੋਈ ਨਾ ਕੋਈ ਐਕਟ ਲਾ ਕੇ ਉਹਨੂੰ ਅੰਦਰ ਕਰ ਦਿੰਦੇ ਨੇ, ਉਹਦੀ ਸਦੱਸਤਾ ਖਤਮ ਕਰ ਦਿੰਦੇ ਨੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੱਚ ਜਿਹੜਾ ਹਮੇਸ਼ਾ ਉਜਾਗਰ ਰਹਿੰਦਾ ਹੈ। ਤੁਸੀਂ ਜਿੰਨਾ ਮਰਜ਼ੀ ਦਬਾ ਲਓ, ਤੁਸੀਂ ਜਿੰਨਾ ਮਰਜ਼ੀ ਲੋਕਾਂ ਨੂੰ ਕਰ ਲਓ, ਅੱਜ ਤੁਸੀਂ ਜੋ ਮਰਜ਼ੀ ਮੈਂ ਕੁਝ ਸਵਾਲ ਲੈਣਾ ਚਾਹੁੰਦਾ। ਮੈਂ ਪੂਰਾ ਪੌਣਾ ਘੰਟਾ ਡਿਬੇਟ ਦੇ ਵਿੱਚ ਕੁਝ ਨਹੀਂ ਪੁੱਛਿਆ, ਮੈਂ ਕੁਝ ਸਵਾਲ ਪੁੱਛਣੇ ਚਾਹੁੰਦਾ। ਮੈਮ, ਤੁਸੀਂ ਗੱਲ ਕਹਿ ਰਹੇ ਸੀ ਨਾ ਕਿ ਵੀ ਜਿਹੜਾ ਬੀਜੇਪੀ ਦੇ ਲਈ ਦੇਸ਼ ਪਹਿਲਾਂ, ਤੇ ਡੈਫੀਨੇਟਲੀ ਕਿ ਬੀਜੇਪੀ ਦੀ ਇੱਕ ਚੰਗੀ ਆਈਡੀਓਲੋਜੀ ਹੈ ਇਹ, ਮਤਲਬ ਪੋਲਿਟਿਕਸ ਦੇ ਵਿੱਚੋਂ ਚੰਗੀ ਪੋਲੀਟੀਕਲ ਲਾਈਨ ਲੈ ਕੇ ਚੱਲਦੇ ਆ ਕਿ ਉਹਨਾਂ ਦੇ ਲਈ ਲੋਕਤੰਤਰ ਦੇ ਵਿੱਚ ਜਿਹੜੇ ਇੰਪੋਰਟੈਂਟ ਲੋਕ ਹੁੰਦੇ ਆ ਵੀ ਲੋਕ ਉਹਨਾਂ ਲਈ ਪਹਿਲ ਹੈ। ਕੀ ਪੰਜਾਬ ਬੀਜੇਪੀ ਨੇ ਸੈਂਟਰ ਕੋਲ ਰਿਪੋਰਟ ਕੀਤੀ ਇਹਦੇ ਸੰਬੰਧੀ, ਅੰਮ੍ਰਿਤਪਾਲ ਸਿੰਘ ਦੇ ਸੰਬੰਧੀ? ਧਾਲੀਵਾਲ ਜੀ, ਮੈਂ ਬਾਰ-ਬਾਰ ਇਹ ਗੱਲ ਤੁਹਾਨੂੰ ਕਹਿ ਰਹੀ ਹਾਂ ਕਿ ਪੰਜਾਬ ਦੇ ਵਿੱਚ ਕਿਸੇ ਵੀ ਮਸਲਿਆਤ ਦੇ ਹੱਲ ਦੇ ਲਈ ਪੰਜਾਬ ਦੀ ਗਵਰਨਮੈਂਟ ਕਾਦੇ ਵਾਸਤੇ ਬਣੀ ਹੈ? ਠੀਕ ਹੈ, ਵਿਰੋਧੀ ਧਿਰ ਦੇ ਵਿੱਚ ਸਾਡੇ 2 ਐਮਐਲਏ ਨੇ। ਪਲੀਜ਼ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਉਹਦੇ ਵਿੱਚ ਓਪੋਜੀਸ਼ਨ ਜਿਹੜੀਆਂ ਨੇ ਪਾਰਟੀਆਂ ਹੁੰਦੀਆਂ ਨੇ, ਉਹਨਾਂ ਨੇ ਪਹਿਰੇਦਾਰੀ ਵਾਲੀ ਡਾਂਗ ਆਪਣੇ ਹੱਥ ਦੇ ਵਿੱਚ ਰੱਖ ਕੇ ਉਹਨਾਂ ਨੂੰ ਸਮੇਂ-ਸਮੇਂ ਤੇ ਜਗਾਉਣ ਦਾ ਕੰਮ ਕਰਨਾ ਹੈ। ਉਹਨਾਂ ਨੇ ਜਿੱਥੋਂ ਉਹ ਥਿਰਕ ਰਹੇ ਨੇ ਉੱਥਾਂ ਨੇ ਉਹਨਾਂ ਨੂੰ ਸਹੀ ਰਾਹ ਤੇ ਉੱਤੇ ਦੱਸਣ ਦੇ ਵੀ ਕੰਮ ਕਰਨਾ ਹੈ। ਪਰ ਜੇ ਫਿਰ ਵੀ ਨਾ ਮੰਨਣ, ਉਹਦੇ ਉੱਤੇ ਕੇਂਦਰ ਬੈਠਾ, ਉਹਦੇ ਕੋਲ ਵੀ ਉਹ ਰਿਪੋਰਟ ਕਰ ਸਕਦੇ। ਤੁਹਾਡੇ ਕੋਲ ਤਾਂ ਖੁਸ਼ਕਿਸਮਤੀ ਇਹ ਆ ਕਿ ਤੁਹਾਡੀ ਤਾਂ ਪਾਰਟੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ। ਮੈਂ ਤਾਂ ਸਿਰਫ ਇਹ ਗੱਲ ਪੁੱਛ ਰਿਹਾ ਵੀ ਜਦੋਂ ਲੱਗਿਆ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਤਾਂ ਪਹਿਲਾਂ ਤੋਂ ਹੀ ਪਤਾ ਸੀ, ਏਜੰਸੀਜ਼ ਅਲਰਟ ਕਰ ਰਹੀਆਂ ਸੀ, ਔਰ ਜਿਸ ਤਰੀਕੇ ਦੀ ਅੱਜ ਹੈਡਲਾਈਨਸ ਪੰਜਾਬ ਸੰਬੰਧੀ ਦਿੱਤੀਆਂ ਜਾ ਰਹੀਆਂ ਨੇ ਕਿ ਪੰਜਾਬ ਉਬਲ ਰਿਹਾ, ਪੰਜਾਬ ਬੋਇਲ ਕਰ ਰਿਹਾ ਹੈ, ਕਿ ਇਸ ਸੰਬੰਧੀ ਪੰਜਾਬ ਬੀਜੇਪੀ ਯੂਨਿਟ ਨੇ ਫਿਕਰ ਜ਼ਾਹਰ ਕਰਦੇ ਹੋਏ ਕਿਸੇ ਨੂੰ ਵੀ, ਚਾਹੇ ਉਹ ਗਵਰਨਰ ਹੋ, ਚਾਹੇ ਉਹ ਪ੍ਰੈਜ਼ੀਡੈਂਟ ਹੋਣ, ਚਾਹੇ ਉਹ ਸੈਂਟਰਲ ਗਵਰਨਮੈਂਟ ਹੋਵੇ, ਹੋਮ ਮਿਨਿਸਟਰ, ਕਿਸੇ ਤੱਕ ਅਪਰੋਚ ਕੀਤਾ ਰਿਟਨ ਫਾਰਮ ਦੇ ਵਿੱਚ? ਕੋਈ ਧਾਲੀਵਾਲ ਜੀ, ਪਿਛਲੇ ਸਮੇਂ ਦੇ ਦੌਰਾਨ ਜੋ ਵੀ ਪੰਜਾਬ ਬੀਜੇਪੀ ਸ਼ਾਮਲ ਕਰਾਓ ਬੰਦੇ, ਹੋਰ ਕੋਈ ਇਹਨਾਂ ਦਾ ਕੰਮ ਹੀ ਨਹੀਂ ਰਹਿ ਗਿਆ। ਇਹਨਾਂ ਦਾ ਕੋਈ ਬੀਜੇਪੀ ਦਾ ਕੋਈ ਕੰਮ ਨਹੀਂਗਾ। ਬੀਜੇਪੀ ਦੇ ਜਿੰਨੇ ਨੇਤਾ ਨੇ ਸਿਰਫ ਪੰਜਾਬ ਬੀਜੇਪੀ ਦੇ, ਉਹਨਾਂ ਦੇ ਨੇਤਾ ਦਾ ਇੱਕੋ ਹੀ ਕੰਮ ਰਹਿ ਗਿਆ ਵੀ ਜਿੰਨੇ ਬੰਦੇ ਸ਼ਾਮਲ ਕਰਾਤੇ ਵੱਧ ਤੋਂ ਵੱਧ ਬੀਜੇਪੀ ਦੇ ਵਿੱਚ ਕਰਾਓ ਤਾਂ ਕਿ ਬੀਜੇਪੀ ਮਜ਼ਬੂਤ ਹੋਵੇ। ਉਹਨਾਂ ਨੂੰ ਪੰਜਾਬ ਦਾ ਕੋਈ ਭਲਾ ਨਹੀਂਗਾ, ਉਹਨਾਂ ਨੂੰ ਪਾਰਟੀ ਚਾਹੀਦੀ ਆ। ਸੰਸਦ ਜਵਾਬ ਨਹੀਂ, ਮੈਂ ਉਹਨਾਂ ਨੂੰ ਸਵਾਲ ਪੁੱਛਿਆ, ਉਹਨਾਂ ਨੂੰ ਜਵਾਬ ਦੇ ਲੈਣ ਦਿਓ 1 ਮਿੰਟ ਲਈ। ਦੇਖੋ, ਇਹੀ ਗੱਲ ਮੈਂ ਧਾਲੀਵਾਲ ਜੀ ਦੱਸਣਾ ਚਾਹੁੰਦੀ ਆ ਕਿ ਹੁਣ ਤੱਕ 70 ਸਾਲ ਦੀ ਕਾਂਗਰਸ ਦੀ ਰਾਜਨੀਤੀ ਨਹੀਂ, ਮੇਰੇ ਸਵਾਲ ਦਾ ਜਵਾਬ ਦਿਓ। ਮੇਰੇ ਸਵਾਲ ਦਾ ਜਵਾਬ ਦੇ ਦਿਓ। ਤੁਹਾਡੇ ਸਵਾਲ ਦਾ ਜਵਾਬ ਇਹ ਆ ਕਿ ਜਦੋਂ ਰਾਜਪਾਲ ਸਾਹਿਬ ਜ਼ਮੀਨੀ ਸੱਤਾ ਦੇ ਉੱਤੇ ਜਾ ਕੇ ਦੇਖਣ ਜਾਂਦੇ ਨੇ, ਉਦੋਂ ਪੰਜਾਬ ਦੇ ਵਿੱਚ ਰੌਲਾ ਪਾ ਦਿੰਦੇ ਨੇ ਇਹ ਕਿ ਰਾਜਪਾਲ ਰਾਜਪਾਲ ਥੱਲੇ ਕਿਉਂ ਆਉਂਦੇ ਨੇ, ਜ਼ਮੀਨੀ ਸੱਤਾ ਤੇ ਕਿਉਂ ਵੇਖਣ ਜਾਂਦੇ ਨੇ। ਦੂਸਰੀ ਗੱਲ, ਜੇਕਰ ਸੰਸਦ ਦੇ ਵਿੱਚ ਸਾਡੇ 2 ਐਮਐਲਏ ਨੇ, ਹਨਾ, ਵਿਧਾਨ ਸਭਾ ਦੇ ਵਿੱਚ, ਔਰ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ, ਸਾਡੇ ਪ੍ਰਧਾਨ ਅਸ਼ਵਨੀ ਜੀ, ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਮੁੱਦੇ ਚੁੱਕੇ, ਔਰ ਹੁਣ ਸਰਬ ਪਾਰਟੀ ਮੀਟਿੰਗ ਸੱਦਣ ਦਾ ਵੀ ਇੱਕ ਉਹਨਾਂ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਸੀਗਾ ਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਸੰਜੀਦਗੀ ਦੇ ਨਾਲ ਬਹਿਸ ਕੀਤੀ ਜਾਵੇ। ਲੇਕਿਨ ਤੁਸੀਂ ਸੰਸਦ ਦੇ ਵਿੱਚ ਵੇਖਿਆ, ਉੱਥੇ ਬਹਿਸ ਕਰਨ ਨੂੰ ਕੌਣ ਤਿਆਰ ਆ? ਉੱਥੇ ਗੱਲ ਕਰਨ ਨੂੰ ਕੌਣ ਤਿਆਰ ਆ? ਮੇਰੇ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ, ਤੁਸੀਂ ਹੋਰ ਪਾਸੇ ਲੈ ਕੇ ਜਾ ਰਹੇ ਹੋ। ਔਰ ਜੇ ਤੁਸੀਂ ਅਸ਼ਵਨੀ ਸ਼ਰਮਾ ਜੀ ਦੀ ਗੱਲ ਕਰਦੇ ਹੋ ਨਾ, ਉਹਨਾਂ ਦੀ ਮੈਂ ਤਾਂ ਉਹੀ ਸਟੇਟਮੈਂਟ ਸੁਣੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਰੱਜ ਕੇ ਸਰਾਹਨਾ ਕੀਤੀ ਹੈ। ਉਹਨਾਂ ਨੇ ਸ਼ਲਾਘਾ ਕੀਤੀ ਹੈ ਕਿ ਹਰ ਵੇਲਾ ਜਿਹੜਾ ਹੈ ਕ੍ਰਿਟਿਸਿਜ਼ਮ ਦਾ ਨਹੀਂ ਹੁੰਦਾ, ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਤੇ ਤੁਸੀਂ ਕਹਿ ਰਹੇ ਹੋ ਕਿ ਕੰਮ ਹੀ ਕੁਛ ਨਹੀਂ ਕੀਤਾ, ਸਾਰਾ ਤੁਸੀਂ ਵਰਕਾ ਹੀ ਪਾੜਤਾ, ਸਾਰਾ ਨਜ਼ਲਾ ਹੀ ਉਹਨਾਂ ਤੇ ਅੱਜ ਕੰਮ ਕੀਤਾ। ਔਰ ਇਹ ਕਰਨਾ, ਦੇਖੋ, ਪੰਜਾਬ ਜਿਸ ਸਥਿਤੀ ਚੋਂ ਨੌਜਵਾਨੀ ਲੰਘ ਰਹੀ ਸੀਗੀ, ਅੱਜ ਕੰਮ ਹੋ ਗਿਆ, ਪਰ ਇੰਨਾ ਲੇਟ ਕੰਮ ਕੀਤਾ ਕਿ ਅੱਜ ਸਾਡੇ ਨੌਜਵਾਨ ਜਿਹੜੇ ਨੇ ਉਹ ਜਾਂ ਤਾਂ ਇਹਨੂੰ ਸਟਾਰਟਿੰਗ ਦੇ ਉੱਤੇ, ਦੇਖੋ, ਅੱਜ ਇਹ ਕਰਨਾ ਜ਼ਰੂਰੀ ਹੋ ਗਿਆ ਸੀ ਪੰਜਾਬ ਗਵਰਨਮੈਂਟ ਦੇ ਲਈ, ਲੇਕਿਨ ਅੱਜ ਜੇਕਰ ਇਹ ਇੰਨੀ ਲੇਟ ਕੀਤਾ, ਕਿਉਂਕਿ ਮੈਂ ਗੱਲ ਸ਼ੁਰੂ ਦੇ ਵਿੱਚ ਇੱਕ ਕੀਤੀ ਆ ਕਿ ਜਦੋਂ ਮੈਡਮ ਮੇਰਾ ਫਿਰ ਸਵਾਲ ਤਾਂ ਉੱਥੇ ਹੀ ਹੈ ਨਾ, ਮੇਰੇ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅੱਜ ਕੰਮ ਕਰਨਾ ਜ਼ਰੂਰੀ ਹੋ ਗਿਆ ਸੀਗਾ, ਪਾਣੀ ਸਿਰਾਂ ਦੇ ਉੱਤੋਂ ਲੰਘ ਰਿਹਾ ਸੀਗਾ, ਪੁਲਾਂ ਦੇ ਉੱਤੋਂ ਪਾਣੀ ਲੰਘ ਰਿਹਾ ਸੀਗਾ,
ਫਿਰ ਇਸ ਅੰਦਰ ਬਾਕੀ ਧਿਰਾਂ ਬੈਠੀਆਂ ਤਮਾਸ਼ਾ ਦੇਖ ਰਹੀਆਂ ਸੀ, ਉਹ ਦੇਖਣਾ ਚਾਹੁੰਦੇ ਸੀ ਕਿ ਪਿੰਡ ਨੂੰ ਅੱਗ ਲੱਗ ਜੇ, ਉਸ ਤੋਂ ਬਾਅਦ ਅਸੀਂ ਉਹਦੇ ਵਿੱਚ ਬੁਝਾਉਣ ਵਾਲਿਆਂ ਦੇ ਵਿੱਚ ਸਾਡਾ ਨਾਮ ਆਊਗਾ। ਦੇਖੋ ਧਾਰੀਵਾਲ, ਇਹ ਆਪਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ, ਜਿਸ ਤਰ੍ਹਾਂ ਹੁਣ ਮੈਂ ਇਹ ਗੱਲ ਫੇਰ ਦੁਬਾਰਾ ਕਹੂੰਗੀ ਕਿ ਜਿਸ ਤਰ੍ਹਾਂ ਕਾਂਗਰਸ ਨੇ ਪਹਿਲਾਂ ਕੀਤਾ 70 ਸਾਲ ਦੀ ਇਸ ਰਾਜਨੀਤੀ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਿਸਟਮ ਨੂੰ ਡਿਮੋਲਿਸ਼ ਕੀਤਾ, ਠੀਕ ਹੈ ਨਾ। ਤੇ ਕਾਂਗਰਸ ਹੈ ਕਿੱਥੇ ਆ? ਕਾਂਗਰਸ ਹੈ ਕਿੱਥੇ ਆ? 400 ਦੀ ਫਿਗਰ ਵਾਲੀ 40 ਤੇ ਆ ਕੇ ਖੜ ਗਈ, ਕਾਂਗਰਸ ਹੈ ਕਿੱਥੇ ਆ? ਲੋਕਤੰਤਰ 'ਚ ਲੋਕ ਵੱਡੇ ਆ, ਫਿਰ ਆਪ ਹੀ ਜਵਾਬ ਦੇ ਦਿੰਦੇ ਆ। ਲੋਕ ਵੱਡੇ ਨੇ ਨਾ, ਮੈਂ ਇਹੀ ਤਾਂ ਕਹਿ ਰਹੀ ਹਾਂ ਨਾ, ਲੋਕ ਵੱਡੇ ਨੇ ਔਰ ਲੋਕਾਂ ਦੀ ਵਡਿਆਈ ਦੇ ਵਿੱਚ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਪਾਰਟੀ ਲੋਕਾਂ ਪ੍ਰਤੀ ਸੰਵੇਦਨ ਹੈ, ਔਰ ਮੈਂ ਉਹੀ ਗੱਲ ਕਹਿ ਰਿਹਾ ਵੀ ਜੇ ਵਾਕਈ ਹੀ ਸੰਵੇਦਨਤਾ ਸੀ, ਜੇ ਵਾਕਈ ਸੰਵੇਦਨਸ਼ੀਲ ਸੀ, ਤੇ ਇਹ ਅੱਜ ਪਾਣੀ ਜਦੋਂ ਸਿਰਾਂ ਤੋਂ ਲੰਘਣ ਵਾਲੀ ਸਿਚੁਏਸ਼ਨ ਆਈ, ਉਦੋਂ ਪਹਿਲਾਂ ਕਿਉਂ ਕੰਮ ਨਹੀਂ ਹੋਇਆ? ਉਦੋਂ ਪਹਿਲਾਂ ਕਿਉਂ ਨਹੀਂ ਗੱਲ ਹੋਇਆ, ਅਮਲ ਕਿਉਂ ਨਹੀਂ ਹੋਇਆ? ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਭੰਗ ਕਰ ਦੇਣੀ ਚਾਹੀਦੀ ਸੀ, ਜੇ ਸਰਕਾਰ ਸੁਣ ਨਹੀਂ ਸੀ ਰਹੀ। ਦੇਖੋ, ਇਹਨਾਂ ਗੱਲਾਂ ਦੀਆਂ ਜਵਾਬਦੇਹੀਆਂ ਮੈਂ ਨਹੀਂ ਕਰ ਸਕਦੀ, ਅੰਡਰਸਟੈਂਡ। ਸਭ ਤੋਂ ਪਹਿਲੀ ਗੱਲ ਤੇ ਇਹ ਜਿਹੜੇ ਮਸਲਿਆਤ ਜਦੋਂ ਕਿ ਫਰੋਮ ਦਾ ਫਸਟ ਡੇ ਆਫ ਦਿਸ ਗਵਰਨਮੈਂਟ ਜਦੋਂ ਪਤਾ ਲੱਗ ਰਿਹਾ ਸੀਗਾ ਕਿ ਲਾ ਐਂਡ ਆਰਡਰ ਇਸ ਸਥਿਤੀ ਤੇ ਜਾ ਰਿਹਾ ਵਾ, ਨਸ਼ਾ ਤੁਸੀਂ ਦੇਖਿਆ ਨਸ਼ਾ ਕਿਹੜੇ ਕਿਹੜੇ ਥਾਵਾਂ ਦੇ ਉੱਤੇ, ਮੋੜਾਂ ਦੇ ਉੱਤੇ ਲਿਖਿਆ ਮਿਲਿਆ ਕਿ ਇਧਰੋਂ ਨਸ਼ਾ ਮਿਲਦਾ ਵਾ, ਔਰ ਉਹਦੇ ਬਾਵਜੂਦ ਜਿਹੜਾ ਵਾ ਉਹ ਹਾਲਾਤ ਕਿਸ ਤਰ੍ਹਾਂ ਦੇ ਨੇ। ਲੇਕਿਨ ਉਸ ਤੋਂ ਬਾਅਦ ਵੀ ਸਮੇਂ-ਸਮੇਂ ਦੇ ਉੱਤੇ ਬੀਜੇਪੀ ਨੇ ਆਪਣੇ ਵਿਰੋਧ ਦਰਜ ਕਰਵਾਏ ਨੇ, ਔਰ ਸਮੇਂ-ਸਮੇਂ ਦੇ ਉੱਤੇ ਜਦੋਂ ਰਾਜਪਾਲ ਸਾਹਿਬ ਵੀ ਉੱਠ ਕੇ ਜਾਂਦੇ ਨੇ ਜ਼ਮੀਨੀ ਪੱਧਰ ਦੇ ਉੱਤੇ। ਪਰ ਅੱਜ ਤੁਸੀਂ ਇਹ ਗੱਲ ਲੋਕਾਂ ਨੂੰ ਬਾਰ-ਬਾਰ ਇਹ ਦੱਸੋ, ਅੱਜ ਬੀਜੇਪੀ ਦੀ ਵਜ੍ਹਾ ਕਰਕੇ ਹੀ ਅੱਜ ਪੰਜਾਬ ਇਸ ਵਿੱਚ ਆ ਗਿਆ ਵਾ ਕਿ ਅਸੀਂ ਜੇਕਰ ਕੋਈ ਵਾਧੀ ਘਾਟੀ ਹੋਈ ਆ ਤੇ ਸੈਂਟਰ ਗਵਰਨਮੈਂਟ ਦੇ ਨਾਲ ਮਿਲ ਕੇ ਹੀ ਇਸ ਚੀਜ਼ ਦੀ ਸਥਿਤੀ ਨੂੰ ਕੰਟਰੋਲ ਕੀਤਾ ਜਾ ਪਾਇਆ ਵਾ। ਲੇਕਿਨ ਅਗਰ ਇਸ ਤੋਂ ਵੀ ਜ਼ਿਆਦਾ ਲੇਟ ਹੋ ਜਾਂਦਾ ਤੇ ਫਿਰ ਤੁਸੀਂ ਦੇਖੋ ਕਿ ਆਪ ਜਿਹੜੀ ਆ ਉਹ ਜਾਂ ਪੰਜਾਬ ਜਿਹੜਾ ਵਾ ਉਹ ਕਿੱਥੇ ਖਲੋਂਦਾ ਜਾ ਕੇ। ਅੱਜ ਜਿਹੜੀ ਮਾਨ ਸਰਕਾਰ ਨੇ ਜਿਹੜੀ ਕੀਤੀ ਆ ਕਾਰਵਾਈ, ਉਹ ਅੱਜ ਸਮੇਂ ਦੀ ਲੋੜ ਬਣ ਗਈ ਸੀਗੀ। ਪਰ ਹੁਣ ਅਸਲੀ ਗੱਲ ਤੇ ਇੱਥੇ ਇਹ ਵਿਚਾਰਨ ਵਾਲੀ ਆ, ਸਮੇਂ ਦੀ ਲੋੜ ਤਾਂ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਚਾਹੀਦਾ ਹੈ। ਸਮੇਂ ਦੀ ਲੋੜ ਤਾਂ ਇਹ ਹੈ ਕਿ ਖੇਤੀ ਦੀ ਆਮਦਨੀ ਦੁੱਗਣੀ ਕਰਨ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਬਿਰਾਜਮਾਨ ਹੋਈ ਭਾਜਪਾ ਨੂੰ ਉਹ ਵੀ ਕਰਨੀ ਚਾਹੀਦੀ ਸੀ। ਉਹ ਕਿਸਾਨ ਵੀ ਚਾਹੁੰਦੇ ਸੀ ਕਿ ਖੁਦਕੁਸ਼ੀਆਂ ਵੀ ਰੋਕ ਸਕਦੀ ਸੀ ਕਿ ਬੀਜੇਪੀ ਤਾਂ ਨਹੀਂ। ਤੇ ਹੁਣ ਆਪ ਵਾਲੀ ਗਵਰਨਮੈਂਟ ਜਿਹੜੀ ਆ ਉਹ ਅੱਛੀਆਂ ਨੀਤੀਆਂ ਲੈ ਕੇ ਆਈ ਹੋਈ ਆ ਨਾ, ਉਹਨਾਂ ਨੇ ਖੇਤੀਬਾੜੀ ਦੇ ਲਈ ਨੀਤੀ ਤਿਆਰ ਕਰਨੀ ਆ, ਜਿਹੜੇ ਝੂਠ ਦੇ ਪਲੰਦੇ ਦੇ ਉੱਤੇ ਆਪ ਗਵਰਨਮੈਂਟ ਆਈ ਆ। ਹੁਣ ਦੇਖੋ, ਪੰਜਾਬ ਗਵਰਨਮੈਂਟ ਦੇ ਅਧਿਕਾਰ ਖੇਤਰ ਦੇ ਵਿੱਚ ਜਿੱਥੇ ਸੈਂਟਰ ਨੇ ਕੰਮ ਕਰਨਾ, ਉਹ ਤੇ ਆਪਣਾ 70% ਦਾ ਜਿਹੜਾ ਹਿੱਸਾ ਬਾਰ-ਬਾਰ ਦੇ ਹੀ ਰਹੀ। ਤੁਸੀਂ ਅੱਜ ਦੇਖੋ ਅੰਮ੍ਰਿਤਸਰ ਦੇ ਵਿੱਚ ਰੀਕੋ ਬ੍ਰਿਜ ਆਇਆ ਵਾ, ਕਿੰਨੀ ਦੇਰ ਦੀ ਉੱਥੇ ਕਿੰਨੇ ਹਾਦਸੇ ਹੋਏ, ਟੁੱਟਿਆ ਉਹ ਕਈ ਵਾਰੀ, ਇੱਕ ਵਾਰੀ ਤਾਂ ਉੱਥੇ ਟਰੱਕ ਵੀ ਜਿਹੜਾ ਸੀਗਾ ਉਸ ਬ੍ਰਿਜ ਦੇ ਉੱਤੇ ਉਹ ਟੁੱਟ ਕੇ ਤੇ ਅੜ ਗਿਆ। ਹੁਣ ਕੀ ਹੁੰਦਾ ਵਾ, ਕਿਸੇ ਨੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ। ਕਿੰਨੀਆਂ ਸਰਕਾਰਾਂ ਲੰਘ ਕੇ ਗਈਆਂ। ਹੁਣ ਤਰੁਣ ਚੁੱਗ ਜੀ ਨੇ ਉਸ ਰੀਕੋ ਬ੍ਰਿਜ ਦੇ ਲਈ ਜਿਹੜਾ ਅੰਮ੍ਰਿਤਸਰ ਦਾ ਦਿਲ ਆ, ਉਸ ਦੇ ਲਈ ਸੈਂਟਰ ਗਵਰਨਮੈਂਟ ਤੋਂ ਬਕਾਇਦਾ ਜਾ ਕੇ ਮੋਦੀ ਗਵਰਨਮੈਂਟ ਤੋਂ ਚੀਜ਼ ਲੈ ਕੇ ਆਏ, ਫੰਡ ਲੈ ਕੇ ਆਏ, ਜਦ ਕਿ ਸੈਂਟਰ ਗਵਰਨਮੈਂਟ ਉਹ ਫੰਡ ਦੇਣ ਨੂੰ ਅਲਾਉ ਨਹੀਂ ਕਰ ਰਹੀ ਸੀ। ਲੇਕਿਨ ਉਹਨਾਂ ਨੇ ਪੂਰੇ ਦੇ ਪੂਰੇ ਫੰਡ ਪੰਜਾਬ ਗਵਰਨਮੈਂਟ ਉਹ ਫੰਡ ਨਹੀਂ ਦੇ ਰਹੀ ਸੀ ਜਿਹੜਾ ਪੰਜਾਬ ਗਵਰਨਮੈਂਟ ਦਾ ਹਿੱਸਾ ਬਣਦਾ ਸੀ। ਔਰ ਕਿੰਨੀ ਦੇਰ ਤੋਂ ਉਹ ਰੁਕਿਆ ਹੋਇਆ ਸੀ ਰੀਕੋ ਬ੍ਰਿਜ, ਅੱਜ ਸੈਂਟਰ ਤੋਂ ਉਹ ਲਿਆ ਕੇ, ਕਿਉਂਕਿ ਦੇਖੋ ਆਰਡੀਐਫ ਰਿਲੀਜ਼ ਹੋ ਗਿਆ ਪੰਜਾਬ ਲਈ, ਪੰਜਾਬ ਦੀ ਆਰਡੀਐਫ ਰਿਲੀਜ਼ ਹੋ ਗਿਆ। ਹਾਂਜੀ, ਆਰਡੀਐਫ ਰਿਲੀਜ਼ ਹੋ ਗਿਆ। ਆਰਡੀਐਫ ਕਿਹੜੇ? ਤੁਸੀਂ ਇਸ ਫੰਡ ਦੇ ਰਿਗਾਰਡਿੰਗ ਜਿਹੜੀ ਗੱਲ ਕਰ ਰਹੇ ਹੋ? ਨਹੀਂ, ਆਰਡੀਐਫ ਫੰਡ ਹੁੰਦਾ ਮੈਡਮ, ਰੂਰਲ ਡਿਵੈਲਪਮੈਂਟ ਫੰਡ ਹੁੰਦਾ, ਉਹ ਰਿਲੀਜ਼ ਹੋ ਗਿਆ। ਉਹ ਵੀ ਪੰਜਾਬ ਦੇ ਭਲੇ ਲਈ ਰਿਲੀਜ਼ ਹੋਣਾ। ਪਹਿਲਾਂ ਗੱਲ ਕਰਦੀ ਪਈ ਆ, ਪਹਿਲੀ ਉਸ ਗੱਲ ਨੂੰ ਸੁਣ ਲਓ, ਫਿਰ ਮੈਂ ਤੁਹਾਨੂੰ ਰੂਰਲ ਡਿਵੈਲਪਮੈਂਟ ਫੰਡ ਦੀ ਵੀ ਗੱਲ ਕਰਾਂਗੀ। ਤੁਸੀਂ ਦੇਖੋ ਕਿੰਨੇ ਫੰਡ ਸੈਂਟਰ ਗਵਰਨਮੈਂਟ ਆਪਣਾ ਟਾਈਮ ਸਿਰ ਰਿਲੀਜ਼ ਕਰਦੀ ਆ, ਲੇਕਿਨ ਪੰਜਾਬ ਗਵਰਨਮੈਂਟ ਉਹ ਜਿਹੜਾ ਮੈਂ ਉਹੀ ਤਾਂ ਪੁੱਛਦਾ ਵੀ ਟਾਈਮ ਸਿਰ ਕਰਦੇ ਵੀ ਉਹ ਆਰਡੀਐਫ ਰਿਲੀਜ਼ ਪੈਸਾ ਕਿੱਧਰ ਚਲਾ ਗਿਆ। ਆਯੁਸ਼ਮਾਨ ਦੀ ਜਿਹੜੀ ਸੀਗੀ ਉਹ ਸਾਰੀ ਦੀ ਸਾਰੀ ਗ੍ਰਾਂਟ ਜਿਹੜੀ ਸੀਗੀ ਸੈਂਟਰ ਗਵਰਨਮੈਂਟ ਨੇ ਭੇਜੀ, ਇਹਨਾਂ ਨੇ ਆਯੁਸ਼ਮਾਨ ਜਿਹੜਾ ਸੀਗਾ ਉਹ ਪੰਜਾਬ ਦੇ ਵਿੱਚ ਨਹੀਂ ਰਿਲੀਜ਼ ਕਰਦੇ ਪਏ। ਸਾਰੇ ਫੰਡਾਂ ਦੀ ਤੇ ਮਿਸਪਲੇਸਮੈਂਟ ਹੋਣ ਰਹੀ ਆ। ਮਿਸਪਲੇਸਮੈਂਟ ਦੇ ਨਾਲ ਹੁਣ ਤੁਸੀਂ ਫੇਰ ਸੈਂਟਰ ਦੇ ਉੱਤੇ ਗੱਲ ਕਰਦੇ ਪਏ। ਸੈਂਟਰ ਆਪਣਾ ਕੰਮ ਗਗਨ ਜੀ ਸੰਭਲ ਜੋ, ਇਹ ਅਜਿਹਾ ਦੁਰਵਿਵਹਾਰ ਪੰਜਾਬ ਦੇ ਨਾਲ ਨਾ ਕਰੋ, ਅਜਿਹੀਆਂ ਚੀਜ਼ਾਂ ਪੰਜਾਬ ਦੇ ਨਾਲ ਕਰੋ। ਤੁਹਾਨੂੰ ਵਾਰ-ਵਾਰ ਤੁਹਾਨੂੰ ਹਾਂਜੀ, ਦਿਸ ਇਜ਼ ਐਕਚੁਅਲੀ ਰੋਂਗ ਬਿਕੋਜ਼ ਡਿਊ ਟੂ ਬੀਜੇਪੀ ਔਰ ਡਿਊ ਟੂ ਸੈਂਟਰ ਗਵਰਨਮੈਂਟ ਹੀ ਪੰਜਾਬ ਦੇ ਵਿੱਚ ਅੱਜ ਜਿੰਨੇ ਵੀ 8 ਲੇਨ ਬਣ ਰਹੇ ਨੇ, ਜਿੰਨੇ ਵੀ ਪੁਲ ਬਣ ਰਹੇ ਨੇ, ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਆ, ਨਰੇਗਾ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਪੇਮੈਂਟ ਆ ਰਹੀ ਆ, ਨਰੇਗਾ ਦੀਆਂ ਜਿਹੜੀਆਂ ਡੇਲੀ ਵੇਜਸ ਨੇ ਉਹ ਵਧਾਈਆਂ ਗਈਆਂ ਨੇ। ਤੁਸੀਂ ਕਹਿ ਰਹੇ ਹੋ ਗਲਤ ਹੈ, ਗਲਤ ਕੀ ਹੈ? ਤੇ ਗਲਤ ਕੀ ਹੈ? ਮੈਂ ਤੁਸੀਂ ਜਿਹੜੀ ਗੱਲ ਨਹੀਂ ਤੁਸੀਂ ਕਹਿ ਰਹੇ ਹੋ ਗਲਤ ਹੈ, ਗਲਤ ਕੀ ਹੈ ਮੈਨੂੰ ਇਹ ਤਾਂ ਦੱਸੋ। ਕਾਰਵਾਈ ਕਰਨੀ ਜ਼ਰੂਰੀ ਹੈ ਤੇ ਜਦੋਂ ਮੁਲਕ ਤਰੱਕੀ ਦੀ ਰਾਹ ਦੇ ਉੱਤੇ ਜਾ ਰਿਹਾ, ਪੁਲ ਸੜਕਾਂ ਬਣਾਉਣੇ ਜ਼ਰੂਰੀ ਨਹੀਂ ਹੈਗੇ?
ਹਾਂ ਹੁਣ ਤੁਸੀਂ ਮੰਨ ਰਹੇ ਆ ਨਾ ਕਿ ਜਦੋਂ ਨਹੀਂ ਬਣਾਉਣੇ ਜ਼ਰੂਰੀ ਨੇ ਹੈਗੇ, ਨਾਲੇ ਲੋਕਾਂ ਦੇ ਫੰਡ ਦੇ ਨਾਲ ਬਣਦੇ ਨੇ, ਉਹਦੇ ਉੱਤੇ ਫੇਰ ਟੈਕਸ ਲਿਆ ਜਾਂਦਾ ਹੈ, ਉਹਦੇ ਉੱਤੇ ਬਹੁਤ ਵੱਡੇ ਵੱਡੇ ਟੋਲ ਪਲਾਜ਼ਾ ਲੱਗਦੇ ਨੇ। ਧਾਲੀਵਾਲ ਜੀ ਅੱਜ G20 ਦੇ ਵਿੱਚ ਸਾਡਾ ਦੇਸ਼ ਪ੍ਰਧਾਨਗੀ ਦੇ ਵਿੱਚ ਹੈ ਡਿਊ ਟੂ ਦਾ ਨਰਿੰਦਰ ਮੋਦੀ ਜੀ, ਡਿਊ ਟੂ ਦਾ ਸੈਂਟਰ ਗਵਰਨਮੈਂਟ। ਅੱਜ ਸਾਨੂੰ 20 ਦੇਸ਼ਾਂ ਦੀ ਪ੍ਰਧਾਨਗੀ ਮਿਲਦੀ ਆ। ਅੱਜ ਉਹਦੇ ਵਿੱਚੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਜਿਹੜੇ ਨੇ ਉਹ ਇੱਕ ਇਹੋ ਜਿਹੇ ਚੁਣਿੰਦਾ ਸ਼ਹਿਰਾਂ ਦੇ ਵਿੱਚੋਂ ਆਉਂਦੇ ਨੇ ਜਿੱਥੇ G20 ਦੀ ਪ੍ਰਧਾਨਗੀ ਦੇ ਨਾਲ ਸਾਨੂੰ ਆਪਣਾ ਸੱਭਿਆਚਾਰ, ਆਪਣੀ ਵਿਰਾਸਤ, ਆਪਣੀ ਗੱਲ ਕਹਿਣ ਦਾ ਵਿਸ਼ਵ ਦੇ ਪਲੇਟਫਾਰਮ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਡਮ, ਕਾਂਗਰਸ ਨੂੰ ਤੁਸੀਂ ਗਲਤ ਕਹਿ ਰਹੇ ਹੋ, ਆਮ ਆਦਮੀ ਪਾਰਟੀ ਨੂੰ ਤੁਸੀਂ ਗਲਤ ਕਹਿ ਰਹੇ ਹੋ, ਈਵਨ ਕਿ ਐਂਕਰ ਨੂੰ ਤੁਸੀਂ ਗਲਤ ਕਹਿ ਰਹੇ ਹੋ। ਹਲੇ 10 ਮਿੰਟ ਹੋਰ ਡਿਬੇਟ ਅੱਗੇ ਚੱਲ ਗਈ, ਚੈਨਲ ਨੂੰ ਤੁਸੀਂ ਗਲਤ ਕਹੋਗੇ। ਮੈਨੂੰ ਇਹ ਨਹੀਂ ਪਤਾ ਵੀ ਸਹੀ ਕੌਣ ਹੈ ਜੀ, ਸਾਰੀ ਗਲਤ ਨੇ ਜੀ। ਮੈਂ ਕਾਂਗਰਸ ਨੂੰ ਇਸ ਕਰਕੇ ਗਲਤ ਮੰਨਦੀ ਆ ਕਿ ਜਦੋਂ 84 ਦਾ ਅਟੈਕ ਹੁੰਦਾ ਹੈ, ਠੀਕ ਹੈ ਜੀ, ਗਲਤ ਹੈ। ਆਮ ਆਦਮੀ ਪਾਰਟੀ ਨੂੰ ਇਸ ਕਰਕੇ ਗਲਤ ਮੰਨਦੇ ਹੋ ਕਿ ਉਹਨਾਂ ਦਾ ਫੇਲਿਅਰ ਰਿਹਾ ਹੈ, ਤੇ ਹੁਣ ਐਂਕਰ ਕਾਹਦੇ ਲਈ ਗਲਤ ਹੋ ਗਿਆ, ਐਂਕਰ ਨੂੰ ਵੀ ਦੱਸ ਦਿਓ। ਨਹੀਂ ਤੁਸੀਂ ਹੁਣ ਆਪੇ ਹੀ ਤਾਂ ਮੰਨ ਰਹੇ ਹੋ ਕਿ ਤੁਸੀਂ ਡਿਮੋਲਿਸ਼ ਕਰ ਦਿਓ, ਤੁਸੀਂ ਪੰਜਾਬ 'ਚ ਰਾਜ ਲਾ ਦਿਓ, ਤੁਸੀਂ ਪੰਜਾਬ 'ਚ ਰਾਜ। ਦੇਖੋ ਸਾਨੂੰ ਕਦੇ ਵੀ ਉਹ ਗੱਲ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਗੱਲਾਂ ਦੇ ਉੱਤੇ ਸਾਡਾ ਅਧਿਕਾਰ ਖੇਤਰ ਨਹੀਂ ਬਣਦਾ, ਠੀਕ ਹੈ। ਸਮੇਂ ਦੀ ਕਮਾਲ ਕਰ ਰਹੇ ਹੋ ਮੈਮ, ਕਿਉਂ ਨਹੀਂ ਬਣਦਾ ਅਧਿਕਾਰ ਖੇਤਰ? ਜਿਹੜੀਆਂ ਚੀਜ਼ਾਂ ਅਧਿਕਾਰ ਖੇਤਰ ਦੇ ਵਿੱਚ ਨੇ ਤਾਂ ਹੀ ਹੁੰਦੀਆਂ ਨੇ। ਕੀ ਤੁਸੀਂ ਇੱਥੇ ਰਾਸ਼ਟਰਪਤੀ ਰਾਜ ਲਗਾ ਸਕਦੇ ਹੋ? ਨਹੀਂ, ਮੈਂ ਥੋੜੀ ਲਾ ਸਕਦਾ। ਤੁਸੀਂ ਕਹਿ ਰਹੇ ਹੋ ਨਹੀਂ, ਆਈ ਐਮ ਪ੍ਰੈਜ਼ੀਡੈਂਟ। ਮੈਂ ਇਹ ਤਾਂ ਕਹਿ ਰਹੀ ਨਹੀਂ, ਇਹੋ ਜਿਹੀਆਂ ਗੱਲਾਂ ਕਰੀਦੀਆਂ ਨਹੀਂ ਤੁਸੀਂ ਮੈਨੂੰ ਕਹਿ ਰਹੇ ਹੋ ਲਾ ਸਕਦੇ ਹੋ, ਮੈਂ ਤੁਹਾਨੂੰ ਲਾਉਣ ਨੂੰ ਕਿਹਾ, ਰਹੇ ਹੋ ਨਾ ਕਿ ਜੇਕਰ ਪੰਜਾਬ ਦੀ ਗਵਰਨਮੈਂਟ ਨਹੀਂ ਸੀ ਕੰਮ ਕਰਦੀ ਤਾਂ ਤੁਸੀਂ ਪੰਜਾਬ ਦੀ ਗਵਰਨਮੈਂਟ ਨੂੰ ਤੋੜ ਦਿੰਦੇ। ਮੈਂ ਕਿਉਂ ਕਹਾਂ ਇਸ ਗੱਲ ਨੂੰ ਪੰਜਾਬ ਦੀ ਗਵਰਨਮੈਂਟ? ਸੌਰੀ ਮੈਂ ਤੁਹਾਨੂੰ ਨਹੀਂ ਕਹੀ ਗੱਲ, ਸ਼ਾਇਦ ਤੁਹਾਡੇ ਕੋ ਪੈਨਲਿਸਟ ਇਸ ਗੱਲ ਨੂੰ ਸਮਝ ਸਕੇ ਹੋਣਗੇ, ਲੋਕ ਵੀ ਇਸ ਗੱਲ ਨੂੰ ਸਮਝ ਰਹੇ ਹੋਣਗੇ ਕਿ ਮੈਂ ਗੱਲ ਕਿਸ ਕੰਟੈਕਸਟ ਦੇ ਵਿੱਚ ਕਰ ਰਿਹਾ ਤੇ ਤੁਸੀਂ ਉਹਨੂੰ ਕਿੱਥੋਂ ਲੈ ਕੇ ਕਿੱਥੇ ਲੈ ਕੇ ਜਾ ਰਹੇ ਹੋ। ਗਗਨਦੀਪ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਜਿਹੜੇ ਬਹੁਤ ਸਾਰੇ ਜਵਾਬ ਕਮਲ ਜੀ ਬਾਕੀ ਪੈਨਲਿਸਟ ਵੀ ਨੇ ਉਹ ਵੀ ਗੱਲ ਕਰਨੀ ਚਾਹੁੰਦੇ ਆ। 90% ਟਾਈਮ ਤੁਹਾਡੇ ਨਾਲ ਰਿਹਾ। ਉਹ ਗੱਲ ਤੁਸੀਂ ਗਲਤ ਕਰ ਰਹੇ ਹੋ, ਮੈਂ ਨਹੀਂ ਗੱਲ ਗਲਤ ਕਰ ਰਹੀ। ਮੈਂ ਆਪਣੇ ਅਧਿਕਾਰ ਖੇਤਰ ਹੇਠ ਹੀ ਗੱਲ ਕਰੂੰਗੀ ਔਰ ਮਰਿਆਦਾ 'ਚ ਕਰੂੰਗੀ। ਨਹੀਂ ਠੀਕ ਹੈ, ਮਰਿਆਦਾ ਤੋਂ ਬਾਹਰ ਜਾ ਕੇ ਕਦੀ ਨਹੀਂ ਕਰ, ਹਾਂ ਬਿਲਕੁਲ ਮਰਿਆਦਾ 'ਚ ਹੀ ਰਹਿਣਾ ਚਾਹੀਦਾ, ਮਰਿਆਦਾ 'ਚ ਹੀ ਰਹਿ ਕੇ ਗੱਲ ਸੋਭਦੀ ਆ, ਉਹ ਵੀ ਗੱਲ ਚੰਗੀ ਲੱਗਦੀ। ਗਗਨਦੀਪ ਜੀ, ਮੈਂ ਗੱਲ ਕਹਿ ਰਿਹਾ ਜਿਹੜੇ ਸਵਾਲ ਕਮਲ ਜੀ ਹੋਰਾਂ ਦੇ ਵੱਲੋਂ ਰੇਜ਼ ਕੀਤੇ ਗਏ ਆ, ਉਹਨਾਂ ਨੇ ਇੱਕ ਗੱਲ ਕਹੀ ਆ ਕਿ ਟਾਈਮ ਟੂ ਟਾਈਮ ਅਲਰਟ ਕੀਤਾ ਗਿਆ ਪੰਜਾਬ ਗਵਰਨਮੈਂਟ ਨੂੰ, ਤੇ ਪੰਜਾਬ ਗਵਰਨਮੈਂਟ ਨੇ ਫਿਰ ਵੀ ਕਿਉਂ ਅਜਿਹਾ ਵਤੀਰਾ ਅਪਣਾਇਆ, ਫਿਰ ਵੀ ਕਿਉਂ ਲੇਜ਼ੀਨੈਸ ਦਿਖਾਈ? ਨਵਜੋਤ ਜੀ, ਜੋ ਡਾਕਟਰ ਸਾਹਿਬ ਕਹਿ ਰਹੇ ਨੇ, ਮੈਡਮ ਜੋ ਕਹਿ ਰਹੇ ਨੇ, ਮੈਂ ਸਿਰਫ ਇਹਨਾਂ ਨੂੰ ਇੱਕ ਚੀਜ਼ ਕਹਿਣੀ ਚਾਹੁੰਦਾ। ਦੇਖੋ ਸਾਡਾ ਸੰਵਿਧਾਨ ਹੈ, ਇਹਦੇ ਵਿੱਚ ਸਟੇਟ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਤੇ ਸੈਂਟਰ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ। ਇਹਨਾਂ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਾਡਾ ਜਿਹੜਾ ਪੂਰਾ ਹਿੰਦੁਸਤਾਨ ਹੈ, ਮਤਲਬ ਉਹਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਅਨਐਮਪਲੋਇਮੈਂਟ ਦੀ ਪ੍ਰੋਬਲਮ ਚੱਲ ਰਹੀ ਹੈ, ਇਨਫਲੇਸ਼ਨ ਦੀ ਪ੍ਰੋਬਲਮ ਚੱਲ ਰਹੀ ਹੈ। ਸਾਨੂੰ ਕੋਆਪਰੇਟਿਵ ਫੈਡਰਲਿਜ਼ਮ ਅਪਣਾਉਣਾ ਚਾਹੀਦਾ, ਸਾਨੂੰ ਸੰਵਿਧਾਨ ਨੂੰ ਮੰਨਣਾ ਪੈਣਾ। ਅਸੀਂ ਲੋਕਤਾਂਤਰਿਕ ਤਰੀਕੇ ਦੇ ਨਾਲ ਦੇਸ਼ ਨੂੰ ਚਲਾ ਸਕਦੇ ਹਾਂ। ਅਸੀਂ ਲੋਕਤਾਂਤਰਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈਏ, ਅਸੀਂ ਲੋਕਤਾਂਤਰਿਕ ਇੰਸਟੀਟਿਊਸ਼ਨਸ ਨੂੰ ਕਰੰਬਲ ਨਾ ਕਰੀਏ, ਇਹਨੂੰ ਡਿਮੋਲਿਸ਼ ਨਾ ਕਰੀਏ। ਤੁਸੀਂ ਬੀਜੇਪੀ ਦੀ ਸਰਕਾਰ ਨੇ ਕਿੰਨੇ ਇੰਸਟੀਟਿਊਸ਼ਨ ਆ ਜਿਹੜੇ ਉਹਨਾਂ ਨੂੰ ਕਮਜ਼ੋਰ ਕਰਤਾ। ਤੁਸੀਂ ਹੁਣ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਲੈ ਕੇ, ਉਹ ਕਿਉਂ ਆਈ ਹੈ? ਉਹ ਇਸੇ ਕਰਕੇ ਆਈ ਹੈ ਕਿਉਂਕਿ ਮਿਸਯੂਜ਼ ਹੋ ਰਿਹਾ ਹੈ। ਤੇ ਪਲੱਸ ਦੂਸਰਾ ਜਿਹੜਾ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੀ ਬੈਟਰ ਕੀਤਾ, ਇੰਟਰਨਲ ਸਿਕਿਉਰਿਟੀ ਦੀ ਪ੍ਰੋਬਲਮ ਨੂੰ ਵੀ ਉਹਨੇ ਸਹੀ ਕੀਤਾ। ਇਹਦੇ ਆંકੜੇ ਮੈਂ ਨਹੀਂ ਕਹਿ ਰਿਹਾ, ਬੀਜੇਪੀ ਦੀ ਸਰਕਾਰ ਦੇ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਡੇਟਾ ਦਿੱਤਾ ਕਿ ਜਿਹੜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਇੰਪਰੂਵ ਹੋਈ ਹੈ, ਉਹ ਬੈਟਰ ਹੋਈ ਹੈ। ਤੇ ਜੇ ਤੁਸੀਂ ਗੁਜਰਾਤ ਨੂੰ ਦੇਖਦੇ ਹੋ ਜਾਂ ਤੁਸੀਂ ਉੱਤਰ ਪ੍ਰਦੇਸ਼ ਨੂੰ ਦੇਖਦੇ ਹੋ, ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਾਫੀ ਜ਼ਿਆਦਾ ਬੁਰੀ ਹੈ ਇਨ ਕੰਪੈਰੀਜ਼ਨ ਟੂ ਪੰਜਾਬ। ਐਂਡ ਪੰਜਾਬ ਦਾ ਡੇਟਾ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡੇਟਾ ਇਹ ਦੱਸਦਾ ਕਿ 2022 ਤੇ 23 ਦੇ ਵਿੱਚ ਪੰਜਾਬ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹਦੇ ਕਰਕੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹ ਪੰਜਾਬ ਦੇ ਵਿੱਚ ਬੈਟਰ ਹੋਈ ਹੈ। ਤੇ ਇਲਜ਼ਾਮ ਲਾਉਣੇ ਚੰਗੀ ਗੱਲ ਨਹੀਂ ਹੈ। ਮੈਂ ਦੇਖੋ ਤੁਸੀਂ ਡਾਕਟਰ ਹੋ ਮੈਡਮ, ਠੀਕ ਹੈ ਨਾ, ਤੁਸੀਂ ਪੜ੍ਹਾਈ ਲਿਖਾਈ ਚੰਗੀ ਕੀਤੀ ਹੋਣੀ ਹੈ, PhD ਕੀਤੀ ਹੋਣੀ ਤਾਂ ਤੁਹਾਡੇ ਨਾਲ ਡਾਕਟਰ। ਆਪਾਂ ਇੱਕ ਰੈਸ਼ਨਲ ਥਾਟ ਰੱਖੀਏ, ਰਿਸਪੌਂਸਿਬਿਲਿਟੀ ਦੋਨਾਂ ਦੀ ਬਣਦੀ ਹੈ, ਆਪਾਂ ਨੂੰ ਮੰਨਣਾ ਪੈਣਾ। ਸਾਡੇ ਲਈ ਪ੍ਰਾਥਮਿਕਤਾ ਸਾਡਾ ਪੰਜਾਬ ਹੈ। ਅਸੀਂ ਜਿੱਥੇ ਬੈਠੇ ਗੱਲ ਕਰ ਰਹੇ ਹੋ ਨਾ, ਜਿਹੜੇ ਤੁਸੀਂ ਡਾਟੇ ਦੀ ਗੱਲ ਕਰ ਰਹੇ ਹੋ, ਪਿਛਲੀਆਂ ਡੇਟਾਂ ਦਾ ਡਾਟਾ ਸੀਗਾ, ਉਹ ਪਿਛਲੀਆਂ ਡੇਟਸ ਦਾ ਡਾਟਾ ਸੀਗਾ। ਉਹਨਾਂ ਨੂੰ ਦੇਖੋ ਨਾ ਤੁਸੀਂ, ਇੱਥੇ ਤੇ ਤੁਸੀਂ ਮਿਸਗਾਈਡ ਕਰਦੇ ਹੋ ਫਿਰ ਲੋਕਾਂ ਨੂੰ। ਉਹ ਪਿਛਲੀਆਂ ਡੇਟਸ ਦਾ ਡਾਟਾ ਸੀਗਾ। ਹੱਥ ਜੋੜ ਕੇ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਡਾਟਾ ਕਦੋਂ ਆਉਂਦਾ ਹੈ? ਜਦੋਂ 1 ਸਾਲ ਪੂਰਾ ਹੋ ਜਾਂਦਾ ਹੈ, ਜਦੋਂ 1 ਸਾਲ ਪੂਰਾ ਹੋ ਜਾਂਦਾ ਉਦੋਂ ਡਾਟਾ ਆਉਂਦਾ। ਤੁਸੀਂ ਉਹਨਾਂ ਦੀਆਂ ਡੇਟਸ ਦੇਖੋ, ਉਹ ਪਿਛਲੇ ਕਾਂਗਰਸ ਦੇ ਸਮੇਂ ਦਾ ਡਾਟਾ ਸੀਗਾ ਜਿਹੜਾ ਹੁਣ ਪ੍ਰੈਜ਼ੈਂਟ ਹੋਇਆ।
ਰਾਜ ਸਭਾ ਦੇ ਵਿੱਚ ਤੁਹਾਡੇ ਹੋਮ ਮਿਨਿਸਟਰ ਨੇ ਡੇਟਾ ਦਿੱਤਾ, ਮੈਂ ਨਹੀਂ ਕਹਿੰਦਾ, ਤੁਸੀਂ ਗੂਗਲ ਕਰ ਲਓ, ਤੁਸੀਂ ਗੂਗਲ ਕਰ ਲਓ ਰਾਜ ਸਭਾ ਦੇ ਵਿੱਚ ਤੁਸੀਂ ਆਪ ਡੇਟਾ ਦਿਖਾ ਦਿੰਨੀ ਆ, ਮੈਂ ਗੂਗਲ ਦਿਖਾ ਦਿੰਨੀ ਆ, ਉਹਦੇ ਪਿਛਲੀ ਡੇਟਸ ਪੰਜਾਬ ਦੇ ਵਿੱਚ ਸਿਚੁਏਸ਼ਨ ਆ ਜਿਹੜਾ ਇੰਪੋਰਟੈਂਟ ਹੁਣੇ ਦਿੱਤਾ ਡੇਟਾ ਉਹਨਾਂ ਨੇ, ਤੇ ਐਂਡ ਸਿਚੁਏਸ਼ਨ ਇਜ਼ ਇੰਪਰੂਵਿੰਗ। ਪਲੱਸ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਗਿੱਲ ਜੀ ਨੇ ਇਹ ਜਾਣਕਾਰੀ ਦਿੱਤੀ ਹੈ ਵਿਦ ਡੇਟਾ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਪੂਰਾ ਡੇਟਾ ਐਂਡ ਰੀਅਲ ਟਾਈਮ ਦੇ ਉੱਤੇ ਡੇਟਾ ਕਲੈਕਟ ਕਰਦਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ। ਇਹ ਨਹੀਂ ਕਿ ਕੋਈ ਡਿਲੇ ਹੈਗਾ, ਉਹਦੇ ਵਿੱਚ ਜਿਹੜੇ ਸਿਚੁਏਸ਼ਨ ਨੇ ਸਾਰੇ ਬੈਟਰ। ਆਪਾਂ ਤਾਂ ਪੰਜਾਬ ਦੇ ਲਈ ਇਹ ਅਰਦਾਸ ਕਰਦੇ ਆ ਕਿ ਸੱਚੀਓ ਹੀ ਇਹ ਡਾਟਾ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਡਾਟਾ ਹੋਣ, ਪੰਜਾਬ ਚੋਂ ਕ੍ਰਾਈਮ ਖਤਮ ਹੋਵੇ, ਪੰਜਾਬ ਦੇ ਲੋਕ ਸੁੱਖ ਦੀ ਨੀਂਦ ਸੌਣ ਤੇ ਸੁੱਖ ਦੀ ਜਾਗੇ ਉੱਠਣ। ਆਪਾਂ ਤਾਂ ਇਹ ਲੋਕ ਆਪਾਂ ਤਾਂ ਇਹ ਚਾਹੁੰਦੇ ਆ। ਤੁਸੀਂ ਇੱਕ ਚੀਜ਼ ਕਹੋ ਕਿ ਪੰਜਾਬ ਦੇ ਵਿੱਚ ਸਿਚੁਏਸ਼ਨ ਇੰਪਰੂਵ ਕਰਨ ਨੂੰ ਬੀਜੇਪੀ ਆਪਦੀ ਜਾਨ ਲਾਊਗੀ, ਜਿੰਨੀਆਂ ਸੈਂਟਰਲ ਏਜੰਸੀਜ਼ ਨੇ ਪੰਜਾਬ ਦੀ ਏਜੰਸੀ ਦੇ ਨਾਲ ਕੰਮ ਕਰ ਰਹੀਆਂ, ਅਸੀਂ ਕਰ ਹੀ ਰਹੇ ਹਾਂ। ਜਦੋਂ ਪਤਾ ਲੱਗ ਰਿਹਾ ਕਿ ਤੁਹਾਡੀ ਗਵਰਨਮੈਂਟ ਤੋਂ ਕੁਝ ਨਹੀਂ ਹੋ ਪਾ ਰਿਹਾ, ਹੁਣ ਉਹ ਤੇ ਦੇਖੋ ਪੰਜਾਬ ਦੇ ਲੋਕਾਂ ਦੀ ਸੁੱਖ ਸੁਵਿਧਾ, ਪੰਜਾਬ ਦੇ ਲੋਕਾਂ ਨੂੰ ਡਰ ਦੇ ਮਾਹੌਲ ਚ, ਤੁਹਾਨੂੰ ਪਤਾ ਪੰਜਾਬ ਦੀ ਇੰਡਸਟਰੀ ਦਾ ਕਿੰਨਾ ਮਾੜਾ ਹਾਲ ਹੋ ਚੁੱਕਾ ਲਾ ਐਂਡ ਆਰਡਰ ਦੀ ਸਥਿਤੀ ਦੇ ਕਰਕੇ, ਪੰਜਾਬ ਦੇ ਵਿੱਚੋਂ ਕਿੰਨਾ ਕੁਝ ਡਿਮੋਲਿਸ਼ ਹੋ ਚੁੱਕਾ ਵਾ, ਔਰ ਤੁਸੀਂ ਝੂਠ ਦੇ ਪਲੰਦਿਆਂ ਦੇ ਨਾਲ ਨਿਤ ਲਗਾਤਾਰ ਨਵੀਂ ਤੋਂ ਨਵਾਂ ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਉਕਸਾ ਕੇ, ਲੋਕਾਂ ਨੂੰ ਭੜਕਾ ਕੇ, ਲੋਕਾਂ ਨੂੰ ਮਤਲਬ ਪਲੀਜ਼ ਡੋਂਟ ਡੂ ਦਿਸ। ਲੋਕਾਂ ਨੂੰ ਸਮਝ ਲੱਗ ਚੁੱਕੀ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇੱਧਰਲੇ ਫੰਡ ਚੁੱਕ ਕੇ ਉਧਰ ਲਾਤੇ, ਉਧਰਲੇ ਫੰਡ ਚੁੱਕ ਕੇ ਉਧਰ ਲਾਤੇ, ਸਾਰੇ ਦਾ ਸਾਰਾ ਤੁਸੀਂ ਮਤਲਬ ਇਸ ਤਰ੍ਹਾਂ ਦਾ ਭੰਬਲ ਭੂਸਾ ਕ੍ਰੀਏਟ ਕੀਤਾ ਹੋਇਆ ਵਾ ਕਿ ਲੋਕ ਅੱਜ ਠੱਗੇ ਮਹਿਸੂਸ ਕਰਦੇ ਪਏ ਨੇ। ਲੋਕ ਕਹਿ ਰਹੇ ਨੇ ਕਿ ਹੋ ਅਸੀਂ ਕੀ ਕਰ ਲਿਆ। ਉਹ ਅੱਜ ਪਤਾ ਕੀ ਕਰਨ ਲੱਗ ਗਏ ਨੇ, ਉਹ ਕਹਿੰਦੇ ਨੇ ਕਿ ਇਹਦੇ ਨਾਲੋਂ ਤਾਂ ਅਕਾਲੀ ਚੰਗੇ ਸੀ, ਇਹਦੇ ਨਾਲੋਂ ਤਾਂ ਕਾਂਗਰਸੀ ਚੰਗੇ ਸੀ। ਹੁਣ ਇਹ ਵੀ ਪਤਾ ਲੱਗ ਰਿਹਾ ਵਾ ਵੀ ਅਕਾਲੀ ਕਾਂਗਰਸੀਆਂ ਨੇ ਕੀ ਕੀਤਾ, ਪਰ ਹੁਣ ਬੀਜੇਪੀ ਜਿੱਥੇ ਸੈਂਟਰ ਦੇ ਵਿੱਚ ਬੈਠੀ ਆ ਨਾ, ਆਪਣੀ ਪੂਰੀ ਪ੍ਰੋਪਰ ਡਿਬੇਟ ਹੋ ਰਹੀ ਹੈ, ਸਮਝ ਨਹੀਂ ਆ ਰਹੀ। ਔਰ ਸਭ ਤੋਂ ਪਹਿਲਾਂ ਸਾਡਾ ਦੇਸ਼, ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਲੋਕ ਇਸ ਜਿਹੜੀ ਅਸੀਂ ਆਈਡੀਓਲੋਜੀ ਦੇ ਉੱਤੇ ਕੰਮ ਕਰਕੇ ਪੰਜਾਬ ਦੇ ਵਿੱਚ ਸਰਕਾਰ ਵੀ ਬਣਾਵਾਂਗੇ, ਮੈਨੂੰ ਬਹੁਤ ਘੱਟ ਮੌਕਾ ਮਿਲ ਰਿਹਾ ਜੀ, ਉਹ ਫੇਰ ਦੁਬਾਰਾ ਚੰਗੀਆਂ ਸਥਿਤੀਆਂ 'ਚ ਵੀ ਲੈ ਕੇ ਆਵਾਂਗੇ। ਔਰ ਸਾਡੀ ਇਹ ਪੂਰੀ ਕੋਸ਼ਿਸ਼ ਆ, ਅਸੀਂ ਇਸ ਤਰ੍ਹਾਂ ਨਹੀਂ ਆ ਕਿ ਤੁਹਾਡੇ ਵਾਂਗੂ ਪਰਿਵਾਰਵਾਦ ਦੀ ਭੇਟ ਚਾੜ ਦਿੱਤਾ ਸਾਰੇ ਦਾ ਸਾਰਾ ਭਾਰਤ। ਇਸ ਤਰ੍ਹਾਂ ਨਹੀਂ ਹੋਊਗਾ। ਤੁਸੀਂ ਕਾਂਗਰਸ ਨੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਡਿਮੋਲਿਸ਼ ਕੀਤਾ ਪੰਜਾਬ ਨੂੰ, ਇਹ ਬਹੁਤ ਗਲਤ ਗੱਲ ਆ। ਹੁਣ ਤੱਕ ਲੋਕ ਤੁਹਾਡੇ ਝਾਂਸੇ 'ਚ ਹੀ ਫਸੇ ਰਹੇ। ਉਹ ਤਾਂ ਸ਼ੁਕਰ ਕਰੋ ਕਿ ਅੱਜ ਸੋਸ਼ਲ ਮੀਡੀਆ ਲੋਕਾਂ ਦੇ ਹੱਥਾਂ ਦੇ ਵਿੱਚ ਆ ਤੇ ਉਹਨਾਂ ਨੂੰ ਪਤਾ ਲੱਗ ਰਿਹਾ ਵਾ ਕਿ ਸੱਚੀਓ ਹੀ ਕਿਹੜੀ ਪਾਰਟੀ ਆ ਉਹ ਅੱਜ ਲੋਕ ਹਿੱਤਾਂ ਦੇ ਲਈ ਕੰਮ ਕਰਦੀ ਪਈ ਆ। ਦੇਖੋ, ਇੱਕ ਵਾਰੀ ਰਾਜੀਵ ਗਾਂਧੀ ਸਾਹਿਬ ਨੇ ਕਿਹਾ ਸੀਗਾ ਕਿ ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ ਕਿ ਅਸੀਂ ਉੱਤੋਂ 100 ਰੁਪਇਆ ਭੇਜਦੇ ਆ ਤੇ ਥੱਲੇ ਆਉਂਦੇ ਤੱਕ 1 ਰੁਪਇਆ ਰਹਿ ਜਾਂਦਾ ਵਾ। ਪਰ ਅੱਜ ਸਥਿਤੀ ਡਿਜੀਟਲਾਈਜੇਸ਼ਨ ਨੇ ਇੰਨੀ ਕੁ ਬਦਲ ਦਿੱਤੀ ਆ ਕਿ ਜੇ ਉੱਪਰੋਂ 500 ਰੁਪਇਆ ਲੋਕਾਂ ਦੇ ਖਾਤਿਆਂ 'ਚ ਪੈਂਦਾ ਤੇ ਥੱਲੇ ਲੋਕਾਂ ਦੇ ਖਾਤਿਆਂ ਦੇ ਵਿੱਚ 500 ਰੁਪਇਆ ਹੀ ਆਉਂਦਾ ਵਾ। ਜੇ 1500 ਰੁਪਇਆ ਬੁਢਾਪਾ ਪੈਨਸ਼ਨ ਆਉਂਦੀ ਆ ਉੱਪਰੋਂ ਤੇ 1500 ਰੁਪਇਆ ਹੀ ਬੁਢਾਪਾ ਪੈਨਸ਼ਨ ਲੋਕਾਂ ਦੇ ਖਾਤਿਆਂ 'ਚ ਜਾਂਦੀ ਆ। ਅੱਜ ਵਿਚਲੇ ਵਿਚੋਲੀਏ ਮੋਦੀ ਜੀ ਨੇ ਸਾਰੇ ਇੰਡੀਆ ਦਾ ਫਿਕਰ ਨਹੀਂ, ਇਹਨਾਂ ਨੂੰ ਪੰਜਾਬ ਦੀ ਗੱਲਾਂ ਕਰਦੇ ਆ। ਅੱਜ ਜਿਹੜਾ ਫਿਕਰ ਨਹੀਂ, ਇੱਕ ਸਾਲ ਸਾਡੇ ਕਿਸਾਨ ਬੈਠੇ ਰਹੇ, ਤੁਸੀਂ ਵੀ ਗੱਲ ਕੀਤੀ 100 ਰੁਪਇਆ ਜਾਂਦਾ, ਇੱਕ ਸਾਲ ਸਾਡਾ ਕਿਸਾਨ ਬੈਠੇ ਰਿਹਾ। ਸੁਰਿੰਦਰ ਜੀ, ਮੈਂ ਤਾਂ ਬੜੇ ਚਿਰ ਦਾ ਸੁਣ ਰਿਹਾ, ਤੁਸੀਂ ਸੁਣਦੇ ਨਹੀਂ ਕਿਸੇ ਦੀ ਗੱਲ, ਤੁਸੀਂ ਬੋਲੀ ਜਾਂਦੇ ਹੋ, ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ ਚਾਹੁੰਦੇ। ਬਾਕੀ ਸਪੋਕਸਪਰਸਨ ਨਹੀਂ ਗਏ, ਮੈਂ ਸਮਝਣਾ ਨਹੀਂ ਚਾਹੁੰਦਾ, ਆਮ ਸੌਰੀ। ਤੁਸੀਂ ਸੁਣੋ, ਤੁਸੀਂ ਸੁਣਦੇ ਨਹੀਂ ਕਿਸੇ ਦੀ ਗੱਲ, ਤੁਸੀਂ ਕਾਹਦੇ ਤੱਕ ਕਿਸੇ ਦੀ ਗੱਲ ਨਹੀਂ ਸੁਣਦੇ। ਮੈਡਮ ਗੱਲ ਸੁਣੀ ਦੀ ਕਿਸੇ ਦੀ, ਮੈਡਮ ਕਿਸੇ ਦੀ ਗੱਲ ਸੁਣੋ ਤੇ ਸਹੀ, ਤੁਸੀਂ ਗੱਲ ਹੀ ਨਹੀਂ ਸੁਣਨੀ ਚਾਹੁੰਦੇ ਕਿਸੇ ਦੀ। ਤੁਸੀਂ ਗੱਲ ਸੁਣਦੇ ਹੋ ਕਿਸੇ ਦੀ, ਤੁਸੀਂ ਗੱਲ ਨਹੀਂ ਸੁਣਦੇ। ਸਾਡਾ ਸਾਰਾ ਟਾਈਮ ਤੁਹਾਨੂੰ ਦੇ ਦਿਆ ਡਿਬੇਟ ਆ, ਤੁਸੀਂ ਆਪਣੇ ਤੁਹਾਡੀ ਸਪੀਚ। ਮੈਂ ਬੀਜੇਪੀ ਦੇ ਕਿਸੇ ਸਪੋਕਸਪਰਸਨ ਦੀ ਸਪੀਚ ਸੁਣਨ ਨਹੀਂ ਆਇਆ, ਮੈਂ ਕਿਸੇ ਦੀ ਸਪੀਚ ਸੁਣਨ ਨਹੀਂ ਆਇਆ। ਮੈਂ ਡਿਬੇਟਰ ਨਾਲ ਡਿਬੇਟ ਕਰੋ ਜੇ ਡਿਬੇਟ ਕਰਨੀ ਹੈ ਤੇ, ਨਹੀਂ ਤਾਂ ਜਾਂ ਮੈਂ ਲੀਵ ਕਰ ਦੇਣਾ ਜਾਂ ਤੁਸੀਂ ਲੀਵ ਕਰ ਦਿਓ। ਤੁਸੀਂ ਸਪੀਚ ਸੁਣਨ ਆਏ ਹੋ, ਆਈ ਐਮ ਸੌਰੀ, ਤੁਸੀਂ ਸਪੀਚ ਕਰ ਰਹੇ ਹੋ। ਇਹ ਇਲੈਕਸ਼ਨ 'ਚ ਖਲੋ ਉਦੋਂ ਸਪੀਚ ਬੋਲਿਓ, ਇਲੈਕਸ਼ਨ ਖਲੋਗੇ ਸਪੀਚ ਉਦੋਂ ਬੋਲਿਓ। ਇਹ ਸਪੀਚ ਇਲੈਕਸ਼ਨ ਖਲੋ ਕੇ ਬੋਲਿਓ, ਇਹ ਜਦੋਂ ਇਲੈਕਸ਼ਨ ਆਊਗੀ ਸਪੀਚ ਉਦੋਂ ਬੋਲਿਓ। ਇੱਕ ਸਾਲ ਤੁਸੀਂ ਕਿਸਾਨਾਂ ਨਾਲ ਕੀਤਾ, ਸਾਨੂੰ ਪਤਾ ਹੈ ਵੱਡੇ ਪੰਜਾਬ ਟੈਕਸੀ ਤੁਸੀਂ ਗਲਤ ਲੋਕਤੰਤਰ ਨਾਲ ਘੁੱਟ ਰਹੇ ਹੋ। ਤੁਸੀਂ ਲੋਕ ਗਲਤੀ ਦੇ ਨਾਲ ਤੁਹਾਡੇ ਪਿੱਛੇ ਲੱਗ ਕੇ ਸਾਰਾ ਕੁਝ ਗਲਤ ਕਰਦੇ ਰਹੇ। ਹੁਣ ਤੱਕ ਪੰਜਾਬ ਨੂੰ ਤੁਸੀਂ ਬੋਲੀ ਜਾਂਦੇ ਹੋ, ਪਤਾ ਨਹੀਂ ਹੱਦੋਂ ਵੀ ਕਿਸ ਤਰ੍ਹਾਂ ਦੇ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਦੇ ਤੁਸੀਂ ਸਪੋਕਸਪਰਸਨ ਹੋ, ਤੁਹਾਨੂੰ ਡਿਬੇਟ ਹੀ ਨਹੀਂ ਕਰਨੀ। ਨੌਜਵਾਨਾਂ ਦਾ ਹਾਲ ਤੁਸੀਂ ਕਿਸੇ ਦੂਜੇ ਨੂੰ ਟਾਈਮ ਹੀ ਨਹੀਂ ਦਿੰਦੇ, ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਸੀ ਨਾ। ਉਹ ਬਾਹਰਲੇ ਦੇਸ਼ਾਂ ਨੂੰ ਨਾ ਚਲੇ ਜਾਂਦੇ। ਅੱਜ ਸਾਡੀਆਂ ਪੰਜਾਬ ਦੇ ਨੌਜਵਾਨਾਂ ਦੀ ਪਿੱਠ ਦੇ ਉੱਤੇ ਚਲੋ ਤੁਸੀਂ ਬੋਲੋ, ਅਸੀਂ ਚੁੱਪ ਹੀ ਕਰ ਜਾਂਦੇ ਹਾਂ, ਤੁਸੀਂ ਬੋਲੀ ਜਾਓ। ਹਰ 10 ਸਾਲ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਅੱਗ 'ਚ ਝੁੱਕ ਕੇ ਜਾਂਦੇ ਨੇ। ਮੈਂ ਤਾਂ ਚਾਹ ਪੀ ਰਿਹਾ, ਬੋਲ ਰਿਹਾ। ਤੁਹਾਡੇ ਸਾਰਿਆਂ ਦੀ ਮਿਸਗਾਈਡੈਂਸ ਦੀ ਵਜ੍ਹਾ ਦੇ ਕਰਕੇ ਸਾਡਾ ਪੰਜਾਬ ਹਰ 10 ਸਾਲ ਬਾਅਦ ਬਲਦੀ ਦੇ ਅੱਗ ਦੇ ਵਿੱਚ ਸੁੱਟ ਦਿੱਤਾ ਜਾਂਦਾ। ਆਖਿਰ ਕਿਉਂ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਸਫਲਤਾਵਾਂ ਦੇ ਵੱਲ ਨੂੰ ਜਾ ਸਕਦੇ? ਜਦੋਂ ਸਾਡੇ ਪੰਜਾਬ ਦੇ ਨੌਜਵਾਨ ਬਾਰਡਰ ਦੇ ਉੱਤੇ ਇੱਕ ਵਧੀਆ ਤਰੀਕੇ ਦੇ ਨਾਲ ਬੈਠ ਸਕਦੇ ਨੇ, ਸਾਡੇ ਨੌਜਵਾਨ ਜਿਹੜੇ ਨੇ ਅੱਜ ਵੱਖਰੇ ਦੇਸ਼ਾਂ ਤੇ ਜਾ ਕੇ ਆਪਣਾ ਝੰਡਾ ਗੱਡ ਸਕਦੇ ਨੇ। ਆਖਿਰ ਪੰਜਾਬ ਦੀ ਨੌਜਵਾਨੀ ਨੂੰ ਕਿਉਂ ਮਿਸਗਾਈਡ ਕੀਤਾ ਜਾਂਦਾ ਵਾ? ਕਿ ਉਹ ਬਾਰ-ਬਾਰ ਉਹਨਾਂ ਦੇ ਪਿੰਡੇ ਦੇ ਉੱਤੇ ਤੁਸੀਂ ਇੰਨੀ ਅੱਗ ਭਰਾਉਂਦੇ ਹੋ ਔਰ ਬਾਅਦ ਦੇ ਵਿੱਚ ਤੁਸੀਂ ਚੁਸਕੀਆਂ ਲੈ ਕੇ ਚਾਹ ਪੀਂਦੇ ਹੋ। ਦਿਸ ਇਜ਼
ਦਿਸ ਸਹੀ ਇਜ਼ ਗੱਲ ਹੈ। ਅਟਰਲੀ ਰੋਂਗ। ਬਿਲਕੁਲ ਮੈਂ ਸਹੀ ਇਸ ਹੈ। ਕਰਕੇ ਗੱਲ ਕਰਦੀ ਪਈ ਹਾਂ ਕਿਉਂਕਿ ਅੱਜ ਦੇਖੋ ਨੌਜਵਾਨ ਬੱਚੇ ਮਾਵਾਂ ਤੋਂ ਵਿਛੜ ਕੇ ਬਾਹਰਲੀਆਂ Brother, ਬਸ ਧਰਤੀਆਂ ਕਰੋ ਦੇ ਜੀ। ਉੱਤੇ ਜਿਹੜੇ ਆ ਉਹ ਅੱਜ ਗਗਨ ਜੀ, okay, ਆਪਾਂ leave ਕਰੀਏ ਗਗਨ ਕਾਹਦੇ ਜੀ, ਵਾਸਤੇ? ਆਪਾਂ leave ਕਿਉਂਕਿ ਕਰੀਏ। ਤੁਸੀਂ ਭਾਰਤ ਦੇ ਠੀਕ ਹੈ ਵਿੱਚ ਸਰ। ਅਗਰ ਰਾਜਨੀਤੀ ਕਰਦੇ ਸੀ ਨਾ, ਕਾਂਗਰਸ ਨੇ ਅਗਰ ਰਾਜਨੀਤੀ ਕੀਤੀ ਤਾਂ ਪੰਜਾਬ ਦਾ ਜਾਂ ਭਾਰਤ ਦਾ ਇੰਨਾ ਮਾੜਾ ਹਾਲ ਕਿਉਂ ਕਰ ਦਿੱਤਾ? ਮੈਂ ਤੇ ਤੁਹਾਡੇ ਤੋਂ ਸਵਾਲ ਕਰਦੀ ਹਾਂ। ਅੱਜ ਸਾਡੇ ਨੌਜਵਾਨ ਤੁਸੀਂ ਦੇਖੋ ਬਾਹਰਲੀਆਂ ਧਰਤੀਆਂ ਤੇ ਮਰਦੇ ਪਏ ਨੇ। ਅੱਜ ਸਾਡੀ BSF ਨੂੰ ਤੁਹਾਨੂੰ ਲੋਕਾਂ ਨੂੰ ਲੱਗਦਾ ਉਹ ਗਿੱਧਾ ਪਾਉਣ ਨੂੰ ਰੱਖੀ ਆ, ਔਰ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਤੁਹਾਡੇ ਸਾਰਿਆਂ ਵਾਸਤੇ ਕੀ ਹੋ ਸਕਦੀ ਆ? ਮੈਂ ਇਸ ਕਰਕੇ ਕਹਿੰਦੀ ਆ ਕਿ ਲੋਕਾਂ ਨੂੰ ਹੁਣ ਮਿਸਗਾਈਡ ਕਰਨਾ ਬੰਦ ਕਰ ਦਿਓ ਪਲੀਜ਼। ਲੋਕ ਜਾਗ ਚੁੱਕੇ ਨੇ ਔਰ ਲੋਕ ਜਾਗ ਕੇ ਦੇਖਣਗੇ ਕਿ ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਸਿਰਫ ਪ੍ਰਵਾਦਵਾਦ ਸੀ ਨਾ, ਉਹ ਲੋਕ ਹਾਸ਼ੀਏ ਤੋਂ ਨਿਕਲ ਗਏ, ਔਰ ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਦੇਸ਼ ਪ੍ਰੇਮ ਆ ਨਾ, ਉਹ ਲੋਕ ਹੀ ਸਿਰਫ ਇੱਥੇ ਰਹਿਣਗੇ ਇਸ ਧਰਤੀ ਦੇ ਉੱਤੇ। ਤੁਸੀਂ ਸਾਰਿਆਂ ਨੇ ਬਹੁਤ ਮਿਸਗਾਈਡ ਕੀਤਾ, ਨੌਜਵਾਨ ਬੱਚਿਆਂ ਨੂੰ ਮਾਰ ਦਿੱਤਾ, ਔਰ ਅਜੇ ਤੱਕ ਨਹੀਂ ਤੁਸੀਂ ਉਹ ਰਾਜਨੀਤੀ ਕਰਨ ਤੋਂ ਹਟਦੇ। ਸੋ ਪਲੀਜ਼ ਸਟਾਪ ਆਲ ਦਿਸ। ਸੁਰਿੰਦਰ ਜੀ ਯੂ ਕੈਨ ਪ੍ਰੋਸੀਡ। ਨਹੀਂ ਬਸ ਉਹ ਤੁਹਾਡੇ ਜਿਹੜੇ ਕੋ ਪੈਨਲਿਸਟ ਸੀਗੇ ਉਹ ਛੱਡ ਕੇ ਚਲੇ ਗਏ, ਡਿਬੇਟ ਉਹਨਾਂ ਨੇ ਲੀਵ ਕਰ ਦਿੱਤੀ ਹੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਦੇਖੋ ਘੱਟੋ ਘੱਟ ਮਿਸਗਾਈਡ ਨਾ ਕਰੋ ਬਸ। ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ? ਨੋ, ਬਸ ਇਹੀ ਕਿ ਦੇਖੋ ਪੰਜਾਬ ਦੀ ਧਰਤੀ ਨੇ ਬਹੁਤ ਸੰਤਾਪ ਝੱਲਿਆ ਵਾ, ਹੁਣ ਉਹ ਨਹੀਂ ਚੱਲ ਸਕਦੀ ਇੰਨਾ ਸੰਤਾਪ। ਦੇਖੋ ਜ਼ਹਿਰਾਂ ਦੇ ਨਾਲ ਪੰਜਾਬ ਦੀ ਧਰਤੀ ਖਰਾਬ ਹੋ ਗਈ, ਨੌਜਵਾਨੀ ਇੱਥੋਂ ਚਲੇਗੀ, ਔਰਤਾਂ ਨਸ਼ਾ ਕਰਨ ਲੱਗ ਗਈਆਂ, ਬੱਚਿਆਂ ਦੇ ਦਿਲਾਂ 'ਚ ਕੁਛ ਨਹੀਂ ਰਿਹਾ। ਕੀ ਕਰਾਂਗੇ ਅਸੀਂ ਅੱਜ ਪੰਜਾਬ ਦੇ ਕੋਲ? ਕਿਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ? ਅਗਰ ਸਾਰਾ ਪੰਜਾਬੀ ਇਹ ਗੱਲ ਜਾਣਦੇ ਆ, ਮੈਂ ਵੀ ਜਾਣਦਾ, ਮੈਂ ਵੀ ਇਹ ਗੱਲ ਬਹੁਤ ਵਾਰੀ ਕਹੀ ਆ, ਬਹੁਤ ਅੱਗੇ ਕਹੀ ਆ। ਤੁਸੀਂ ਇੱਕ ਖੂਬਸੂਰਤ ਨੌਜਵਾਨ ਆਪਣੀ ਚੀਜ਼ ਨੂੰ ਲੈ ਕੇ ਚੱਲ ਰਹੇ ਹੋ, ਮਾਵਾਂ ਨੂੰ ਵੀ ਸੁੱਖ, ਪਿਓਾਂ ਨੂੰ ਵੀ ਸੁੱਖ, ਲੇਕਿਨ ਜਦੋਂ ਅੱਜ ਨੌਜਵਾਨ ਪੁੱਤਰਾਂ ਦੀ ਅਰਥੀ ਬਾਪ ਦੇ ਮੋਢਿਆਂ ਦੇ ਉੱਤੇ ਚੁੱਕੀ ਜਾਂਦੀ ਆ, ਤੁਸੀਂ ਉਹ ਨਾ ਸਿੱਧੂ ਮੂਸੇਵਾਲੇ ਦਾ ਕੀ ਹਾਲ ਹੈ? ਮੈਂ ਗੱਲ ਕਹਿਣਾ ਕਿ ਸਰਕਾਰਾਂ ਦੀ ਰਿਸਪੌਂਸਿਬਿਲਟੀ ਹੈ, ਕਲੈਕਟਿਵ ਰਿਸਪੌਂਸਿਬਿਲਟੀ ਹੈ, ਇਹ ਕਰਨੀ ਚਾਹੀਦੀ ਆ, ਹਰ ਕਿਸੇ ਨੂੰ ਅਦਾ ਕਰਨੀ ਚਾਹੀਦੀ ਹੈ। ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਮਸ਼ਕੂਰ ਹਾਂ ਜੀ, ਤੁਸੀਂ ਆਏ, ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਦੀ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।